जिंदगी च कशमकश ते विच विचाला नहीं चाहिदा, या काला ते या चिट्टा। ऐसे इंसान बनो जिंदगी च कि जो तुहाडा दिल कहंदा ना वो करो। ਜਿਹੜਾ ਬੱਚਾ ਖੁਦ ਦੀ ਫੀਸ ਲਈ ਇੰਨਾ ਸਟਰਗਲ ਕੀਤਾ ਹੋਵੇ ਤੇ ਉਹ 120 ਜਣਿਆਂ ਨੂੰ ਤਨਖਾਹ ਦੇਵੇ ਹਰ ਮਹੀਨੇ, ਉੱਥੋਂ ਤੱਕ ਪਹੁੰਚਣਾ ਜਿਹੜਾ ਵਾ ਉਹ ਇੱਕ ਤੁਹਾਡੇ ਅੰਦਰ ਦੀ એનર્ਜੀ ਤੁਹਾਨੂੰ ਲੈ ਕੇ ਆ ਸਕਦੀ ਉੱਥੋਂ ਤੱਕ। ਖੁਸ਼ੀ ਬੜੀ ਹੁੰਦੀ ਜੇ ਮੇਰੇ ਪਾਪਾ ਨੂੰ ਤੇ ਨੀਂਦ ਨਹੀਂ ਆਉਂਦੀ। ਇਟਸ ਲਾਈਕ ਮੈਂ ਤੇ ਜਦੋਂ ਸਾਡੇ ਇੱਥੇ ਕੋਈ ਵੱਡਾ ਬੰਦਾ ਆ ਜੇ ਆਫਿਸ 'ਚ ਤੇ ਮੈਨੂੰ ਤੇ ਟੈਨਸ਼ਨ ਪੈ ਜਾਂਦੀ ਹੈ ਅੱਜ ਮੇਰੇ ਪਾਪਾ ਨੂੰ ਨੀਂਦ ਨਹੀਂ ਆਣੀ ਰਾਤੀ। ਮੇਰੇ ਕੋਲ ਕਰੋੜਾਂ ਰੁਪਏ ਬੈਂਕ 'ਚ ਪਏ ਹੋਣ ਤੇ ਮੈਂ ਉਹਨੂੰ ਸਕਸੈਸ ਨਹੀਂ ਮੰਨਾਂਗੀ, ਪਰ ਜੇ ਮੈਨੂੰ ਕੋਈ IIM IIT ਵਾਲਾ ਇੰਸਟੀਟਿਊਟ ਜਾਂ ਮੈਨੂੰ ਜਿੱਦਾਂ ਮੈਂ ਟੈਡ ਟਾਕ 'ਚ 2 ਵਾਰੀ ਗਈ ਹਾਂ, ਠੀਕ ਆ, ਇੱਦਾਂ ਮੈਨੂੰ ਕੋਈ ਬੁਲਾਏ ਤੇ ਮੈਨੂੰ ਬਹੁਤ ਜ਼ਿਆਦਾ ਅੱਛਾ ਲੱਗਦਾ। ਕਿਸੇ ਨੂੰ ਮਹਿਸੂਸ ਕਰਨਾ ਤੇ ਫਿਰ ਉਸ ਪ੍ਰੋਬਲਮ ਦਾ ਤੁਸੀਂ ਹੱਲ ਕਰਨਾ। ਜਿਹੜੇ ਲੋਕ ਇਹ ਚੀਜ਼ ਕਰਦੇ ਰਹਿਣਗੇ ਉਹਨਾਂ ਦੇ ਮਨ 'ਚ ਜਿਹੜਾ ਸਕੂਨ ਹੁੰਦਾ ਰਹੇਗਾ, ਉਹ ਖੁਸ਼ ਰਹਿਣਗੇ, ਮੇਰੇ ਵਾਂਗੂ ਵਧੀਆ ਸੌਂ ਸਕਦੇ ਨੇ। 5 ਸਾਲ ਦੀ ਮੈਂ ਆਪਣੀ ਡਿਗਰੀ 'ਚ ਕਦੀ ਛੁੱਟੀ ਨਹੀਂ ਕੀਤੀ। ਇੱਥੋਂ ਰੋਜ਼ LPU ਜਾਂਦੀ ਸੀ, ਠੀਕ ਹੈ, ਲੋਕਲ ਬੱਸਾਂ ਤੇ, ਕਦੀ ਕੋਈ ਲੈਕਚਰ ਨਹੀਂ ਮਿਸ ਕੀਤਾ, ਠੀਕ ਹੈ। ਮੈਂ ਆਪਣੇ ਕਾਲਜ ਦੀ ਟੌਪਰ ਸੀ। ਮੇਰੇ ਮੰਮੀ ਕਹਿੰਦੇ ਹੁੰਦੇ ਕਿ ਜੋ ਤੁਸੀਂ ਕਰਦੇ ਬੜਾ ਵਧੀਆ ਜੇ। ਅੱਛਾ ਹੀ ਕਹਿੰਦੇ ਆ। ਹਾਂ, ਇਹੀ ਕਹਿੰਦੇ ਕਿ ਤੁਸੀਂ ਕਰਦੇ ਕੀ ਜੇ, ਪਰ ਜੋ ਤੁਸੀਂ ਕਰਦੇ ਬੜਾ ਵਧੀਆ, ਕਿ ਸਾਡੇ ਪਿੰਡ ਦਾ ਜਿਹੜਾ ਉਹ ਨਾਮ ਆ। ਕੋਵਿਡ ਦੇ ਵਿੱਚ ਮੈਂ ਤਕਰੀਬਨ 1.5 ਕਰੋੜ ਦਾ ਲੋਨ ਲਿਆ ਤੇ ਮੈਂ ਆਪਣੀ ਕੰਪਨੀ 'ਚ ਕਿਸੇ ਨੂੰ ਵੀ ਨਹੀਂ ਕੱਢਿਆ, ਠੀਕ ਹੈ, ਜਿਹੜਾ ਕਿ ਇੱਕ ਬਹੁਤ ਹੀ ਵੱਡਾ ਸਟੈਪ ਸੀ, ਜਿਹਦੇ ਕਰਕੇ ਮੇਰੇ ਨਾਲ ਕਈ ਲੋਕ ਨਾਰਾਜ਼ ਵੀ ਹੋ ਗਏ ਕਿਉਂਕਿ ਕੰਪਨੀ ਇੱਕ ਵਾਰੀ ਪੂਰੀ ਡਗਮਗਾ ਗਈ। ਐ ਇਨਸਾਨ ਤੂੰ ਭੱਜ ਲੈ ਜਿੰਨਾ ਭੱਜਣਾ, ਪਰ ਔਕੜਾਂ ਨੇ ਨਾ ਤੇਰਾ ਰਾਹ ਛੱਡਣਾ। ਪਰ ਤੂੰ ਨਾ ਡਰੀ, ਮਿਹਨਤ ਕਰੀ, ਕਿਉਂਕਿ ਤੈਂ ਹੀ ਤਾਂ ਇੱਕ ਦਿਨ ਜਿੱਤ ਦਾ ਝੰਡਾ ਗੱਡਣਾ, ਤੈਂ ਹੀ ਤਾਂ ਇੱਕ ਦਿਨ ਜਿੱਤ ਦਾ ਝੰਡਾ ਗੱਡਣਾ। ਸਤਿ ਸ਼੍ਰੀ ਅਕਾਲ, RMB ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਕਰੇਵਾਲ, ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਇੱਕ ਝਾਤ। ਤੇ ਅੱਜ ਦੀ ਝਾਤ ਇੱਕ ਖਾਸ ਇਨਸਾਨ ਤੇ ਆ, ਕਿਉਂਕਿ ਤੁਸੀਂ ਭੂਮਿਕਾ ਤੋਂ ਸਮਝ ਹੀ ਗਏ ਹੋਵੋਗੇ। ਪੰਜਾਬ ਦੀ ਉਸ ਧੀ ਤੇ ਆ ਜਿਸਨੇ, ਜਿਸ ਤਰ੍ਹਾਂ ਦੇ ਨਾਲ ਮੈਂ ਗੱਲ ਕੀਤੀ ਆ ਕਿ ਜਿੱਤ ਦੇ ਝੰਡੇ ਗੱਡਣੇ, ਜੇਕਰ ਤੁਹਾਡੇ ਸੁਪਨੇ ਜਿਹੜੇ ਹੈਗੇ ਆ ਉਹਨਾਂ ਨੇ ਦੇ ਵਿੱਚ ਉਡਾਨ ਭਰਨ ਦੀ ਜਾਨ ਆ, ਤਾਂ ਵਾਕਿਆ ਦੇ ਵਿੱਚ ਇੱਕ ਦਿਨ ਜਿੱਤ ਦਾ ਝੰਡਾ ਤੁਸੀਂ ਜ਼ਰੂਰ ਗੱਡੋਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮਨਦੀਪ ਕੌਰ ਟਾਂਗਰਾ ਹੋਣਗੇ, ਜਿਨ੍ਹਾਂ ਨੂੰ ਤੁਸੀਂ ਅਕਸਰ ਵੀਡੀਓ ਦੇ ਵਿੱਚ ਦੇਖਦੇ ਰਹਿੰਦੇ ਹੋ, ਅਕਸਰ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਹੈਗਾ ਉਹ ਦੇਖਦੇ ਰਹਿੰਦੇ ਹੋ, ਅਕਸਰ ਸਮਾਜ ਸੇਵਾ ਕਰਦਾ ਜਿਹੜਾ ਦੇਖਦੇ ਰਹਿੰਦੇ ਹੋ। ਪਰ ਮਨਦੀਪ ਕੌਰ ਟਾਂਗਰਾ ਬਣ ਤੱਕ ਦਾ ਸਫ਼ਰ ਜਿਹੜਾ ਉਹ ਕਿਸ ਤਰ੍ਹਾਂ ਦਾ ਰਿਹਾ ਆ, ਉਸ ਦੇ ਉੱਪਰ ਝਾਤ ਮਾਰਾਂਗੇ। ਸਭ ਤੋਂ ਪਹਿਲਾਂ ਮਨਦੀਪ ਜੀ ਦਾ ਸਵਾਗਤ ਕਰ ਲੈਂਦੇ ਹਾਂ, ਉਸ ਤੋਂ ਬਾਅਦ ਅਗਲੀ ਗੱਲਬਾਤ ਬਤਾਂਗੇ। ਮਨਦੀਪ ਜੀ, ਸਵਾਗਤ ਹੈ ਤੁਹਾਡਾ। ਥੈਂਕ ਯੂ ਜਸ ਜੀ, ਥੈਂਕ ਯੂ RMB ਟੈਲੀਵਿਜ਼ਨ ਦੀ ਤੇ ਤੁਹਾਡੀ ਸਾਰੀ ਟੀਮ ਦੀ। ਅੱਛਾ, ਜਿੰਨਾ ਕੁ ਮੈਂ ਤੁਹਾਡੇ ਬਾਰੇ ਪੜ੍ਹਿਆ ਆ, ਮਨਦੀਪ ਕੌਰ ਟਾਂਗਰਾ ਇੱਕ ਕੰਪਨੀ ਦੇ ਵਿੱਚ ਜੌਬ ਕਰਦੀ ਆ, ਉਸ ਤੋਂ ਬਾਅਦ ਹੌਲੀ ਚੱਲਦਿਆਂ ਤੇ ਇੱਕ ਆਪਣਾ ਮੁਕਾਮ ਜਿਹੜਾ ਉਹ ਹਾਸਲ ਕਰਦੇ ਨੇ। ਸਫ਼ਰ ਸੁਖਾਲਾ ਤਾਂ ਰਿਹਾ ਨਹੀਂ ਹੋਣਾ, ਕਿਵੇਂ ਦਾ ਸੀ ਸਫ਼ਰ? ਮੈਨੂੰ ਇੱਦਾਂ ਲੱਗਦਾ ਕਿ ਲੋਕ ਅਕਸਰ ਕਹਿੰਦੇ ਕਿ ਜੋ ਤੁਸੀਂ ਸੋਚੋ ਹੋ ਜਾਂਦਾ ਹੈ, ਤੇ ਬੜੀਆਂ ਬੁੱਕਸ ਵੀ ਇਹਦੇ ਤੇ ਲਿਖੀਆਂ ਗਈਆਂ ਕਿ ਤੁਸੀਂ ਜਿਸ ਚੀਜ਼ ਨੂੰ ਸ਼ਿੱਦਤ ਨਾਲ ਚਾਹੋ ਤੇ ਤੁਹਾਨੂੰ ਮਿਲ ਜਾਂਦੀ ਹੈ। ਤੇ ਮੈਂ ਵੀ ਇਸ ਚੀਜ਼ ਨੂੰ ਆਪਣੀ ਜ਼ਿੰਦਗੀ 'ਚ ਅਪਲਾਈ ਕੀਤਾ ਹੈ ਕਿ ਜੋ ਵੀ ਮੇਰਾ ਸੁਪਨਾ ਹੈ ਕਿ ਉਹ ਪੂਰਾ ਹੋ ਸਕਦਾ। ਕਈ ਵਾਰੀ ਅੱਜ ਵੀ ਮੈਂ ਬੜਾ ਕੁਝ ਬਹੁਤ ਵੱਡਾ ਕਹਿ ਦਿੰਦੀ ਆ ਜੀ, ਤੇ ਫਿਰ ਮੈਨੂੰ ਲੱਗਦਾ ਕਿ ਪਤਾ ਨਹੀਂ ਵਾਕਈ ਇਹ 20-30 ਸਾਲ ਬਾਅਦ ਸੱਚੀ ਮੁੱਚੀ ਇੱਦਾਂ ਨਾ ਹੋ ਜੇ। ਸੋ ਮੈਂ ਉਹਨਾਂ 'ਚੋਂ ਆ ਕਿ ਜਿਹੜੇ ਵਿਸ਼ਵਾਸ ਨੂੰ ਹੀ ਰੱਬ ਮੰਨਦੇ ਨੇ, ਤੇ ਮੈਨੂੰ ਲੱਗਦਾ ਹੈ ਕਿ ਜਿੰਨਾ ਜ਼ਿਆਦਾ ਤੁਸੀਂ ਆਪਣੇ ਆਪ ਤੇ ਬਿਲੀਵ ਕਰੀ ਜਾਓ ਕਿ ਤੁਸੀਂ ਹਰ ਉਹ ਚੀਜ਼ ਪਾ ਸਕਦੇ ਹੋ ਜਿਹਨੂੰ ਤੁਸੀਂ ਸਹੀ ਤਰੀਕੇ ਨਾਲ ਉਹਨੂੰ ਸੋਚੋ। ਹੁਣ ਮੈਂ ਇੱਥੇ ਬੈਠ ਕੇ ਕਹੀ ਜਾਵਾਂ ਕਿ ਨਹੀਂ ਮੈਨੂੰ ਮੈਨੂੰ ਤੇ ਕਾਲੀ ਮਰਸੀਡੀਜ਼ ਚਾਹੀਦੀ ਆ, ਰਾਈਟ? ਸੋ ਤੁਹਾਨੂੰ ਖੁਦ ਤੁਹਾਡਾ ਪਤਾ ਹੁੰਦਾ ਕਿ ਐਕਚੁਅਲ 'ਚ ਤੁਹਾਡੇ ਲਈ ਸਕਸੈਸ ਕੀ ਆ। ਸੋ ਮੈਨੂੰ ਇਹ ਲੱਗਦਾ ਕਿ ਮੇਰੇ ਲਈ ਜੋ ਸਕਸੈਸ ਸੀ ਜਾਂ ਹੈ, ਮੈਂ ਆਲਰੇਡੀ ਉੱਥੇ ਪਹੁੰਚ ਚੁੱਕੀ। ਅੱਛਾ, ਇੱਕ ਚੀਜ਼ ਹੋਰ ਦੱਸੋ, ਇਹ ਚੀਜ਼ ਕਦੇ ਸੋਚੀ ਸੀ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ IT ਕੰਪਨੀ, ਉਹ ਵੀ ਇੱਕ ਪਿੰਡ ਦੇ ਵਿੱਚ, ਇੱਕ ਪਿੰਡ ਦੀ ਕੁੜੀ ਨੇ ਸੋਚਿਆ, ਕਦੇ ਸੁਪਨਾ ਲਿਆ ਤੇ ਇਹ ਸੋਚਿਆ ਸੀ ਕਿ ਇਹ ਪੂਰਾ ਵੀ ਹੋਊਗਾ? ਉਹੀ ਨਾ ਕਿ ਤੁਰਦੇ ਰਾਹ ਬਣ ਜਾਂਦੇ ਨੇ। ਸੋ ਬਹੁਤ ਸਾਰੇ ਲੋਕ ਆ ਜਿਹੜੇ ਸ਼ੁਰੂ ਹੀ ਨਹੀਂ ਕਰਦੇ, ਉਹਨਾਂ ਨੂੰ ਲੱਗਦਾ ਕਿ ਤੁਸੀਂ ਵੀ ਇੱਕ ਚੈਨਲ ਚਲਾ ਰਹੇ ਹੋ,
ਹਨਾ। ਤੇ ਸਾਨੂੰ ਅਸੀਂ ਸੋਚ ਹੀ ਨਹੀਂ ਪਾਉਂਦੇ ਬੈਠ ਕੇ ਕਿ ਇੱਕ ਦਿਨ ਸਾਡਾ ਚੈਨਲ ਗੁਜਰਾਤੀ ਵਿੱਚ ਵੀ ਹੋਏਗਾ, ਬੰਗਲਾ ਵਿੱਚ ਵੀ ਹੋਏਗਾ, ਠੀਕ ਹੈ। ਤੇ ਤੁਸੀਂ ਇਦਾਂ ਨਹੀਂ ਸੋਚ ਰਹੇ, ਸੋਚ ਨਹੀਂ ਪਾਉਂਦੇ, ਹੁਣ ਨਹੀਂ ਸੋਚ ਪਾਉਂਦੇ, ਰਾਈਟ। ਪਰ ਜਿਹੜੇ ਲੋਕ ਔਖੇ ਤੋਂ ਔਖੇ ਪੜਾਅ ਜਿਹੜੇ ਆ ਉਹ ਸਬਰ ਨਾਲ ਪਾਰ ਕਰ ਜਾਂਦੇ ਆ, ਜਦੋਂ ਕਿ ਬਿਲਕੁਲ ਸਮਝੋ ਤੁਹਾਡੇ ਨਾਲ ਵਾਲਾ ਪਾਰਟਨਰ, ਤੁਹਾਡੇ ਮੰਮੀ, ਤੁਹਾਡੀ ਵਾਈਫ ਜਾਂ ਤੁਹਾਡੇ ਕੋਈ ਵੀ ਹੈ ਨਾ ਬੰਦਾ ਤੁਹਾਨੂੰ ਖੁਦ ਕਹਿ ਰਹੇ ਹੋਵੇ ਕਿ ਇੱਥੇ ਤੁਸੀਂ ਗਲਤ ਹੋ, ਤੁਸੀਂ ਨਹੀਂ ਕਰ ਸਕਦੇ, ਤੇ ਫਿਰ ਵੀ ਤੁਸੀਂ ਉਸ ਟਾਈਮ ਜਿਹੜਾ ਵਾ ਉਹ ਅੱਗੇ ਜੇ ਨਹੀਂ ਜਾਂਦੇ ਤੇ ਪਿੱਛੇ ਵੀ ਨਹੀਂ ਮੁੜਦੇ, ਤੁਸੀਂ ਸਬਰ ਕਰ ਲੈਂਦੇ ਹੋ, ਉੱਥੇ ਹੀ ਖੜੇ ਰਹਿੰਦੇ ਹੋ। ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਹਰ ਚੀਜ਼ ਜਿਹੜੀ ਆ ਉਹ ਤੁਸੀਂ ਪਾ ਸਕਦੇ ਹੋ। ਤੇ ਰਸਤੇ ਦੇ ਵਿੱਚ ਹੌਲੀ ਹੌਲੀ ਸਾਡਾ ਕੰਮ ਕੀ ਆ ਕਿ ਰੋਜ਼ ਪ੍ਰੋਬਲਮ ਸੋਲਵ ਕਰਨੀ, ਠੀਕ ਹੈ। ਆਪਣੇ ਆਪ ਨੂੰ ਐਨਰਜੈਟਿਕਲੀ ਲੈ ਕੇ ਆਉਣਾ, ਆਫਿਸ ਦੇ ਵਿੱਚ, ਆਪਣੇ ਕੰਮ ਦੇ ਵਿੱਚ, ਆਪਣੀ ਜੌਬ ਦੇ ਵਿੱਚ ਪੂਰੀ ਐਨਰਜੀ ਨਾਲ ਸਵੇਰੇ ਲੈ ਕੇ ਆਉਣਾ ਕਿ ਅੱਜ ਮੇਰੇ ਅੱਗੇ 20 ਪ੍ਰੋਬਲਮਸ ਹੋਣਗੀਆਂ ਤੇ ਰੱਬ ਨੇ ਮੈਨੂੰ ਚੁਣਿਆ ਹੈ ਉਹ ਪ੍ਰੋਬਲਮਸ ਨੂੰ ਸੋਲਵ ਕਰਨ ਲਈ। ਮੈਂ ਤੇ ਇਹੀ ਸੋਚ ਕੇ ਆਨੀ ਤੇ ਰੱਬ ਫਿਰ ਹੋਰ ਔਖੀਆਂ ਪ੍ਰੋਬਲਮਸ ਦਿੰਦਾ ਰਹਿੰਦਾ, ਹੋਰ ਚੈਲੰਜਸ ਜਿਹੜੇ ਮਿਲਦੇ ਰਹਿੰਦੇ। ਤੇ ਜਦੋਂ ਅਸੀਂ ਜ਼ਿੰਦਗੀ ਦੇ ਸੰਘਰਸ਼ਾਂ ਨੂੰ ਪਾਰ ਕਰਦੇ ਜਾਂਦੇ, ਜ਼ਿੰਦਗੀ ਦੀਆਂ ਔਕੜਾਂ ਨੂੰ ਜਿਹੜੇ ਲੰਘਦੇ ਜਾਂਦੇ ਆ, ਆਪਣੀ ਜ਼ਿੰਦਗੀ ਦੀਆਂ ਪ੍ਰੋਬਲਮ ਨੂੰ ਸੋਲਵ ਕਰਦੇ ਜਾਂਦੇ ਆ, ਨਾਲ ਨਾਲ ਦੂਸਰਿਆਂ ਦਾ ਵੀ ਧਿਆਨ ਰੱਖਦੇ ਆ, ਤੇ ਸਾਡੀ ਗਰੋਥ ਜਿਹੜੀ ਆ ਆਪਣੇ ਆਪ ਹੀ ਹੁੰਦੀ ਆ। ਮੈਨੂੰ ਲੱਗਦਾ ਕਿ ਐਕਚੁਅਲ 'ਚ ਸਾਡਾ ਕੰਮ ਇਹ ਹੈਗਾ ਕਿ ਰੋਜ਼ ਜਿਹੜੇ ਸਾਡੇ ਅੱਗੇ ਪ੍ਰੋਬਲਮ ਆਈ ਆ ਉਹਨੂੰ ਬੈਸਟ ਤਰੀਕੇ ਨਾਲ ਉਹਨੂੰ ਸੋਲਵ ਕਰਨਾ ਤੇ ਆਪਣੀ ਜ਼ਿੰਦਗੀ ਦਾ ਬੈਲੈਂਸ ਬਣਾ ਕੇ ਰੱਖਣਾ, ਕਿ ਜਿਹੜਾ ਕਿ ਤੁਹਾਨੂੰ 100 ਜਾਣੇ ਤੁਹਾਡਾ ਬੈਲੈਂਸ ਹਿਲਾਉਣ ਲਈ ਤੁਹਾਡੇ ਆਲੇ ਦੁਆਲੇ ਹੁੰਦੇ, ਪਰ ਤੁਸੀਂ ਜਿਹੜਾ ਵਾ ਟਿਕੇ ਰਹਿਣਾ। ਅੱਛਾ, ਇੱਕ ਚੀਜ਼ ਹੋਰ ਦੱਸਿਓ, ਤੁਸੀਂ ਸਾਥੀ ਦੀ ਗੱਲ ਕਰੀ ਹੈ, ਪਰਿਵਾਰ ਦੀ ਗੱਲ ਕਰੀ ਹੈ, ਤੁਹਾਡੀਆਂ ਕਈ ਪੋਸਟਾਂ ਦੇ ਉੱਪਰ ਝਾਤ ਮਾਰੀ ਤਾਂ ਤੁਹਾਡੇ ਪੋਸਟਾਂ ਦੇ ਵਿੱਚ ਇੱਕ ਪਿਤਾ ਜੀ ਦੀ ਚੱਕੀ ਦੀ ਜਿਹੜਾ ਜ਼ਿਕਰ ਆ ਉਹ ਬੜਾ ਆਉਂਦਾ ਆ, ਕੀ ਕਰਨਾ ਹੈ? ਦੇਖੋ, ਸਾਰੇ ਪੁੱਛਦੇ ਕਿ એનર્ਜੀ ਕਿੱਥੋਂ ਆਉਂਦੀ ਇੰਨੀ। ਸੋ ਕੱਲ ਵੀ ਕੋਈ ਮੇਰੇ ਕੋਲ ਮਹਿਮਾਨ ਆਏ ਸੀ ਤੇ ਉਹਨਾਂ ਨੂੰ ਮੈਂ ਇਹੀ ਦੱਸਿਆ ਕਿ એનર્ਜੀ ਇੱਥੋਂ ਆਉਂਦੀ ਜਦੋਂ ਘਰ ਤੋਂ, ਕਿਉਂਕਿ ਮੇਰੀ ਜਿਹੜਾ ਘਰ ਆ ਉਹ ਚੱਕੀ ਪੂਰੀ ਲੰਘ ਕੇ ਫੇਰ ਆਂਦਾ। ਸੋ ਚੱਕੀ ਲੱਗੀ ਹੋਈ ਆ, ਫਿਰ ਤੇਲ ਵਾਲੀ ਮਸ਼ੀਨ ਲੱਗੀ ਆ, ਫਿਰ ਰੂਮ ਪਿੰਜਾ ਵਾ, ਤੇ ਫਿਰ ਘਰ ਦਾ ਦਰਵਾਜ਼ਾ ਆਉਂਦਾ ਤੇ ਫਿਰ ਅਸੀਂ ਅੰਦਰ ਜਾਈਦਾ, ਰਾਈਟ। ਤੇ ਉਹ ਜਿਹੜੀ ਮਹਿਕ ਆ, ਠੀਕ ਹੈ, ਉਹੀ ਮੇਰੇ 'ਚ ਜਿਹੜੀ ਰੋਜ਼ એનર્ਜੀ ਭਰਦੀ, ਕਿਉਂਕਿ ਉਹ 34 ਇਅਰਸ ਦੀ ਮੈਂ ਹੋ ਗਈ ਹਾਂ ਤੇ 34 ਸਾਲ ਹੋ ਗਏ ਮੈਨੂੰ ਉੱਥੋਂ ਹੀ ਲੰਘਦੇ, ਰਾਈਟ। ਸੋ ਮੈਨੂੰ ਲੱਗਦਾ ਕਿ ਜਿੰਨੀ ਦੇਰ ਮੈਂ ਉੱਥੋਂ ਲੰਘਦੀ ਰਵਾਂਗੀ એનર્ਜੀ ਜਿਹੜੀ ਪੂਰੀ ਕਾਇਮ ਰਹੇਗੀ। ਪਲੱਸ ਮੇਰੇ ਪਾਪਾ ਦਾ ਕੰਮ ਬਹੁਤ ਹੀ ਜ਼ਿਆਦਾ ਲੇਬਰ ਇੰਟੈਂਸਿਵ ਵਰਕ ਸੀ ਕਿ ਉਹ ਪਹਿਲਾਂ ਕੋਈ ਮੁੰਡੇ ਵੀ ਨਹੀਂ ਰੱਖੇ ਹੁੰਦੇ ਸੀ ਤੇ ਖੁਦ ਹੀ ਸਾਰਾ ਕੰਮ ਕਰਨਾ। ਅੱਜ ਵੀ ਦੇਖੋ ਮੇਰੀ ਇੰਨੀ ਏਜ ਹੋ ਗਈ, ਮੈਨੂੰ ਪੂਰਾ ਯਾਦ ਆ ਮੇਰੇ ਫਾਦਰ ਕਿੱਦਾਂ ਕੰਮ ਕਰਦੇ ਸੀ, ਠੀਕ ਹੈ ਨਾ। ਟਰਾਲੀਆਂ ਤੋਂ ਪੂਰੀਆਂ ਗੰਢਾਂ ਢੋਣੀਆਂ, ਉਹਨਾਂ ਨੂੰ ਰੱਖਣਾ, ਆਟਾ ਪੀਣਾ, ਰਾਤ ਨੂੰ ਆਟਾ ਪੀਣਾ, ਪੂਰੀ ਗਰਮੀ 'ਚ, ਸਰਦੀ 'ਚ ਆਟਾ ਪੀਣਾ, ਰੂੰ ਪਿੰਜਾ ਚਲਾਉਣਾ, ਰੂੰ ਵਾਲੇ ਪਿੰਜੇ ਤੋਂ ਛੋਟਾ ਜਿਹਾ ਕਮਰਾ, ਉਹਦੇ ਅੰਦਰ ਜਾ ਕੇ ਰੂੰ ਕੱਢਣਾ ਗਰਮੀ 'ਚ, ਠੀਕ ਹੈ। ਸੋ ਤੇਲ ਨਾਲ ਅੱਖਾਂ ਪੂਰੀਆਂ, ਮਤਲਬ ਅੱਖਾਂ ਨੂੰ ਕੜੱਤਨ ਇੰਨੀ ਪੈਂਦੀ ਤੇਲ ਨਾਲ, ਠੀਕ ਹੈ। ਸੋ ਕੰਮ ਕੋਈ ਵੀ ਨਹੀਂ ਸੌਖਾ, ਕੰਮ ਕੋਈ ਵੀ ਨਹੀਂ ਸੌਖਾ। ਸੋ ਇੰਨਾ ਜ਼ਿਆਦਾ ਤੁਸੀਂ ਜਦੋਂ ਨਜ਼ਦੀਕੀ ਤੌਰ 'ਤੇ ਆਪਣੇ ਪੇਰੈਂਟਸ ਦਾ ਹਾਰਡਵਰਕ ਦੇਖ ਲੈਂਦੇ ਹੋ, ਉਹਨਾਂ ਦੀ ਜਿਹੜੀ ਬੋਡੀ ਦੀ ਤਾਕਤ ਜਿਹੜੀ ਉਹਨਾਂ ਨੇ ਤੁਹਾਡੇ ਤੇ ਲਾਤੀ ਆ, ਇੰਨੀ ਕਿਰਤ ਕਮਾਈ ਕਰਦੇ ਤੁਸੀਂ ਦੇਖ ਲੈਂਦੇ ਹੋ। ਤੇ ਮੈਨੂੰ ਲੱਗਦਾ ਕਿ ਜਿਹੜੇ ਬੱਚੇ ਆਪਣੇ ਪੇਰੈਂਟਸ ਨੂੰ ਇੰਨਾ ਕਲੋਜ਼ਲੀ ਮਹਿਸੂਸ ਕਰਦੇ ਨੇ, ਉਹਨਾਂ ਦੀ ਜਿੱਤ ਜਿਹੜੀ ਆ ਉਹ ਤੈਅ ਨਹੀਂ, ਯਕੀਨਨ ਆ ਕਿ ਯਕੀਨਨ ਜਿੱਤ ਜਿਹੜੀ ਆ ਹੋਣੀ ਪ੍ਰੋਵਾਈਡਡ ਕਿ ਜਿਹੜੇ ਪੇਰੈਂਟਸ ਆ ਉਹ ਵੀ ਕਿਰਤ ਕਮਾਈ ਕਰ ਰਹੇ ਨੇ, ਨੇਕ ਦਿਲ ਕਮਾਈ ਕਰ ਰਹੇ ਨੇ, ਉਹ 'ਚ ਕੋਈ ਬੇਈਮਾਨੀ ਨਹੀਂ ਆ, ਥੋੜੇ ਨਾ ਗੁਜ਼ਾਰਾ ਜਿਹੜਾ ਕਰ ਰਹੇ ਨੇ, ਤੇ ਉਹਨਾਂ ਨੂੰ ਜਿਹੜਾ ਅੰਦਰੋਂ એનર્ਜੀ ਆਪਣੇ ਬੱਚਿਆਂ ਨੂੰ ਟ੍ਰਾਂਸਫਰ ਕਰਦੇ, ਉਸ એનર્ਜੀ ਨਾਲ ਫਿਰ ਇਹੋ ਜਿਹੇ ਮੁਕਾਮ ਹਾਸਿਲ ਹੁੰਦੇ ਨੇ ਕਿ ਜਿਹੜਾ ਕਦੀ ਸੋਚਿਆ ਵੀ ਨਾ ਹੋਵੇ। ਜਿਹੜਾ ਬੱਚਾ ਖੁਦ ਦੀ ਫੀਸ ਲਈ ਇੰਨਾ ਸਟਰਗਲ ਕੀਤਾ ਹੋਵੇ ਤੇ ਉਹ 120 ਜਣਿਆਂ ਨੂੰ ਤਨਖਾਹ ਦੇਵੇ ਹਰ ਮਹੀਨੇ, ਉੱਥੋਂ ਤੱਕ ਪਹੁੰਚਣਾ ਜਿਹੜਾ ਵਾ ਉਹ ਇੱਕ ਤੁਹਾਡੇ ਅੰਦਰ ਦੀ એનર્ਜੀ ਤੁਹਾਨੂੰ ਲੈ ਕੇ ਆ ਸਕਦੀ ਉੱਥੋਂ ਤੱਕ। ਇਹ ਕੋਈ ਪੈਸਾ ਨਹੀਂ ਲੈ ਕੇ ਆ ਸਕਦਾ, ਕਿਸੇ ਦੀ ਸਹਾਇਤਾ ਨਹੀਂ ਲੈ ਕੇ ਆ ਸਕਦੀ, ਸਰਕਾਰ ਦੀ ਕੋਈ ਪਾਲਿਸੀ ਨਹੀਂ ਇਹ ਚੀਜ਼ ਕਰ ਸਕਦੀ ਜਿਹੜੀ ਕਿ ਤੁਹਾਡੇ ਅੰਦਰੂਨੀ એનર્ਜੀ ਤੁਹਾਡੇ ਕੋਲ ਜਿਹੜਾ ਮੁਕਾਮ ਹਾਸਿਲ ਕਰਵਾ ਸਕਦੀ ਹੈ। ਅੱਛਾ, ਇੱਕ ਚੀਜ਼ ਹੋਰ ਦੱਸੋ, ਜਦੋਂ ਬੰਦਾ ਪੜ੍ਹ ਲਿਖ ਜਾਂਦਾ ਆ, ਉਸ ਤੋਂ ਬਾਅਦ ਚਲੋ ਠੀਕ ਹੈ, ਇੱਕ ਆਪਣੀ ਕੰਪਨੀ ਸ਼ੁਰੂਆਤ ਕੀਤੀ, ਸਟਾਰਟ ਕੀਤੀ, 4 ਪੈਸੇ ਆਉਣ ਲੱਗ ਜਾਂਦੇ, ਬੰਦਾ ਕਹਿੰਦਾ ਚਲੋ ਠੀਕ ਹੈ, ਮੈਂ ਆਪਣੇ ਬਾਰੇ ਸੋਚਦਾ ਆ। ਤੁਹਾਨੂੰ ਅਕਸਰ ਦੇਖਦੇ ਹਾਂ ਸਮਾਜ ਸੇਵਾ ਕਰਦੇ ਨੂੰ, ਅਕਸਰ ਦੇਖਦੇ ਹਾਂ ਜਿਹੜੇ ਨੀਡੀ ਬੱਚੇ ਹੁੰਦੇ ਆ ਉਹਨਾਂ ਦੇ ਪੈਰਾਂ ਦੇ ਵਿੱਚ ਤੁਸੀਂ ਖੁਦ ਜਾ ਕੇ ਸ਼ੂਜ਼ ਜਿਹੜੇ ਪਾਉਣੇ ਹੋ, ਦੇਖ ਕੇ ਬੜਾ ਚੰਗਾ ਵੀ ਲੱਗਦਾ। ਇੱਕ ਸਵਾਲੀਆ ਚਿੰਨ੍ਹ ਵੀ ਖੜਾ ਹੁੰਦਾ ਕਿ ਯਾਰ ਇਹ ਕਿੱਧਰੋਂ ਸਮਾਜ ਸੇਵਾ ਵੱਲ, ਮਤਲਬ ਬਹੁਤੇ ਘੱਟ ਇਨਸਾਨ ਉਹ ਸੋਚਦਾ ਇਹ ਕਿੱਦਾਂ ਦਾ, ਕਿਵੇਂ ਬਣਿਆ, ਸਬੱਬ ਕਿਵੇਂ ਆਇਆ ਦਿਮਾਗ ਦੇ ਵਿੱਚ ਵੀ ਯਾਰ ਨਹੀਂ ਇਹਨਾਂ ਬਾਰੇ ਵੀ ਕੁਝ ਕੀਤਾ ਜਾਵੇ? ਦੇਖੋ, ਮੇਰਾ ਮਨ ਕਰਦਾ ਕਿ ਮੈਂ ਆਪਣੇ ਪੇਰੈਂਟਸ ਲਈ ਬੈਸਟ ਕਰਕੇ ਦਿਖਾਵਾਂ ਜੀ,
ਤੁਸੀਂ ਕੁਝ ਵੀ ਕਿਸੇ ਚੀਜ਼ ਨੂੰ ਅਚੀਵ ਕਰਨਾ ਤੇ ਤੁਹਾਡੇ ਮਨ 'ਚ ਕਲੈਰਿਟੀ ਬੜੀ ਹੋਣੀ ਚਾਹੀਦੀ ਕਿ ਤੁਸੀਂ ਕਿਉਂ ਕਰਨਾ। ਸੋ ਮੇਰੇ ਮਨ 'ਚ ਬਹੁਤ ਕਲੈਰਿਟੀ ਹੈ ਕਿ ਮੈਂ ਆਪਣੇ ਪੇਰੈਂਟਸ ਨੂੰ ਅੱਛਾ ਫੀਲ ਕਰਵਾਉਣ ਲਈ ਕਿ ਵਾਕਈ ਉਹਨਾਂ ਨੇ ਆਪਣੀ ਹਰ ਚੀਜ਼ ਦਾ ਤੇ ਲਾ ਕੇ ਮੈਨੂੰ ਬਣਾਇਆ ਤੇ ਅਸੀਂ ਕੁਝ ਕਰ ਸਕਦੇ ਹਾਂ। ਦੂਸਰਾ ਸੀ ਆਪਣੀ ਕਾਬਲੀਅਤ ਚੈੱਕ ਕਰਨ ਲਈ ਦੁਨੀਆ ਤੇ ਆਏ ਆ, ਨਾ ਕਿ ਪੈਸਾ ਕਮਾਉਣ ਲਈ। ਪੈਸਾ ਤੇ ਆਪੇ ਸੈਕੰਡਰੀ, ਸੈਕਿੰਡ ਥਰਡ ਨੰਬਰ ਤੇ ਪੈਸਾ ਵੀ ਆ ਜਾਏਗਾ, ਵਧੀਆ ਵਧੀਆ ਦੋਸਤ ਵੀ ਬਣ ਜਾਣਗੇ, ਠੀਕ ਹੈ। ਪਰ ਪਹਿਲੀ ਚੀਜ਼ ਕਿ ਰੱਬ ਨੇ ਸਾਨੂੰ ਸਾਡੀ ਬਾਡੀ ਤੇ ਸੋਲ 'ਚ ਕਿੰਨੀ ਤਾਕਤ ਦਿੱਤੀ ਆ, ਉਸ ਤਾਕਤ ਨੂੰ ਅਸੀਂ ਚੈੱਕ ਕਰਨ ਆਏ ਆ ਕਿ ਅੱਜ ਮੇਰੇ 'ਚ ਕਿੰਨੀ ਤਾਕਤ ਹੈ, ਠੀਕ ਹੈ। ਸੋ ਤਾਕਤ ਜਿਹੜੀ ਆ ਉਹ ਸਰੀਰ ਦੇ ਬਲ ਨਾਲ ਨਹੀਂ ਆਉਂਦੀ। ਬਹੁਤ ਜ਼ਿਆਦਾ ਲੋਕ ਨੇ ਕਿ ਜਿਹੜੇ ਜਿਮ ਜਾਂਦੇ ਨੇ, ਬਹੁਤ ਵਧੀਆ ਆਪਣੀ ਸਿਹਤ ਨੂੰ ਬਣਾ ਕੇ ਰੱਖਿਆ, ਪਰ ਮੈਂਟਲੀ ਤੌਰ ਤੇ ਪਰੇਸ਼ਾਨ ਨੇ ਤੇ ਸੁਸਾਈਡ ਕਰ ਲੈਂਦੇ ਨੇ, ਠੀਕ ਹੈ। ਬਹੁਤ ਸਾਰੇ ਲੋਕ ਆ ਜਿਹੜੇ ਅੱਛੇ ਕੱਪੜੇ ਪਾਉਂਦੇ ਨੇ, ਉਹਨਾਂ ਕੋਲ ਵਧੀਆ ਕਾਰਾਂ ਨੇ, ਠੀਕ ਹੈ, ਤੇ ਉਹਨਾਂ ਦੇ ਘਰ 'ਚ ਤਕਰੀਬਨ ਕਈ ਤਰ੍ਹਾਂ ਦੇ ਝਗੜੇ ਨੇ, ਰਾਈਟ। ਸੋ ਅਸੀਂ ਉਦੋਂ ਤੱਕ ਸਫਲਤਾ ਨਹੀਂ ਹਾਸਲ ਕਰ ਸਕਦੇ ਜਦੋਂ ਤੱਕ ਸਾਡੇ ਮਨ 'ਚ ਸਕੂਨ ਨਹੀਂ, ਜਦੋਂ ਤੱਕ ਸਾਨੂੰ ਆਪਣੇ ਨਾਲ ਪਿਆਰ ਨਹੀਂ, ਜਦੋਂ ਤੱਕ ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਸਫਲ ਹੋਣ ਲਈ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਖੁਸ਼ ਰੱਖਣਾ ਜਿਹੜਾ ਜ਼ਰੂਰੀ ਆ। ਤੇ ਖੁਸ਼ੀ ਦਾ ਮਤਲਬ ਮੁਸਕਰਾਉਣਾ ਨਹੀਂ, ਖੁਸ਼ੀ ਦਾ ਮਤਲਬ ਸਕੂਨ ਆ। ਸੋ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਆ, ਉਹਨੂੰ ਮਹਿਸੂਸ ਕਰ ਸਕਦੇ ਆ ਤੇ ਉਸ ਤੋਂ ਬਾਅਦ ਉਹਦੀ ਪ੍ਰੋਬਲਮ ਸੋਲਵ ਕਰਨਾ। ਕਈ ਲੋਕ ਸਿਰਫ ਮਹਿਸੂਸ ਕਰ ਸਕਦੇ ਕਿ ਅੱਛਾ ਤੈਨੂੰ ਬੁਖਾਰ ਚੜਿਆ, ਤੂੰ ਆਪਣਾ ਧਿਆਨ ਰੱਖੀ, ਠੀਕ ਹੈ, ਪਰ ਉਹ ਉਸ ਨੂੰ ਮਹਿਸੂਸ ਕਰਨ ਤੋਂ ਬਾਅਦ ਉਹਦਾ ਹੱਲ ਕੱਢਣਾ ਕਿ ਆਹ ਦਵਾਈ ਤੂੰ ਖਾਣੀ ਹੈ, ਮੈਂ ਵੀ ਖਾਧੀ ਸੀ, ਮੈਂ ਆਪਣੀ ਮੰਮੀ ਨੂੰ ਲੈ ਕੇ ਦਿੱਤੀ ਤੇ ਇਦਾਂ ਇਹਨੂੰ ਸੋਲਵ ਕਰਨਾ। 3 ਦਿਨ ਬਾਅਦ ਉਹਨੂੰ ਪੁੱਛਣਾ ਤੇਰਾ ਹੋ ਗਿਆ ਠੀਕ, ਘਟਿਆ ਕਿ ਵਧਿਆ, ਆਹ ਡਾਕਟਰ ਕੋ ਆਪਾਂ ਚੱਲੀਏ, ਠੀਕ ਹੈ। ਸੋ ਮਹਿਸੂਸ ਕਰਨਾ ਕਿ ਉਹਦੇ ਕੋਲ ਸ਼ੂਜ਼ ਨਹੀਂ ਹੈਗੇ, ਮਹਿਸੂਸ ਕਰਨਾ ਕਿ ਚਮੜੀ ਦੇ ਰੋਗ ਹੋ ਸਕਦੇ ਨੇ, ਮਹਿਸੂਸ ਕਰਨਾ ਕਿ ਉਹਦੇ ਤੋਂ ਢਿੱਡ 'ਚ ਕੀੜੇ ਹੋਣਗੇ, ਅਨੀਮਿਕ ਹੋ ਜਾਏਗਾ ਬੰਦਾ, ਉਹਨੂੰ ਹੋਰ ਬਿਮਾਰੀਆਂ ਲੱਗਣਗੀਆਂ ਬੱਚੇ ਨੂੰ, ਤੇ ਉਸ ਤੋਂ ਬਾਅਦ ਉਹਦੇ ਪੇਰੈਂਟਸ ਦੇ ਵੀ ਪੈਸੇ ਲੱਗਣਗੇ, ਉਹ ਤੇ ਪਹਿਲਾਂ ਹੀ ਗਰੀਬ ਨੇ, ਤੇ ਉਸ ਤੋਂ ਬਾਅਦ ਉਹਦਾ ਹੱਲ ਕਰਨਾ ਕਿ ਉਹਨੂੰ ਸ਼ੂਜ਼ ਲੈ ਕੇ ਦਈਏ, ਉਹਨੂੰ ਸ਼ੌਂਕ ਪੈਦਾ ਹੋਵੇ ਕਿ ਮੈਂ ਸਾਫ਼ ਕਰਕੇ ਤੇ ਫਿਰ ਬੂਟ ਪਾਣੇ ਆ, ਹਨਾ, ਆਪਣੇ ਪੈਰਾਂ ਨੂੰ। ਸੋ ਜਦੋਂ ਤੁਹਾਨੂੰ ਇਹਨੂੰ ਆਪਾਂ ਇੰਗਲਿਸ਼ 'ਚ ਕੰਪੈਸ਼ਨ ਕਹਿ ਦਿੰਦੇ ਕਿ ਕਿਸੇ ਨੂੰ ਮਹਿਸੂਸ ਕਰਨਾ ਤੇ ਫਿਰ ਉਸ ਪ੍ਰੋਬਲਮ ਦਾ ਤੁਸੀਂ ਹੱਲ ਕਰਨਾ। ਜਿਹੜੇ ਲੋਕ ਇਹ ਚੀਜ਼ ਕਰਦੇ ਰਹਿਣਗੇ ਉਹਨਾਂ ਦੇ ਮਨ 'ਚ ਜਿਹੜਾ ਸਕੂਨ ਹੁੰਦਾ ਰਹੇਗਾ, ਉਹ ਖੁਸ਼ ਰਹਿਣਗੇ, ਮੇਰੇ ਵਾਂਗੂ ਵਧੀਆ ਸੌਂ ਸਕਦੇ ਨੇ, ਠੀਕ ਹੈ, ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਨੂੰ ਜੀ ਸਕਦੇ ਨੇ। ਤੇ ਜਿਹੜੇ ਲੋਕ ਆਪਣੇ ਆਪ ਨੂੰ ਸਕੂਨ ਪਹੁੰਚਾ ਸਕਦੇ ਨੇ, ਉਹ ਵੱਧ ਸੋਚ ਸਕਦੇ ਨੇ, ਉਹ ਹੋਰ ਕ੍ਰੀਏਟਿਵ ਹੋ ਸਕਦੇ ਨੇ, ਉਹ ਆਰਾਮ ਨਾਲ ਬੈਠ ਕੇ ਜਿੰਨੀਆਂ ਉਹਨਾਂ ਦੀ ਜ਼ਿੰਦਗੀ 'ਚ ਪ੍ਰੋਬਲਮ ਆ ਰਹੀਆਂ, ਭਾਵੇਂ ਬਿਜ਼ਨਸ ਭਾਵੇਂ ਪਰਸਨਲ, ਉਹਨਾਂ ਨੂੰ ਸੋਲਵ ਕਰ ਸਕਦੇ ਨੇ। ਉਹਨਾਂ 'ਚ ਸਬਰ ਵੱਧ ਆਏਗਾ ਤੇ ਉਹ ਵੱਧ ਪਰਫਾਰਮ ਕਰਨਗੇ। ਪੈਸੇ ਵੱਧ ਨਾਲ ਤੁਹਾਡਾ ਬਿਜ਼ਨਸ ਅੱਗੇ ਨਹੀਂ ਜਾਣਾ, ਤੁਹਾਡਾ ਖੁਦ ਦਾ ਵੱਧ ਅੰਦਰੂਨੀ ਸ਼ਕਤੀ ਹੋਣ ਨਾਲ ਤੁਸੀਂ ਅੱਗੇ ਜਾਣਾ। ਸੋ ਇਹ ਚੀਜ਼ ਸਮਝਣ ਦੀ ਲੋੜ। ਜਦੋਂ ਤੁਸੀਂ ਕਿਹਾ ਕਿ ਖੁਸ਼ੀ ਮਿਲਦੀ ਆ, ਆਪਣੇ ਆਪ ਨੂੰ ਸਕੂਨ, ਜੇਕਰ ਤੁਸੀਂ ਖੁਸ਼ ਰਹਿਣਾ ਆਪਣੇ ਆਪ ਨੂੰ ਸਕੂਨ ਦਿਓ। ਜੇ ਹੁਣ ਆਪਣੇ ਆਪ ਨੂੰ ਸਕੂਨ, ਚਲੋ ਠੀਕ ਆ, ਬੰਦਾ ਸਮਝਾ ਲੂਗਾ, ਪਰ ਆਲਾ ਦੁਆਲਾ ਜਿਹੜਾ ਹੈਗਾ ਉਹ ਉਂਗਲਾਂ ਕਰਨੀਆਂ, ਲੱਤਾਂ ਖਿੱਚਣੀਆਂ, ਉਹ ਨਹੀਂ ਹਟਦਾ। ਫਿਰ ਬੰਦਾ ਕਹਿੰਦਾ ਮੈਂ ਕਿਵੇਂ ਖੁਸ਼ ਰਹਾਂ, ਕਦੇ ਨਾ ਕਦੇ ਤਾਂ ਇਕੱਲੇ ਬੈਠੇ ਯਾਦ ਆ ਜਾਂਦਾ ਉਹਨੇ ਆਹ ਗੱਲ ਕਹੀ ਸੀ, ਉਹਨੇ ਆਹ ਗੱਲ ਕਹੀ ਸੀ, ਫਿਰ ਉਦੋਂ ਕਿਵੇਂ ਆਪਦੇ ਆਪ ਨੂੰ ਸੰਭਾਲੇ? ਸੋ 2 ਚੀਜ਼ਾਂ ਨੇ, ਜਿੰਨੇ ਜਿਹੜੀ ਗੱਲ ਕਹੀ ਆ ਉਹਨੂੰ ਟ੍ਰਿਗਰ ਬਣਾ ਕੇ ਰੱਖੋ ਕਿ ਭੂਆ ਜੀ ਨੇ ਆਹ ਗੱਲ ਕਹੀ ਸੀ, ਠੀਕ ਹੈ, ਮੇਰੇ ਕਜ਼ਨ ਨੇ ਆਹ ਗੱਲ ਕਹੀ, ਮੇਰੇ ਦੋਸਤ ਨੇ, ਗੁਆਂਢੀ ਨੇ ਆਹ ਵਾਲਾ ਮੇਣਾ ਮਾਰਤਾ, ਠੀਕ ਹੈ, ਤੇ ਉਹਨੂੰ ਟ੍ਰਿਗਰ ਬਣਾ ਕੇ ਰੱਖੋ, ਠੀਕ ਹੈ। ਟ੍ਰਿਗਰ ਬਣਾ ਕੇ ਰੱਖੋਗੇ ਅੰਦਰ ਤੇ ਉਹ ਫਿਰ ਤੁਹਾਡਾ ਹੋਰ ਤੁਹਾਡੇ 'ਚ ਜਾਨ ਹੋਣੀ ਚਾਹੀਦੀ ਕਿ ਉਹਨੇ ਮੈਨੂੰ ਇਹ ਗੱਲ ਕਹੀ ਸੀ ਤੇ ਆਪਾਂ ਉਹ ਗੱਲ ਕਈ ਸੀ ਨੂੰ ਆਪਣੇ ਤੇ ਨੈਗੇਟਿਵ ਪ੍ਰਭਾਵ ਨਹੀਂ ਪਾ ਲੈਣਾ ਕਿ ਹੁਣ ਮੇਰੇ ਕੋਲ ਉੱਠਿਆ ਹੀ ਨਹੀਂ ਜਾ ਰਿਹਾ, ਹੁਣ ਉਹਨੇ ਉਹ ਗੱਲ ਕਹਿਤੀ ਤੇ ਇਸ ਕਰਕੇ ਸਾਨੂੰ ਹੋਰ ਵਧੀਆ ਜਿਹੜਾ ਪਰਫਾਰਮ ਕਰਨਾ ਚਾਹੀਦਾ। ਬਾਕੀ ਦੁਨੀਆ ਆਪਾਂ ਜਿਸ ਤਰ੍ਹਾਂ ਦੇ ਸਾਨੂੰ ਐਕਸੈਪਟ ਕਰ ਰਹੀ ਆ, ਸਾਨੂੰ ਕ੍ਰਿਟਿਸਾਈਜ਼ ਵੀ ਕਰ ਰਹੀ, ਸਾਨੂੰ ਤਾਰੀਫ ਵੀ ਕਰ ਰਹੀ ਸਾਡੀ। ਸੋ ਦੁਨੀਆ ਜਿਸ ਤਰ੍ਹਾਂ ਦੀ ਹੈ ਉਸ ਨੂੰ ਉਸ ਤਰ੍ਹਾਂ ਐਕਸੈਪਟ ਕਰਨਾ ਸਿੱਖਣਾ ਚਾਹੀਦਾ, ਠੀਕ ਹੈ। ਤੇ ਜਿਹੜੇ ਜ਼ਿਆਦਾ ਦੁਖੀ ਕਰਦੇ ਆ ਕਿ ਬਹੁਤ ਹੀ ਹਰਟ ਕਰਤਾ ਵੀ ਅੱਤੀ ਮਚਾਤੀ ਹੈ ਨਾ, ਉਹ ਫਿਰ ਉਹਨਾਂ ਤੇ ਤਰਸ ਕਰੋ, ਠੀਕ ਹੈ। ਸੋਚੋ ਉਹਨਾਂ ਨੂੰ, ਉਹ ਬਿਮਾਰ ਨੇ, ਉਹਨਾਂ ਨੂੰ ਤੇ ਜਾਂ ਉਹ ਇਹੋ ਜਿਹੇ এনवायरमेंट 'ਚ ਪਲੇ ਨੇ ਕਿ ਉਹਨਾਂ ਨੇ ਇਦਾਂ ਹੀ ਰਹਿਣਾ ਵਾ, ਰਾਈਟ। ਤੁਸੀਂ ਖੁਦ ਤੁਹਾਡਾ ਵਿਸ਼ਾਲ ਹੈ ਵਿਜ਼ਨ, ਠੀਕ ਹੈ, ਤੁਸੀਂ ਇੱਕ ਅੱਛਾ ਚੈਨਲ ਬਣਾਉਣਾ ਚਾਹੁੰਦੇ ਹੋ, ਤੁਹਾਨੂੰ ਪਤਾ ਹੈ ਕਿ ਤੁਹਾਡੀ 3-4 ਜਣਿਆਂ ਦੀ ਵਧੀਆ ਟੀਮ ਆ, ਜਿੱਥੇ ਤੁਸੀਂ ਇੱਕ ਦਿਨ 'ਚ 3 ਵੀਡੀਓ ਕਰਦੇ ਤੁਸੀਂ 6 ਵੀ ਕਰ ਸਕਦੇ ਜੇ, ਤੁਸੀਂ ਇਹਨੂੰ ਕਿਸੇ ਹਿੰਦੀ 'ਚ ਵੀ ਕਰ ਸਕਦੇ, ਇਹਨੂੰ ਹੋਰ ਵੱਡਾ ਜਿਹੜਾ ਉਹ ਕਰ ਸਕਦੇ ਹੋ। ਸੋ ਦੂਸਰਿਆਂ ਨੂੰ ਇਹ ਨਾ ਸੋਚੋ ਕਿ ਤੁਹਾਡੇ ਨਾਲ ਗਰੋ ਕਰਨ, ਠੀਕ ਹੈ। ਤੁਸੀਂ ਦੂਸਰਿਆਂ, ਤੁਹਾਡੇ ਜਿਹੜੇ ਤੁਹਾਡਾ ਸਰਕਲ ਆ,
ਕੋਈ ਤੁਹਾਡਾ ਦੋਸਤ ਹੋਏਗਾ ਜੋ ਅਖੀਰ ਤੱਕ ਤੁਹਾਡੇ ਨਾਲ ਜਾਏਗਾ, ਉਹੀ ਜਾ ਸਕਦਾ ਜਿਹੜਾ ਸੋਚ ਵਿੱਚ ਤੇ ਵਿਜ਼ਨ ਵਿੱਚ ਤੁਹਾਡੇ ਨਾਲ ਗਰੋ ਕਰ ਰਿਹਾ। ਸੋ ਤੁਸੀਂ ਦੂਸਰਿਆਂ ਤੋਂ ਇਹ ਆਸ ਨਾ ਰੱਖੋ ਕਿ ਅੱਜ ਮੇਰਾ ਗੁਆਂਢੀ ਕਹਿ ਰਿਹਾ ਸੀ ਕਿ ਤੁਹਾਡੀਆਂ 3 ਵੀਡੀਓ ਆਈਆਂ ਤੇ ਤੁਸੀਂ ਬਹੁਤ ਹੀ ਵਧੀਆ ਹੋ, ਤੇ ਕੱਲ ਜਦੋਂ 6 ਹੋ ਗਈਆਂ ਤੇ ਉਹ ਕੁਝ ਕਹਿ ਨਹੀਂ ਰਿਹਾ ਜਾਂ ਹੁਣ ਨਹੀਂ ਕਹਿ ਰਿਹਾ ਕਿ ਵਧੀਆ, ਉਹਦੀ ਸੋਚ ਹੀ ਉਨੀ ਹੈ। ਸੋ ਤੁਹਾਨੂੰ ਹੁਣ ਅੱਗੇ ਉਹੋ ਜਿਹੇ ਸਰਕਲ ਦੀ ਲੋੜ ਹੈ ਕਿ ਜਿਹੜਾ ਤੁਹਾਨੂੰ 6 ਤੇ ਕਵੇ ਕਿ ਤੂੰ ਬਹੁਤ ਵਧੀਆ ਕਰ ਰਿਹਾ, ਰਾਈਟ। ਸੋ ਉਹ ਹਰ ਇੱਕ ਦੀ ਇੱਕ ਆਪਣੀ ਬਕਟ 'ਚ ਪਾ ਕੇ ਰੱਖੋ, ਉਸ ਤਰ੍ਹਾਂ ਹੀ ਤੁਸੀਂ ਉਹਨਾਂ ਨੂੰ ਮਿਲੋ। ਦੂਸਰਿਆਂ ਤੋਂ ਐਕਸਪੈਕਟ ਨਾ ਕਰੋ ਕਿ ਉਹ ਤੁਹਾਨੂੰ ਤੁਹਾਡੀ ਗਰੋਥ ਵਿੱਚ, ਤੁਹਾਡੇ ਵਿਜ਼ਨ 'ਚ, ਜ਼ਿੰਦਗੀ 'ਚ ਅੱਗੇ ਵਧਣ ਨਾਲ ਤੁਹਾਡੇ ਨਾਲ ਜਿਹੜਾ ਉਹ ਚੱਲਦਾ ਰਵੇ। ਨਾਲ ਕਿਸੇ ਨੇ ਵੀ ਨਹੀਂ ਰਹਿਣਾ ਦੁਨੀਆ ਤੇ, ਇਕੱਲੇ ਆਏ ਤੇ ਇਕੱਲੇ ਜਾਣਾ। ਇਹ ਚੀਜ਼ਾਂ ਦਾ ਸਾਹਮਣਾ ਤਾਂ ਮਨਦੀਪ ਜੀ ਤੁਹਾਨੂੰ ਵੀ ਕਰਨਾ ਪਊਗੀ। ਮਤਲਬ ਸ਼ਾਇਦ ਕਾਫੀ ਪੁਰਾਣੀਆਂ ਵੀਡੀਓਜ਼ ਦੇਖੀਆਂ ਨੇ ਜਿਹਦੇ ਵਿੱਚ ਸ਼ਾਇਦ ਮਨਦੀਪ ਨੂੰ ਰੋ ਕੇ ਵੀ ਇਹ ਚੀਜ਼ਾਂ ਜਿਹੜੀਆਂ ਨੇ ਹਨਾ ਲੋਕਾਂ ਮੂਹਰੇ ਦੱਸਣੀਆਂ ਪਈਆਂ ਕਿ ਮੈਂ ਇਦਾਂ, ਮੈਂ ਨਹੀਂ, ਕਿਉਂਕਿ ਉਂਗਲਾਂ ਚੁੱਕਣ ਵਾਲੇ ਬਹੁਤ ਆ। ਇਹ ਚੀਜ਼ਾਂ ਤਾਂ ਤੁਸੀਂ ਵੀ ਆਪਣੇ ਆਪ ਨੂੰ ਸੰਭਾਲਿਆ। ਹਾਂ ਬਿਲਕੁਲ, ਦੇਖੋ ਸਾਰਿਆਂ ਤੇ ਦੌਰ ਆਉਂਦਾ, ਵਕਤ ਦੇ ਨਾਲ ਹੀ ਮੈਚੁਰਿਟੀ ਆਉਂਦੀ ਆ। ਜੋ ਮੈਂ 26 ਸਾਲ ਦੀ ਉਮਰ 'ਚ ਹੀ ਮੇਬੀ ਹੁਣ 34 'ਚ ਨਹੀਂ ਆ, ਹੁਣ ਮੈਨੂੰ ਸਮਝ ਆ ਗਈ ਹੌਲੀ। ਸੋ ਉਦੋਂ ਵੀ ਲੋਕ ਕਹਿੰਦੇ ਸੀ ਕਿ ਨਹੀਂ ਇੰਨਾ ਬੋਦਰ ਕਰਨਾ ਚਾਹੀਦਾ ਹਨਾ, ਪਰ ਆਪਾਂ ਬੋਦਰ ਜਿਹੜਾ ਉਹ ਕਰਦੇ ਆ। ਬਟ ਮੈਂ ਤੇ ਥੈਂਕਫੁਲ ਆ, ਜਿੰਨਾ ਜ਼ਿਆਦਾ ਲੋਕੀ ਤੁਹਾਨੂੰ ਮੈਂਟਲੀ ਟੌਰਚਰ, ਹਰਾਸ, ਪਰੇਸ਼ਾਨ ਕਰਦੇ ਨੇ, ਓਨਾ ਹੀ ਕਈ ਲੋਕ ਇਹਨੂੰ ਲੈਂਦੇ ਕਿ ਮੇਰਾ ਜੀ ਬਹੁਤ ਸਿਰ ਦਰਦ ਹੋ ਗਿਆ ਤੇ ਮੈਂ ਬਹੁਤ ਵੀਕ ਹੋ ਗਿਆ ਵਾਂ ਹਨਾ, ਕਿ ਮੈਂ ਇੰਨਾ ਪਰੇਸ਼ਾਨ ਨਹੀਂ ਝੱਲੀ ਆਪਣੇ ਪਾਸਟ ਵਿੱਚ। ਪਰ ਮੈਨੂੰ ਲੱਗਦਾ ਹੈ ਕਿ ਤੁਸੀਂ ਇਹਨੂੰ ਇਸ ਤਰ੍ਹਾਂ ਵੀ ਲੈ ਸਕਦੇ ਹੋ ਕਿ ਮੈਨੂੰ ਜਿਵੇਂ ਰੋਜ਼ ਐਕਸਰਸਾਈਜ਼ ਕਰਕੇ ਤੇ ਮੇਰੀ ਮਸਲ ਸਟਰੈਂਥ ਬਣਦੀ ਆ, ਉਦਾਂ ਹੀ ਇਹ ਜਦੋਂ ਨੈਗੇਟਿਵ ਚੀਜ਼ਾਂ ਹੁੰਦੀਆਂ ਤੇ ਇਹ ਵੱਧ ਤੋਂ ਵੱਧ ਹੋਣ ਤੇ ਤੁਹਾਡੀ ਜਿਹੜੀ ਮਾਨਸਿਕ ਤੌਰ ਤੇ ਸਟਰੈਂਥ ਬਣਦੀ ਆ। ਜਦੋਂ ਸਮਝੋ ਕਿ ਤੁਹਾਡਾ ਬਹੁਤ ਨੇੜਲਾ ਬੰਦਾ ਤੁਹਾਨੂੰ ਛੱਡ ਗਿਆ, ਠੀਕ ਹੈ ਨਾ, ਤੁਸੀਂ 30 ਸਾਲ ਦਾ ਦੋਸਤ ਤੁਹਾਨੂੰ ਛੱਡ ਗਿਆ, ਤੇ ਉਸ ਤੋਂ ਬਾਅਦ ਜਿਹੜਾ 3 ਸਾਲ ਦਾ ਦੋਸਤ ਬਣਿਆ ਹੋਊਗਾ ਨਾ, ਤੁਹਾਨੂੰ ਫਰਕ ਨਹੀਂ ਪੈਣਾ। ਉਹਨੇ ਕਹਿਣਾ ਕਿ ਯਾਰ ਮੈਂ 3 ਸਾਲ ਬਾਅਦ ਆਪਣੀ 3 ਸਾਲ ਦੋਸਤੀ ਰਹੀ, ਤੇ 3 ਸਾਲ ਬਾਅਦ ਤੂੰ ਮੈਨੂੰ ਬਾਅਦ ਚੋਂ ਪੁੱਛਿਆ ਹੀ ਨਹੀਂ ਕਿ ਮੈਂ ਤੇਰੇ ਨਾਲ ਨਾਰਾਜ਼ ਹੋ ਗਿਆ ਤੇ ਤੂੰ ਮੈਨੂੰ ਮਨਾਇਆ ਨਹੀਂ। ਤੇ ਤੁਹਾਡੇ ਮਾਈਂਡ 'ਚ ਇੱਕ ਐਗਜ਼ਾਮਪਲ ਹੋਏਗੀ ਕਿ ਮੈਂ 30 ਸਾਲ ਵਾਲਾ ਦੋਸਤ ਛੱਡਿਆ ਤੇ ਮੇਰੇ ਮਾਈਂਡ ਦੀ ਉਹ ਸਟਰੈਂਥ ਬਣੀ ਕਿ ਜੇ ਉਹ ਛੱਡ ਸਕਦਾ ਤੇ 3 ਸਾਲ ਵਾਲਾ ਤੇ ਕੁਝ ਵੀ ਨਹੀਂ ਆ, ਠੀਕ ਹੈ ਨਾ। ਸੋ ਕਈ ਚੀਜ਼ਾਂ ਇਹ ਕਿ ਤੁਹਾਡੇ 'ਚ ਹੋਰ ਸਬਰ ਲੈ ਕੇ ਆਉਣ ਲਈ, ਤੁਹਾਨੂੰ ਮਾਨਸਿਕ ਤੌਰ ਤੇ ਹੋਰ ਸਟਰੋਂਗ ਕਰਨ ਲਈ ਜ਼ਿੰਦਗੀ 'ਚ ਆਉਂਦੀਆਂ। ਸੋ ਹਰ ਚੀਜ਼ ਨੂੰ ਜਿਹੜਾ ਉਹ ਪੋਜ਼ਿਟਿਵਲੀ ਲੈਣਾ ਬੜਾ ਜ਼ਰੂਰੀ, ਕਿਉਂਕਿ ਜ਼ਿੰਦਗੀ ਇਦਾਂ ਹੀ ਜੀ ਜਾ ਸਕਦੀ ਆ। ਇਹ ਜਦੋਂ ਸਾਡੇ ਕੋਲ ਔਖਾ ਸਮਾਂ ਆਉਂਦਾ ਵਾ ਤੇ ਉਹ ਸੈਡ ਹੋ ਕੇ ਅਸੀਂ ਆਪਣੀ એનર્ਜੀ ਵੇਸਟ ਕਰ ਦਿੰਦੇ ਆ ਤੇ ਫਿਰ ਅੱਗੇ ਨਹੀਂ ਵੱਧਦੇ। ਲੋਕੀ ਤੇ ਅੱਗੇ ਚਾਹੁੰਦੇ ਨੇ ਕਿ ਤੁਸੀਂ ਅੱਗੇ ਨਾ ਵਧੋ, ਕਿ ਅੱਜ ਤੁਹਾਨੂੰ ਬੁਖਾਰ ਆ ਤੇ ਗੁਆਂਢੀ ਨੇ ਕਹਿ ਦੇਣਾ ਕਿ ਹਾਂਜੀ ਯਾਰ ਅੱਜ ਨਾ ਤੂੰ ਜਾਈ, ਅੱਜ ਬੁਖਾਰ ਆ, ਅੱਜ ਮੀਂਹ ਪੈ ਗਿਆ, ਹੁਣ ਤੁਸੀਂ ਅੱਜ ਮੀਂਹ 'ਚ ਆਏ ਜੇ ਤਾਂ ਮੈਨੂੰ ਤੇ ਵਧੀਆ ਲੱਗ ਰਿਹਾ, ਠੀਕ ਹੈ ਨਾ। ਸੋ ਇਸ ਤਰ੍ਹਾਂ ਦੇ ਜਜ਼ਬੇ ਦੀ ਜਿਹੜੀ ਲੋੜ ਆ ਕਿ ਮੀਂਹ ਹੋਵੇ, ਹਨੇਰੀ ਹੋਵੇ, ਆਪਾਂ ਜਿਹੜਾ ਆਪਣਾ ਜੋ ਸੋਚਿਆ ਕੰਮ ਆ ਉਹਨੂੰ ਮੁਕੰਮਲ ਕਰਨਾ ਹੀ ਕਰਨਾ। ਇਹ 'ਚ ਮੈਂ ਛੋਟੀ ਜੀ ਗੱਲ ਐਡ ਕਰਦੀ ਜਿਹੜੀ ਤਕਰੀਬਨ ਹਰ ਇੰਟਰਵਿਊ 'ਚ ਮੈਂ ਦੱਸਦੀ ਹਾਂ ਕਿ 5 ਸਾਲ ਦੀ ਮੈਂ ਆਪਣੀ ਡਿਗਰੀ 'ਚ ਕਦੀ ਛੁੱਟੀ ਨਹੀਂ ਕੀਤੀ। ਇੱਥੋਂ ਰੋਜ਼ LPU ਜਾਂਦੀ ਸੀ, ਠੀਕ ਹੈ, ਲੋਕਲ ਬੱਸਾਂ ਤੇ, ਕਦੀ ਕੋਈ ਲੈਕਚਰ ਨਹੀਂ ਮਿਸ ਕੀਤਾ, ਠੀਕ ਹੈ। ਮੈਂ ਆਪਣੇ ਕਾਲਜ ਦੀ ਟੌਪਰ ਸੀ। ਸੋ ਉਹੀ ਹੈ ਕਿ ਤੇ ਮੇਰੀ ਲਰਨਿੰਗ ਕਿੰਨੀ ਹੋ ਗਈ, ਉਹ ਟੌਪਰ ਤੇ ਇੱਕ ਵੱਖਰੀ ਗੱਲ ਆ, ਮੈਂ ਸਿੱਖਿਆ ਕਿੰਨਾ ਹੋਏਗਾ। ਸੋ ਕੰਸਿਸਟੈਂਟ ਰਹਿਣ ਦਾ, ਮੀਂਹ ਹੋਵੇ, ਹਨੇਰੀ ਹੋਵੇ, ਜੋ ਮਰਜ਼ੀ ਹੋਵੇ। ਅੱਜ ਹੁਣ ਮੈਂ ਕਿਤੇ ਜਾਣਾ ਹੋਵੇ ਤੇ ਮੀਂਹ ਹਨੇਰੀ ਹੋਵੇ ਤੇ ਮੈਨੂੰ ਫਰਕ ਹੀ ਨਹੀਂ ਪੈਂਦਾ, ਕਿਉਂਕਿ ਮੈਂ 5 ਸਾਲ ਕਾਲਜ 'ਚ ਕਦੀ ਛੁੱਟੀ ਨਹੀਂ ਕੀਤੀ ਤੇ ਮੈਨੂੰ ਲੱਗਦਾ ਕਿ ਮੈਂ ਤੇ ਕਿਸੇ ਵੀ ਮੌਸਮ 'ਚ ਜਾ ਸਕਦੀ। ਸੋ ਉਹ ਜਜ਼ਬਾ ਚਾਹੀਦਾ ਕਿ ਜੋ ਮਰਜ਼ੀ ਹੋਵੇ, ਪਰਸਨਲੀ, ਪ੍ਰੋਫੈਸ਼ਨਲੀ, ਕਲਾਈਮੇਟ, ਆਸੇ-ਪਾਸੇ ਜੋ ਤੁਸੀਂ ਮਿੱਥਿਆ ਅੱਜ ਦੇ ਦਿਨ 'ਚ ਮੈਂ ਕੀ ਕਰਨਾ, ਉਹਨੂੰ ਜ਼ਰੂਰ ਮੁਕੰਮਲ ਕਰੋ। ਅੱਛਾ, ਮਨਦੀਪ ਨੂੰ ਇਹਨਾਂ ਚੀਜ਼ਾਂ ਨੇ ਕਿੰਨਾ ਕੁ ਸਟਰੋਂਗ ਕਰਤਾ ਫਿਰ? ਜੋ ਚੀਜ਼ਾਂ ਤੁਹਾਨੂੰ ਮਿਲਦੀਆਂ ਨੇ ਹੁਣ ਕਿੰਨਾ ਕੁ ਸਟਰੋਂਗ ਹੋ ਗਈ? ਦੇਖੋ ਅੱਗੋਂ ਹੋਰ ਵੱਡੇ ਚੈਲੰਜ ਆਉਂਦੇ ਜਾਂਦੇ ਨਾ, ਮੈਂ ਤੇ ਸਟਰੋਂਗ ਹੀ ਹੋ ਰਹੀ ਹਾਂ ਕਿਉਂਕਿ ਮੈਂ ਐਮ ਵੈਰੀ ਪੋਜ਼ਿਟਿਵ ਪਰਸਨ। ਸੋ ਜੋ ਤੁਸੀਂ ਪਿਛਲੇ ਕ੍ਰਿਟਿਸਿਜ਼ਮ ਦੇਖਿਆ ਹੋਏਗਾ ਕਿ ਪਤਾ ਅੱਜ ਮੈਂ ਉਸ ਤੋਂ ਹੋਰ ਵੱਡੀ ਪ੍ਰੋਬਲਮ ਚੋਂ ਜਿਹੜੀ ਆ ਗੁਜ਼ਰ ਰਹੀ ਹੋਵਾਂ। ਸੋ ਰੱਬ ਵੀ ਜਿਹ 'ਚ ਸਹਿਣ ਦੀ ਸ਼ਕਤੀ ਹੁੰਦੀ ਉਹਨੂੰ ਹੋਰ ਜਿਹੜਾ ਉਹਨੂੰ ਫਿਰ ਚੈਲੰਜ ਦਿੰਦਾ ਕਿ ਚਲੋ ਹੁਣ ਤੂੰ ਆ ਸਹਿ ਕੇ ਦਿਖਾ, ਭਲਾ ਇਹ ਤੁਸੀਂ ਸਹਿ ਸਕਦੇ। ਸੋ ਜਿਹੜੇ ਖੱਬਾ ਤੇ ਸੱਜਾ ਹੱਥ ਜਦ ਆਪਾਂ ਲਾਈਏ ਨਾ, ਕਿ ਇੱਕ ਤੁਹਾਡਾ ਟਰੱਕ ਥੱਲੇ ਰਹਿਣਾ, ਟਰੱਕ ਦੇ ਟਾਇਰ ਥੱਲੇ, ਤੇ ਇੱਕ ਪਾਸੇ ਤੁਸੀਂ ਫੁੱਲਾਂ 'ਚ ਹੀ ਰਹਿਣਾ ਤੁਹਾਡਾ ਹੱਥ, ਠੀਕ ਹੈ। ਸੋ ਜ਼ਿੰਦਗੀ ਇਦਾਂ ਹੀ ਚੱਲਦੀ ਆ, ਠੀਕ ਹੈ। ਕਦੀ ਨਹੀਂ ਹੋ ਸਕਦਾ ਕਿ ਤੁਸੀਂ ਬਹੁਤ ਖੁਸ਼ ਹੋ ਤੇ ਤੁਹਾਡੀ ਜ਼ਿੰਦਗੀ 'ਚ ਗਮ ਨਾ ਹੋਵੇ, ਤੇ ਤੁਸੀਂ ਬਹੁਤ ਗਮਗੀਨ ਹੋ ਤੇ ਤੁਹਾਡੀ ਜ਼ਿੰਦਗੀ 'ਚ ਜਿਹੜੀ ਖੁਸ਼ੀ ਨਾ ਆਵੇ, ਠੀਕ ਹੈ। ਸੋ ਕਈ ਵਾਰੀ ਸਾਡੇ ਘਰ ਕੋਈ ਜ਼ਿਆਦਾ ਵੱਡੀ ਘਟਨਾ ਹੋ ਜਾਂਦੀ, ਜਿੱਦਾਂ ਕਿ ਕਿਸੇ ਦੀ ਡੈਥ ਹੋ ਗਈ ਤੇ ਮਹੀਨਾ ਮੂਡ ਖਰਾਬ ਰਿਹਾ, ਉਹ 'ਚ ਛੋਟੇ ਜਿਹੇ 2 ਸਾਲ ਦੇ ਬੱਚੇ ਦਾ ਬਰਥਡੇ ਆ ਗਿਆ ਤੇ ਅਸੀਂ ਉਹਨੂੰ ਕਹਿਤਾ ਕਿ ਨਹੀਂ ਬਈ ਹੁਣ ਆ ਹੋਇਆ ਤੇ ਆਪਾਂ ਤੇਰਾ ਬਰਥਡੇ ਨਹੀਂ ਮਨਾਉਣਾ, ਹੈ ਨਾ। ਸੋ ਇੱਦਾਂ ਨਹੀਂ ਹੋਣਾ ਚਾਹੀਦਾ।
ਠੀਕ ਹੈ, ਸਾਰਿਆਂ ਨੂੰ ਸਮਝਣਾ ਚਾਹੀਦਾ ਕਿ ਜ਼ਿੰਦਗੀ 'ਚ ਔਖਾ ਤੇ ਸੌਖਾ ਸਮਾਂ ਆਉਂਦਾ ਰਹਿੰਦਾ। ਇਹਦੀ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦੀ ਕਿ ਮੇਰੇ ਕੋਲ 120 ਬੰਦਿਆਂ ਦੀ ਟੀਮ ਹੈ, ਠੀਕ ਹੈ, ਤੇ ਮਾਰਨਿੰਗ ਦੇ ਵਿੱਚ ਮੇਰੇ ਇੱਕ EMPLOYEE ਦੇ ਮਦਰ ਦੀ ਡੈਥ ਹੋ ਗਈ, ਤੇ ਦੁਪਹਿਰੇ ਮੇਰੇ ਇੱਕ EMPLOYEE ਦੀ, ਉਹ ਥੋੜੇ ਵੱਡੇ ਸੀ, ਉਹਦੇ ਡਾਟਰ ਦੇ ਘਰ ਬੇਟਾ ਹੋਇਆ, ਠੀਕ ਹੈ। ਸੋ ਮੈਨੂੰ ਦੋਨੋਂ ਚੀਜ਼ਾਂ ਦੇਖਣੀਆਂ ਪੈਣੀਆਂ ਹੈ ਨਾ। ਮੈਂ ਉਹਨੂੰ ਇਹ ਨਹੀਂ ਕਹਿ ਸਕਦੀ ਕਿ ਉਹਦੀ ਮੰਮੀ ਦੀ ਡੈਥ ਹੋਈ ਤੇ ਮੈਂ ਸੈਡ ਆ, ਤੇ ਜਾਂ ਮੈਂ ਉਹਨੂੰ ਕਹਿ ਸਕਦੀ ਕਿ ਨਹੀਂ ਉਹਨਾਂ ਘਰ ਤੇ ਮੁੰਡਾ ਹੋਇਆ ਤੇ ਮੈਂ ਸੰਸਕਾਰ ਤੇ ਨਹੀਂ ਜਾਣਾ, ਠੀਕ ਹੈ। ਸੋ ਮੈਂ ਮਾਰਨਿੰਗ ਦੇ ਵਿੱਚ ਜਿਹੜਾ ਵਾ ਉਹ ਸੰਸਕਾਰ ਵੀ ਅਟੈਂਡ ਕੀਤਾ, ਤੇ ਈਵਨਿੰਗ ਦੇ ਵਿੱਚ ਕੀ ਉਹਨਾਂ ਦੀ ਖੁਸ਼ੀ 'ਚ ਵੀ ਅਸੀਂ ਸ਼ਾਮਲ ਹੋਏ, ਜਿਹੜਾ ਕਿ ਨਾਰਮਲ ਤੇ ਪੋਲੀਟੀਸ਼ੀਅਨ 'ਚ ਵੀ ਦੇਖਦੇ ਰਹਿੰਦੇ ਹੋ ਨਾ, ਉਹ ਸਾਰੇ ਤਰ੍ਹਾਂ ਦੇ। ਸੋ ਉਹ ਵਾਲੀ ਕੁਆਲਿਟੀ ਹੋਣੀ ਜ਼ਿੰਦਗੀ 'ਚ ਜ਼ਰੂਰੀ ਆ, ਤੁਹਾਨੂੰ ਸਵਿਚ ਕਰਨਾ ਆਉਣਾ ਚਾਹੀਦਾ, ਕਿਉਂਕਿ ਤੁਸੀਂ ਆਪਣਾ ਮੂਡ ਨਹੀਂ ਦੇਖਣਾ, ਠੀਕ ਹੈ। ਤੁਸੀਂ ਜਿਹੜੇ ਨਾਲ ਤੁਹਾਡੇ ਐਸੋਸੀਏਟ ਲੋਕ ਆ, ਠੀਕ ਹੈ, ਤੁਸੀਂ ਉਹਨਾਂ ਲਈ ਉਹਨਾਂ ਨੂੰ ਅੱਛਾ ਫੀਲ ਕਰਾਉਣਾ ਜਿਹੜਾ ਉਹ ਜ਼ਰੂਰੀ, ਜਿਨ੍ਹਾਂ ਨੇ ਤੁਹਾਨੂੰ ਤੁਹਾਡੇ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਕਿ ਸਾਡੇ ਘਰ ਬੇਟਾ ਹੋਇਆ ਹੈ ਨਾ, ਤੁਹਾਨੂੰ ਕੁਝ ਸਮਝਦੇ ਆ, ਤੁਹਾਡੇ ਤੇ ਵਿਸ਼ਵਾਸ ਕਰਦੇ, ਤੁਹਾਨੂੰ ਪਿਆਰ ਕਰਦੇ, ਤਾਂ ਹੀ ਸ਼ੇਅਰ ਕੀਤਾ। ਤੇ ਜੇ ਕਿਸੇ ਦੀ ਮਦਰ ਦੀ ਡੈਥ ਹੋਈ ਤੇ ਉਹਨਾਂ ਨੇ ਵੀ ਤੁਹਾਨੂੰ ਦੱਸਿਆ ਜਾਂ ਇੰਨੇ ਸਾਲ ਤੁਹਾਡੇ ਨਾਲ ਕੰਮ ਕੀਤਾ, ਤੇ ਤੁਹਾਡਾ ਮਤਲਬ ਸਾਨੂੰ ਸੈਲਫਿਸ਼ ਜਿਹੜਾ ਉਹ ਨਹੀਂ ਹੋਣਾ ਚਾਹੀਦਾ, ਸਵਿਚ ਕਰਕੇ ਵੀ ਆਪਣੇ ਰੋਲ ਜਿਹੜੇ ਨਿਭਾਉਣੇ ਚਾਹੀਦੇ ਜ਼ਿੰਦਗੀ 'ਚ। ਅੱਛਾ, ਤੁਸੀਂ ਪੋਲਿਟਿਕਸ ਦੀ ਗੱਲ ਕਰੀਏ, ਪੋਲਿਟਿਕਸ ਦੇ ਵਿੱਚ ਦੇਖਦੇ ਆ, ਮੇਰੇ ਇੱਕ ਸਵਾਲ ਚੇਤੇ ਆਇਆ ਕਿ ਇੱਥੇ ਵੀ ਸ਼ਾਇਦ ਵੱਡੇ ਰਾਜਨੇਤਾ ਲੋਕ ਜਿਹੜੇ ਨੇ, ਲੀਡਰ ਨੇ ਜਿਹੜੇ ਨੇ, ਉਹ ਅੱਗੇ ਸ਼ਾਇਦ ਮਨੀਸ਼ ਸਿਸੋਦੀਆ ਹੋਰੀ ਵੀ ਆ ਕੇ ਗਏ ਨੇ। ਅੱਛਾ, ਜਦੋਂ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਵੱਡੇ ਲੀਡਰ ਆਉਂਦੇ, ਖੁਸ਼ੀ ਤਾਂ ਹੁੰਦੀ ਹੋਣੀ ਆ? ਖੁਸ਼ੀ ਬੜੀ ਹੁੰਦੀ। ਜੇ ਮੇਰੇ ਪਾਪਾ ਨੂੰ ਤਾਂ ਨੀਂਦ ਨਹੀਂ ਆਉਂਦੀ, ਲਾਈਕ ਮੈਂ ਤੇ ਜਦੋਂ ਸਾਡੇ ਇੱਥੇ ਕੋਈ ਵੱਡਾ ਬੰਦਾ ਆ ਜੇ ਆਫਿਸ 'ਚ, ਤੇ ਮੈਨੂੰ ਤੇ ਟੈਨਸ਼ਨ ਪੈ ਜਾਂਦੀ ਹੈ ਅੱਜ ਮੇਰੇ ਪਾਪਾ ਨੂੰ ਨੀਂਦ ਨਹੀਂ ਆਣੀ ਰਾਤੀ। ਤੇ ਇਦਾਂ ਹੀ ਹੁੰਦਾ। ਮੈਂ ਤੁਹਾਨੂੰ ਦੱਸਦੀ ਕਿ ਮੈਂ ਜਦੋਂ ਜੌਬ ਕਰਦੀ ਸੀ, 2012 ਦੀ ਗੱਲ ਆ ਜੀ, ਤੇ ਉਦੋਂ ਸਾਡੀ ਮੈਂ ਇੱਕ ਜੁਐਲਰੀ ਬ੍ਰਾਂਡ 'ਚ ਜੌਬ ਕਰਦੀ ਸੀ, ਤੇ ਆਫਿਸ ਮੇਰਾ ਅੰਮ੍ਰਿਤਸਰ ਹੁੰਦਾ ਸੀ, ਪਰ ਹੈਂਡਲ ਪੂਰਾ ਪੰਜਾਬ ਕਰਦੀ ਸੀ। ਤੇ ਉਹ ਸਾਡੇ ਸਟੋਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਆ ਗਏ, ਤੇ ਨਾਲ ਉਹਨਾਂ ਦੀ ਵਾਈਫ, ਤੇ ਮੈਨੂੰ ਬਾਅਦ 'ਚੋਂ ਨੀਂਦ ਹੀ ਨਹੀਂ ਆਈ ਸਾਰੀ ਰਾਤ, ਮੈਂ ਸੋ ਹੀ ਨਹੀਂ ਪਾਈ। ਇੱਦਾਂ ਹੀ ਜਦੋਂ ਮਨੀਸ਼ ਸਿਸੋਦੀਆ ਆਏ ਜਾਂ ਫਿਰ ਕੋਈ ਵੀ ਖਾਸ ਜਿਹੜਾ ਆ ਜਾਂਦਾ ਵਾ, ਤੇ ਉਹ ਫਿਰ ਸਾਡੇ ਲਈ ਤੇ ਬਹੁਤ ਪ੍ਰਾਊਡ ਵਾਲੀ ਵੀ ਗੱਲ ਹੁੰਦੀ ਹੈ, ਤੇ ਸਾਨੂੰ ਅੱਛਾ ਫੀਲ ਹੁੰਦਾ। ਅਸੀਂ ਉਹਨੂੰ ਪੋਲਿਟਿਕਸ ਵਾਂਗੂ ਨਹੀਂ ਲੈਂਦੇ, ਕਿਉਂਕਿ ਅਸੀਂ ਅਹੁਦੇ ਦੀ ਰਿਸਪੈਕਟ ਕਰਦੇ ਹਾਂ। ਸੋ ਮੇਰੀ ਟੀਮ ਨੂੰ ਕਿੰਨਾ ਅੱਛਾ ਫੀਲ ਹੁੰਦਾ ਹੈ ਨਾ, ਇੱਕ ਡੈਪੂਟੀ ਚੀਫ ਮਿਨਿਸਟਰ ਜਿਹੜੇ ਕਿ ਇੰਨਾ ਸਾਦਾ ਰਹਿ ਕੇ ਸਾਡੀ ਕੰਪਨੀ 'ਚ ਵਿਜ਼ਿਟ ਕੀਤਾ, ਇੱਕੋ ਹੀ ਗੱਡੀ ਸੀ ਉਹਨਾਂ ਦੀ ਬਸ, ਠੀਕ ਹੈ। ਸੋ ਉਸ ਤੋਂ ਬਾਅਦ ਮੇਰੇ ਡਰਾਈਵਰ ਨੇ ਉਹਨਾਂ ਲਈ ਡਰਾਈਵ ਕੀਤਾ। ਸੋ ਮੇਰੀ ਟੀਮ ਨੂੰ ਕਿੰਨਾ ਸਪੈਸ਼ਲ ਫੀਲ ਹੋਇਆ ਕਿ ਟੀਮ ਨੂੰ ਮੋਟੀਵੇਸ਼ਨ ਮਿਲਦੀ, ਤੇ ਫਿਰ ਉਹ ਹੋਰ ਅੱਛਾ ਜਿਹੜਾ ਉਹ ਕੰਮ ਕਰਦੇ ਆ। ਇੱਦਾਂ ਹੀ ਅਰਵਿੰਦ ਕੇਜਰੀਵਾਲ ਨੇ ਜੀ ਨੇ ਜਦੋਂ ਟਵੀਟ ਕੀਤਾ, ਠੀਕ ਹੈ, ਸਾਰੀ ਟੀਮ ਪੜ੍ਹਦੀ, ਉਹਨਾਂ ਦੇ ਪਰਿਵਾਰ ਪੜ੍ਹਦੇ ਨੇ, ਮੇਰੇ ਨਾਲ ਜਿਹੜੇ ਐਸੋਸੀਏਟ ਲੋਕ ਆ ਉਹ ਪੜ੍ਹਦੇ ਨੇ। ਪ੍ਰਾਈਮ ਮਿਨਿਸਟਰ ਨੇ ਸਾਨੂੰ ਇਨਵਾਈਟ ਕੀਤਾ ਆਪਣੇ ਰੈਜ਼ੀਡੈਂਸ, ਠੀਕ ਹੈ ਸਾਡੀ। ਸੋ ਉਹ ਮੈਨੂੰ ਨਹੀਂ ਇਨਵਾਈਟ ਕਰ ਰਹੇ, ਮੈਨੂੰ ਨਹੀਂ ਮੋਟੀਵੇਟ ਕਰ ਰਹੇ, ਮੇਰੇ ਨਾਲ ਜਿਹੜੇ 8-8 9-9 ਸਾਲ ਤੋਂ ਬੱਚੇ ਇੱਥੇ ਕੰਮ ਕਰ ਰਹੇ ਨੇ, ਜਿਨ੍ਹਾਂ ਨੇ ਇਹ ਨਹੀਂ ਸੋਚਿਆ ਕਿ 2 ਸਾਲ ਬਾਅਦ ਕਿਸੇ ਹੋਰ ਕੰਪਨੀ 'ਚ ਚੱਲ ਜਾਈਏ। ਐਕਚੁਅਲ 'ਚ ਉਹ ਆਪਣੀ ਜਿੱਤ ਫੀਲ ਕਰਦੇ ਇਹਦੇ ਵਿੱਚ। ਇਹ ਤੇ ਖੁਦ ਨਹੀਂ ਐਪਰੀਸ਼ੀਏਟ ਕਰਨ ਵਾਲੇ ਨੂੰ ਪਤਾ ਕਿ ਉਹ ਪਿੱਛੇ ਕਿੰਨਾ ਮੋਟੀਵੇਟ ਕਰੀ ਜਾ ਰਿਹਾ, ਜਿਹੜਾ ਕਿ ਚਾਹੀਦਾ। ਅੱਛਾ, ਤੁਸੀਂ ਨੀਂਦ ਦੀ ਗੱਲ ਕਰੀਏ, ਨੀਂਦ ਆਉਂਦੀ ਕਿਉਂ ਨਹੀਂ, ਕੀ ਕਾਰਨ ਰਹਿੰਦਾ ਹੈਗਾ? ਐਕਸਾਈਟਮੈਂਟ ਹੋ ਜਾਂਦੀ ਨਾ, ਪਹਿਲੇ ਦਿਨ ਨਹੀਂ ਆਉਂਦੀ, ਜਦੋਂ ਆ ਕੇ ਮੁੜ ਜਾਂਦੇ ਉਦੋਂ ਬਾਅਦ? ਨਹੀਂ, ਐਕਸਾਈਟਮੈਂਟ ਹੋ ਜਾਂਦੀ, ਉਸ ਦਿਨ ਗੱਲਾਂ ਕਰਦੇ ਰਹੀਦਾ। ਹੁਣ ਜਦੋਂ ਮਨੀਸ਼ ਸਿਸੋਦੀਆ ਆਏ ਸੀ ਤੇ ਟੀਮ ਨੇ ਫੋਟੋਜ਼ ਜਦੋਂ ਖਿੱਚੀਆਂ, ਤੇ ਉਹ ਮੇਰੀ ਟੀਮ ਦੇ ਕਮਰੇ ਦੇ ਵਿੱਚ ਹੀ 5-6 ਜਾਣੇ ਬੈਠੇ ਹੋਏ ਆ, ਫੇਸਬੁੱਕ ਤੇ ਪੋਸਟ ਪਾ ਕੇ, ਤੇ ਪੋਸਟ ਵਾਲੇ ਬਟਨ ਤੇ ਕਲਿੱਕ ਕਰਨ ਲੱਗਿਆ ਹੀ ਮਤਲਬ ਹਰ ਇੱਕ ਨੂੰ ਐਕਸਾਈਟਮੈਂਟ ਹੈਗੀ ਕਿ ਇਹ ਕੌਣ ਕਲਿੱਕ ਕਰੇਗਾ ਜਦੋਂ ਇਹ ਪੈ ਜਾਣਗੀਆਂ ਫੋਟੋਜ਼, ਠੀਕ ਹੈ। ਸੋ ਮਜ਼ਾ ਆਉਂਦਾ। ਬੱਚੇ ਦੇਖੋ ਛੋਟੀ ਏਜ ਦੇ ਕਈ ਜਾਣੇ ਹਨਾ, 18 ਇਅਰਸ ਦਾ, ਕੋਈ 21 ਸਾਲ ਦਾ, ਕੋਈ 24 ਸਾਲ ਦਾ। ਸੋ ਵਧੀਆ, ਮੈਂ ਇੱਕ ਏਜ ਗਰੁੱਪ ਵੀ ਫਾਈਨਲ ਕਰਕੇ ਰੱਖਿਆ ਟੀਮ 'ਚ। ਇਹ ਨਹੀਂ ਕਿ ਸਾਰੇ ਏਜ ਗਰੁੱਪ ਨਹੀਂ ਹੈਗੇ ਸਾਡੀ ਟੀਮ 'ਚ, ਸਾਰੀ ਯੰਗ ਟੀਮ ਆ, ਤੇ ਅਸੀਂ ਖਿਆਲ ਰੱਖਦੇ ਹਾਂ ਕਿ ਅਸੀਂ ਉਹਨਾਂ ਦੀ ਉਮਰ ਦੇ ਨਾਲ ਹੀ ਬੱਚਿਆਂ ਨੂੰ ਇੱਕੋ ਜਿੱਕਿਆਂ ਨੂੰ ਰੱਖੀਏ। ਸੋ ਹਾਰਡਲੀ 10-12 ਸਾਲ ਦਾ ਫਰਕ ਹੋਏਗਾ ਸਾਰਿਆਂ ਦੇ ਵਿੱਚ। ਸੋ ਦੇ ਇੰਜੋਏ, ਠੀਕ ਹੈ। ਉਹਨਾਂ ਨੂੰ ਉਹ ਇੰਨੀ ਡੀਪਲੀ ਨਹੀਂ ਸੋਚਦੇ ਕਿ ਪੋਲਿਟਿਕਸ ਦੇ ਹਿਸਾਬ ਨਾਲ ਕੀ ਹੋ ਰਿਹਾ ਹੋਊਗਾ, ਲੋਕ ਕੀ ਸੋਚਣਗੇ। ਦੇ ਜਸਟ ਇੰਜੋਏ ਕਿ ਟਾਂਗਰਾ ਦੇ ਵਿੱਚ ਜਿਹੜੇ ਆ ਉਹ ਕੋਈ ਅਹੁਦੇ ਤੇ ਬੈਠਾ ਬੰਦਾ ਆਇਆ ਹੈ, ਜਾਂ ਕੋਈ ਸੈਲੀਬ੍ਰਿਟੀ ਆ ਗਿਆ, ਕੋਈ ਸਿੰਗਰ ਆ ਗਿਆ, ਕੋਈ ਆ ਗਿਆ। ਸੋ ਉਹਨਾਂ ਨੂੰ ਵਧੀਆ ਲੱਗਦਾ। ਗੱਲ ਵੀ ਬਹੁਤ ਵੱਡੀ ਹੈ ਵੈਸੇ, ਇੱਕ ਪਿੰਡ ਦੇ ਵਿੱਚ ਆਉਣਾ, ਇੱਕ ਕਿਸੇ ਅਹੁਦੇ ਹਨਾ, ਉਹ ਬੜੀ ਵੱਡੀ ਗੱਲ। ਬਿਲਕੁਲ। ਅੱਛਾ, ਇੱਕ ਚੀਜ਼ ਹੋਰ ਦੱਸਿਓ, ਜਿਵੇਂ ਕਈ ਮਾਪੇ ਵੀ ਤੁਹਾਡੇ ਕੋਲੇ ਆਉਂਦੇ ਹੋਣਗੇ, ਕਹਿੰਦੇ ਆ ਕਿ ਅਸੀਂ ਵੀ ਚਾਹੁੰਦੇ ਆ ਵੀ ਸਾਡੀ ਧੀ ਮਨਦੀਪ ਕੌਰ ਵਰਗੀ ਬਣੇ, ਪਰ ਇੱਕ ਗੱਲ ਦੱਸਿਓ, ਫਿਰ ਅਸੀਂ ਹਾਲੇ ਤੱਕ ਸ਼ਾਇਦ ਆਪਣੀ ਸੋਚ ਨੂੰ ਡਿਵੈਲਪ ਕਰ ਪਾਏ ਉਹਨਾਂ, ਸਾਡੀ ਸੋਸਾਇਟੀ ਡਿਵੈਲਪ ਕਰ ਪਾਈ ਹੈ ਉਹਨਾਂ, ਖਾਸ ਕਰ ਪੇਂਡੂ ਖੇਤਰ?
ਬਹੁਤ ਸਾਰੇ ਪੇਰੈਂਟਸ ਮੈਨੂੰ ਹਮੇਸ਼ਾ ਹੀ ਸੋਸ਼ਲ ਮੀਡੀਆ ਤੇ ਲਿਖਦੇ ਵੀ ਆ ਕਮੈਂਟਸ 'ਚ, ਤੇ ਜਿਹੜੇ ਇੰਟਰਨਲ ਮੈਸੇਜ ਹੁੰਦੇ ਆ ਉਹਦੇ ਵਿੱਚ ਤੇ ਬਹੁਤ ਹੀ ਵੱਡੀਆਂ ਚਿੱਠੀਆਂ ਲਿਖ ਕੇ ਭੇਜਦੇ ਆ ਕਿ ਕਿੰਨਾ ਉਹ ਮੋਟੀਵੇਟ ਹੋ ਰਹੇ ਆਪਣੀ ਆਪਣੀ ਜਗ੍ਹਾ ਤੇ ਰਹਿ ਕੇ, ਤੇ ਕਿਸ ਤਰ੍ਹਾਂ ਉਹਨਾਂ ਦੀ ਸੋਚ ਵਿੱਚ ਤਬਦੀਲ ਹੋ ਰਿਹਾ, ਤੇ ਕਿਸ ਤਰ੍ਹਾਂ ਨਵੇਂ ਕਪਲ ਮੇਰੇ ਵਰਗੀਆਂ ਕੁੜੀਆਂ ਨੂੰ ਦੇਖਦੇ ਹੋਏ ਸੋਚਦੇ ਹੀ ਇਹ ਆ ਕਿ ਸਾਡੇ ਘਰ ਧੀ ਹੋਣੀ ਚਾਹੀਦੀ। ਠੀਕ ਹੈ ਨਾ। ਸੋ ਉਹੀ ਹੈ ਕਿ ਜਿਹੜੀਆਂ ਗਰਲਸ ਆ ਉਹ ਇਮੋਸ਼ਨਲ ਹੈਗੀਆਂ ਨੇ, ਠੀਕ ਆ, ਉਹਨਾਂ ਨੂੰ ਹਜੇ ਉੱਦਾਂ ਦੇ ਪੰਖ ਨਹੀਂ ਮਿਲੇ, ਪਰ ਜਦੋਂ ਮਿਲਦੇ ਨੇ ਤੇ ਉਹ ਵਾਕਈ ਉਹਨਾਂ 'ਚ ਪ੍ਰੂਵ ਕਰਨ ਦਾ ਬਹੁਤ ਜਜ਼ਬਾ ਹੁੰਦਾ, ਜਿਵੇਂ ਮੇਰੇ 'ਚ ਬਹੁਤ ਸੀ। ਤੇ ਮੇਰੇ ਮੰਮੀ ਕਈ ਵਾਰੀ ਮੈਂ ਮੰਮਾ ਨੂੰ ਮੈਂ ਕਹਿਣਾ ਕਿ ਮੈਂ ਫਸਟ ਆਣਾ ਤੇ ਫਿਰ ਮੈਂ ਕੋਈ ਕੰਮ ਨਹੀਂ ਕਰਨਾ ਉਸ ਤੋਂ ਬਾਅਦ। ਤੇ ਮੈਨੂੰ ਇਦਾਂ ਹੋਣਾ ਕਿ ਪ੍ਰੂਵ ਕਰਨਾ ਨਾ ਆਪਣੇ ਆਪ ਨੂੰ, ਕਿ ਫਿਰ ਜਦੋਂ ਅਸੀਂ ਘਰ ਦਾ ਕੰਮ ਕਰਨਾ ਜਾਂ ਕੋਈ ਵੀ ਰੋਟੀ ਬਣਾਉਣੀ ਜਾਂ ਕੋਈ ਵੀ ਘਰ ਦੇ ਕੰਮ ਕਰਨਾ, ਤੇ ਮੰਮੀ ਨੂੰ ਕਿੱਦਾਂ ਕਹਿਣਾ ਕਿ ਇਹ ਨਹੀਂ ਆ ਕਰਨਾ ਵਾ, ਤੇ ਫਿਰ ਉਹ ਪ੍ਰੂਵ ਕਰਨਾ ਆਪਣੇ ਆਪ ਨੂੰ ਕਿ ਨਹੀਂ ਮੈਂ ਫਸਟ ਆਈ ਆ, ਮੈਂ ਫਸਟ ਆਣਾ ਵਾ ਤੇ ਮੈਂ ਕਰਕੇ ਦਿਖਾਵਾਂਗੀ, ਤੇ ਫਿਰ ਮੈਂ ਇਹ ਚੀਜ਼ਾਂ ਜਿਹੜੀਆਂ ਉਹ ਨਹੀਂ ਕਰ ਸਕਦੀ। ਠੀਕ ਹੈ। ਸੋ ਇਸ ਤਰ੍ਹਾਂ ਵੂਮਨ ਨੂੰ ਹਮੇਸ਼ਾ ਪ੍ਰੂਵ ਕਰਨਾ ਪੈਂਦਾ, ਤੇ ਮੇਰੀ ਤੇ ਪੂਰੀ ਕੋਸ਼ਿਸ਼ ਆ, ਮੇਰੀ ਜ਼ਿੰਦਗੀ ਇਸੇ ਲੇਖੇ ਆ ਕਿ ਮੈਂ ਪਰਿਵਾਰਾਂ ਦੀ ਸੋਚ ਵਿੱਚ ਤਬਦੀਲੀ ਲਿਆਵਾਂ ਕਿ ਕੁੜੀਆਂ ਤੇ ਮੁੰਡਿਆਂ ਵਾਂਗ ਇਨਵੈਸਟ ਕਰੋ। ਠੀਕ ਆ, ਮੁੰਡਿਆਂ ਵਾਂਗ ਉਹਨਾਂ ਦੇ ਨਾਮ ਤੇ ਤੁਸੀਂ ਜਾਇਦਾਦ ਕਰੋ, ਮੁੰਡਿਆਂ ਵਾਂਗ ਉਹਨਾਂ ਨੂੰ ਕਾਰੋਬਾਰ ਖੋਲ ਕੇ ਦਿਓ, ਤੇ ਉਹਨਾਂ ਨੂੰ ਵਿਆਹ ਤੋਂ ਪਹਿਲਾਂ ਕੁਝ ਬਣਾ ਕੇ ਤੇ ਫਿਰ ਉਹਨਾਂ ਨੂੰ ਅਗਲੇ ਘਰ ਤੋਰੋ, ਭਾਵੇਂ ਜੌਬ ਕਰਦੀਆਂ ਹੋਣ, ਭਾਵੇਂ ਆਪਣਾ ਕਾਰੋਬਾਰ ਕਰਦੀਆਂ ਹੋਣ, ਕਿ ਉਹ ਖੁਦ ਜਿਹੜੀਆਂ ਸક્ષਮ ਹੋਣ। ਤੇ ਕਿਤੇ ਨਾ ਕਿਤੇ ਮੈਨੂੰ ਫੋਲੋ ਕਰਨ ਵਾਲੇ ਹਰਟ ਵੀ ਹੋ ਜਾਂਦੇ, ਕਿਉਂਕਿ ਮੇਰੀ ਜ਼ਿੰਦਗੀ 'ਚ ਬਹੁਤ ਪ੍ਰੋਬਲਮਸ ਆਉਂਦੀਆਂ, ਤੇ ਫਿਰ ਉਹਨਾਂ ਲੱਗਦਾ ਕਿ ਜੇ ਅਸੀਂ ਆਪਣੀਆਂ ਧੀਆਂ ਨੂੰ ਇਸ ਰਾਹ ਤੋਰਾਂਗੇ ਤੇ ਇਹਨਾਂ ਦੇ ਵੀ ਇਦਾਂ ਹੀ ਕੰਡੇ ਚੁਭਣਗੇ ਜਿੱਦਾਂ ਮਨਦੀਪ ਦੇ ਚੁਭਦੇ ਨੇ। ਠੀਕ ਹੈ ਨਾ। ਸੋ ਕੋਈ ਗੱਲ ਨਹੀਂ, ਕੰਡੇ ਚੁੱਭ ਕੇ ਮੈਂ ਦੱਸ ਦਾਂਗੀ ਕਿ ਕਿਵੇਂ ਸੋਲਵ ਕਰਨੀਆਂ ਪ੍ਰੋਬਲਮ। ਸੋ ਕਿਸੇ ਨੂੰ ਤੇ ਕੰਡੇ ਚੁਭਣੇ ਹੀ ਪੈਣੇ ਨਾ, ਸਕਸੈਸ ਤਾਂ ਫੇਰ ਹੀ ਮਿਲਣੀ ਹੈ। ਹਾਂ, ਕਿਸੇ ਨੂੰ ਤੇ ਉਹ ਚੀਜ਼ਾਂ ਸਹਿਣੀਆਂ ਹੀ ਪੈਣੀਆਂ। ਸੋ ਮੇਰੀ ਤੇ ਪੂਰੀ ਕੋਸ਼ਿਸ਼ ਹੋਏਗੀ ਕਿ ਮੈਂ ਪੂਰੀ ਇਮਾਨਦਾਰੀ ਨਾਲ ਆਪਣੀ ਜ਼ਿੰਦਗੀ ਦਾ ਨਿਚੋੜ ਸਾਰਿਆਂ ਨਾਲ ਸ਼ੇਅਰ ਕਰਾਂ, ਕਿ ਜਿਹੜਾ ਲੋਕ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਜ਼ਿੰਦਗੀ 'ਚ ਐਡ ਕਰਕੇ ਤੇ ਸਫਲਤਾ ਦੀਆਂ ਪੌੜੀਆਂ ਆਪਣੇ ਪੈਰਾਂ ਸਿਰ ਜਿਹੜਾ ਉਹ ਚੜ੍ਹ ਸਕਣ। ਖਾਸ ਕਰਕੇ ਔਰਤਾਂ ਨੂੰ ਜ਼ਿਆਦਾ ਸਹਾਰੇ ਨਾਲ ਲੈਣੇ ਪੈਣ, ਜਿਹੜੇ ਕਿ ਉਹਨਾਂ ਨੂੰ ਹਮੇਸ਼ਾ ਹੀ ਲੈਣੇ ਪੈਂਦੇ ਨੇ। ਪਰ ਹਾਲੇ ਤੱਕ ਮਤਲਬ ਸਾਡੀ ਸੋਸਾਇਟੀ ਉਸ ਤਰ੍ਹਾਂ ਦੇ ਨਾਲ ਮਨਦੀਪ ਜੀ ਕਾਮਯਾਬ ਤਾਂ ਨਹੀਂ ਹੋ ਪਾਈ ਕਿ ਅਸੀਂ ਹਨਾ ਬਰਾਬਰ ਦੇ ਦਰਜੇ ਦੀ ਗੱਲ ਕਰ ਲਈਏ ਜਾਂ ਔਰਤਾਂ ਨੂੰ ਹਨਾ ਉਹਨਾਂ ਕਾਮਯਾਬ ਤਾਂ ਹਾਂ, ਔਖਾ ਬੜਾ ਲੱਗਦਾ, ਕਿਉਂਕਿ ਹੁਣ ਦੇਖੋ ਕੋਈ ਵੀ ਦਿੱਕਤ ਆ ਜੇ ਤੇ ਉੱਪਰ ਜਦੋਂ ਦੇਖੀਦਾ ਤੇ ਸਾਰੇ ਮੈਨ ਹੀ ਆ। ਠੀਕ ਹੈ, ਭਾਵੇਂ ਤੁਸੀਂ ਪੋਲਿਟਿਕਸ ਲਗਾ ਲਓ, ਭਾਵੇਂ ਤੁਸੀਂ ਪੁਲਿਸ ਲਗਾ ਲਓ, ਕੋਈ ਵੀ ਲਗਾ ਲਓ, ਕਿ 10-20% ਹੋਣਗੀਆਂ ਲੇਡੀਜ਼। ਸੋ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਹੈ। ਉਸ ਤੋਂ ਬਾਅਦ ਜਿਹੜੀਆਂ ਲੇਡੀਜ਼ ਉੱਪਰ ਹੈ ਉਹ ਦੂਸਰੀਆਂ ਲੇਡੀਜ਼ ਨੂੰ ਪੁੱਲ ਕਰਨਾ ਚਾਹੁੰਦੀਆਂ, ਨਾਲ ਉਹਨਾਂ ਦਾ ਹੱਥ ਫੜਨਾ ਚਾਹੁੰਦੀਆਂ, ਨਹੀਂ ਉਹਦਾ ਵੀ ਨਹੀਂ ਪਤਾ ਹੈਗਾ। ਠੀਕ ਹੈ। ਸੋ ਹੌਲੀ ਹੌਲੀ ਜਿਹੜਾ ਬਦਲਾਵ ਦੀ ਉਮੀਦ ਜਿਹੜੀ ਹੈਗੀ ਹੈ, ਪਰ ਜਿਵੇਂ ਕਿ ਕਈ ਵਾਰੀ ਬਹੁਤ ਸਾਰੀਆਂ ਲੇਡੀਜ਼ ਪੋਲੀਟੀਸ਼ੀਅਨਸ ਬਣਦੀਆਂ ਨੇ, ਬਹੁਤ ਸਾਰੀਆਂ ਲੇਡੀਜ਼ ਨੂੰ ਸਰਕਾਰ ਵੀ ਓਪਰਚੁਨਿਟੀਜ਼ ਦਿੰਦੀ ਹੈ, SP ਬਣਦੀਆਂ, SHO ਬਣਦੀਆਂ, SSP ਬਣਦੀਆਂ। ਸੋ ਇਹੋ ਜਿਹੀਆਂ ਚੀਜ਼ਾਂ ਜੇ ਹੋਣ ਲੱਗ ਜਾਣਗੀਆਂ ਤੇ ਬਦਲਾਵ ਬਹੁਤ ਆਏਗਾ। ਜਦੋਂ ਟੌਪ ਤੇ ਲੀਡਰਸ਼ਿਪ 'ਚ ਵੂਮਨ ਆ ਜਾਏਗੀ, ਠੀਕ ਹੈ, ਤੇ ਉਹ ਫਿਰ ਬਦਲਾਵ ਆਣਾ ਹੀ ਆਣਾ। ਉਹਨੂੰ ਦੇਖ ਕੇ ਤੇ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਕਿੰਨੀਆਂ ਹਜ਼ਾਰ ਕੁੜੀਆਂ ਉਹਨੂੰ ਦੇਖ ਕੇ ਜਿਹੜੀਆਂ ਉਹ ਬਦਲਦੀਆਂ ਰਹਿਣਗੀਆਂ, ਤੇ ਕਿਵੇਂ ਇਸ ਦੇਸ਼ ਵਿੱਚ ਪੰਜਾਬ 'ਚ ਬਦਲਾਵ ਆਏਗਾ ਕਿ ਜਦੋਂ ਟੌਪ ਦੇ ਅਹੁਦਿਆਂ ਤੇ, ਠੀਕ ਆ, ਉਹ ਵੂਮਨ ਹੋਣਗੀਆਂ। ਤੇ ਅੱਜ ਵੀ ਜਿਵੇਂ ਕਾਰੋਬਾਰ 'ਚ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਹਨ, ਪਰ ਵੂਮਨ ਲਈ ਪਾਲਿਸੀਜ਼ ਹੋਣ, ਵੂਮਨ ਦੇ ਕਾਰੋਬਾਰ ਲਈ ਕੋਈ ਪਾਲਿਸੀਜ਼ ਹੋਣ, ਵੂਮਨ ਲਈ ਕੋਈ ਗਰੁੱਪਸ ਹੋਣ, ਵੂਮਨ ਨੂੰ ਸਪੈਸ਼ਲੀ ਆਪਾਂ ਕਿੱਦਾਂ ਹੈਲਪ ਕਰ ਸਕਦੇ, ਜੇ ਉਹ ਚੀਜ਼ਾਂ ਹੋਣ ਲੱਗ ਜਾਣਗੀਆਂ ਤੇ ਮੈਨੂੰ ਲੱਗਦਾ ਕਿ ਸਾਨੂੰ ਸਾਡੇ ਪੰਜਾਬ ਦੀਆਂ ਧੀਆਂ 'ਚ ਬਹੁਤ ਬਦਲਾਵ ਆਏਗਾ। ਤੇ ਤੁਸੀਂ ਕਹਿੰਦੇ ਤੇ ਬਹੁਤ ਲੋਕ ਨਹੀਂ ਇੱਕੋ ਜਿਹਾ ਦਰਜਾ ਹੈ, ਕੰਪੇਅਰ ਨਾ ਕਰਿਆ ਕਰੋ, ਪਰ ਚੈਨਲ ਵਾਲਿਆਂ ਨੂੰ ਸੱਚ ਪਤਾ ਹੀ ਹੁੰਦਾ। ਸੋ ਉਹੀ ਹੈ ਕਿ ਸੱਚ ਤੇ ਇਹੀ ਹੈ ਕਿ ਵਾਕਈ ਤੁਸੀਂ ਜਿੰਨੇ ਮਰਜ਼ੀ ਪਾਵਰਫੁਲ ਹੋ, ਅੱਜ ਮੈਨੂੰ ਕੋਈ ਬਹੁਤ ਜ਼ਿਆਦਾ ਤੰਗ ਕਰਦੇ, ਪਰੇਸ਼ਾਨ ਕਰਦੇ, ਤੇ ਮੈਨੂੰ ਲੱਗਦਾ ਮੈਨੂੰ ਵੀ ਔਖਾ ਆਪਣੀ ਪ੍ਰੋਬਲਮ ਸੋਲਵ ਕਰਨਾ। ਮੇਰੇ ਲੈਵਲ ਤੇ ਆਪਣੀਆਂ ਪ੍ਰੋਬਲਮ ਸੋਲਵ ਕਰਨੀਆਂ ਇੰਨੀਆਂ ਜ਼ਿਆਦਾ ਟਫ ਆ, ਤੇ ਮੈਂ ਕਈ ਵਾਰੀ ਇਹੀ ਸੋਚਦੀ ਹਾਂ ਕਿ ਥੱਲੇ ਵਾਲੇ ਲੈਵਲ ਤੇ ਗਰਲਸ ਦਾ ਕੀ ਉਹ ਪ੍ਰੋਬਲਮ ਫੇਸ ਕਰ ਰਹੀਆਂ ਹੋਣਗੀਆਂ, ਕਿ ਵਾਕਈ ਸਾਡੇ ਜੀਵਨ ਜਿਹੜਾ ਵਾ ਉਹ ਟਫ ਬਹੁਤ ਹੈ। ਇਸੇ ਕਰਕੇ ਲੋਕ ਬਾਹਰ ਜਾਂਦੇ ਆ। ਠੀਕ ਹੈ, ਕਿਉਂਕਿ ਉੱਥੇ ਜੀਵਨ ਇੰਨਾ ਟਫ ਨਹੀਂ ਆ। ਪਰ ਮੇਰੇ ਵਰਗੇ ਬੱਚੇ ਭੱਜਣਾ ਵੀ ਨਹੀਂ ਚਾਹੁੰਦੇ ਕਿ ਚਲੋ ਫੇਸ ਕਰਦੇ ਆ। ਇਹ ਤੇ ਵਕਤ ਹੀ ਦੱਸੇਗਾ ਕਿ ਅਸੀਂ ਸਹੀ ਕੀਤਾ ਕਿ ਅਸੀਂ ਗਲਤ ਕੀਤਾ। ਜਿੱਥੇ ਕਿ 99% ਲੋਕ ਜਿਹੜੇ ਪ੍ਰੂਵ ਕਰਨ ਤੇ ਲੱਗੇ ਕਿ ਤੁਸੀਂ ਗਲਤ ਕੀਤਾ। ਜਦੋਂ ਤੁਸੀਂ ਪੜ੍ਹੇ ਹੋ, ਵਧੀਆ ਕਰ ਸਕਦੇ ਹੋ, ਇੰਗਲਿਸ਼ ਵਧੀਆ ਬੋਲ ਸਕਦੇ ਹੋ, ਤੁਹਾਡੇ ਕੋਲ ਹਰ ਹੁਨਰ ਆ, ਤੇ ਵਾਈ ਨਾਟ ਅਮਰੀਕਾ?
ਵਾਈ ਨਾਟ ਆਸਟ੍ਰੇਲੀਆ, ਵਾਈ ਨਾਟ ਅ ਗੁੱਡ ਜੌਬ ਇਨ ਬੈਂਗਲੌਰ, ਦਿੱਲੀ। ਤੇ ਇਦਾਂ ਮੈਨੂੰ ਜਦੋਂ ਲੋਕ ਕਹਿੰਦੇ ਨੇ ਕਿਉਂ ਨਹੀਂ ਅੰਮ੍ਰਿਤਸਰ ਤੁਸੀਂ ਆਫਿਸ ਬਣਾਉਂਦੇ, ਮੋਹਾਲੀ ਕਿਉਂ ਨਹੀਂ ਆਫਿਸ ਬਣਾਇਆ ਤੁਸੀਂ, ਦਿੱਲੀ ਕਿਉਂ ਨਹੀਂ ਤੁਸੀਂ ਬਣਾਇਆ, ਜਦੋਂ ਤੁਹਾਨੂੰ ਪਤਾ ਕਿ ਉੱਥੇ ਤੁਹਾਡਾ ਘੱਟ ਖਰਚਾ ਹੋਣਾ, ਪਿੰਡ ਨਾਲੋਂ ਘੱਟ ਖਰਚਾ ਹੋਣਾ ਸ਼ਹਿਰ 'ਚ, ਉੱਥੇ ਬੱਸ ਲਾਣੀ ਪੈਣੀ ਆ, ਇੱਥੇ ਇੰਟਰਨੈਟ ਮਹਿੰਗਾ ਵਾ, ਹਰ ਚੀਜ਼ ਆਪੋਜ਼ਿਟ ਆ, ਠੀਕ ਹੈ। ਪਰ ਫਿਰ ਵੀ ਅਸੀਂ ਦੇਖੋ ਐਕਸਪੈਰੀਮੈਂਟ ਕਰ ਰਹੇ ਹਾਂ ਕਿ ਵਕਤ ਦੱਸੇਗਾ ਕਿ ਅਸੀਂ ਸਹੀ ਕਰ ਰਹੇ ਕਿ ਨਹੀਂ। ਉਹਨਾਂ ਨੂੰ ਫਿਰ ਕੀ ਕਹਿਣਾ, ਇਹੀ ਕਹਿਣਾ ਵੀ ਵਕਤ ਦੱਸੇਗਾ। ਹਾਂ, ਵਕਤ ਦੱਸੇ। ਮੈਂ ਤਾਂ ਖੁਦ ਵੇਖਣਾ ਚਾਹੁੰਦੀ ਕਿ ਕੀ ਨਿਕਲ ਕੇ ਆਂਦਾ, ਠੀਕ ਹੈ ਨਾ। ਸੋ ਮੇਰਾ ਜਿਹੜਾ ਬਿਜ਼ਨਸ ਆ, ਮੇਰਾ ਜਿਹੜਾ ਇਨੀਸ਼ੀਏਟਿਵ ਆ ਪੰਜਾਬ ਦੇ ਵਿੱਚ, ਇਹ ਵਾਕਈ ਇੱਕ ਐਕਸਪੈਰੀਮੈਂਟ ਹੀ ਆ, ਇਹ ਵਕਤ ਹੀ ਦੱਸੇਗਾ। ਅੱਛਾ, ਕਈ ਲੋਕ ਕਹਿੰਦੇ ਕਿ ਬੜਿਆਂ ਨੇ ਇੰਨਾ ਸਟਰਗਲ ਕੀਤਾ ਹੈ, ਬੜਿਆਂ ਨੇ ਇੰਨਾ ਕੁਝ ਕੀਤਾ ਹੈ, ਪਰ ਮੈਂ ਫਿਰ ਉਹ 'ਚ ਐਡ ਕਰਨਾ ਚਾਹੁੰਦੀ ਕਿ ਮਨਦੀਪ ਨੇ ਜ਼ੀਰੋ ਤੋਂ ਸ਼ੁਰੂ ਕੀਤਾ। ਮੇਰੇ ਕੋਲ ਕੁਝ ਨਹੀਂ ਸੀ, ਠੀਕ ਹੈ, ਤੇ ਜੋ ਮੇਰੇ ਕੋਲ ਸੀ ਵੀ, ਜਿਵੇਂ ਆਪਾਂ ਲਾ ਲਓ ਕਿ ਲੱਗਦਾ ਕਿ ਕੋਈ ਦੋਸਤ ਆ, ਕੋਈ ਕਜ਼ਨ ਆ, ਕੋਈ ਬ੍ਰਦਰ, ਕੋਈ ਲੱਗਦਾ ਕਿ ਸਹਾਰੇ ਜ਼ਿੰਦਗੀ, ਕੋਈ ਟੀਮ ਆ ਕਿ ਹਾਂ ਇਹ ਸਹਾਰੇ ਨੇ, ਠੀਕ ਹੈ, ਉਹਨਾਂ ਚੋਂ ਵੀ ਬੜਿਆਂ ਨੇ ਕੁਇਟ ਕੀਤਾ ਜ਼ਿੰਦਗੀ 'ਚ। ਸੋ ਮੈਨੂੰ ਤੇ ਆਪਣਾ ਸਫ਼ਰ ਜਿਹੜਾ ਵਾ ਆਪਣੇ ਮੰਮੀ ਪਾਪਾ ਤੋਂ ਇਲਾਵਾ ਹਮੇਸ਼ਾ ਹੀ ਬਹੁਤ ਜ਼ਿਆਦਾ ਇੱਕ ਇਕੱਲਿਆਂ ਦਾ ਸਫ਼ਰ ਜਿਹੜਾ ਮੈਨੂੰ ਲੱਗਾ। ਬਾਕੀ ਮੇਰੀ ਟੀਮ ਹੀ ਆ ਜਿਹੜੀ ਅੱਗੇ ਲਈ ਜਾ ਰਹੀ ਚੀਜ਼ਾਂ, ਪਰ ਇਹ ਹੈ ਕਿ ਬਿਨਾਂ ਸਹਾਰਿਆਂ ਤੋਂ ਇੱਥੋਂ ਤੱਕ ਪਹੁੰਚਣਾ, ਇਹ ਮੈਨੂੰ ਹੀ ਪਤਾ ਕਿ ਅਸੀਂ ਕਿੱਦਾਂ ਪਹੁੰਚੇ ਤੇ ਟਿਕੇ ਰਹਿਣਾ, ਠੀਕ ਹੈ ਨਾ। ਜਿੱਥੇ ਕਿ ਇੰਨਾ ਡਰ ਲੱਗਦਾ ਕਿ ਹਾਂ ਕੋਈ ਹੋਰ ਵੱਡਾ ਤੂਫਾਨ ਆ ਜੇ ਤੇ ਪਤਾ ਨਹੀਂ ਕਿੱਦਾਂ ਉਹਨੂੰ ਜਿਹੜਾ ਸੰਭਲਾਂਗੇ। ਸੋ ਇਹ ਹੈ ਕਿ ਬਹੁਤ ਜ਼ਿਆਦਾ ਜਿਹੜਾ ਅੱਛਾ ਕੰਮ ਕਰ ਰਹੇ ਨੇ ਲੋਕ, ਉਹਨਾਂ ਦੀ ਬਾਂਹ ਫੜਨ ਦੀ ਵੀ ਬੜੀ ਲੋੜ ਆ, ਉਹਨਾਂ ਨੂੰ ਉਹਨਾਂ ਦਾ ਐਨਾਲਿਸਿਸ ਕਰਨ ਦੀ ਵੀ ਬੜੀ ਲੋੜ ਹੈ ਕਿ ਇਹ ਕਿਵੇਂ ਕਰ ਰਹੇ ਨੇ, ਤਾਂ ਕਿ ਜਦੋਂ ਦੁਬਾਰਾ ਕੋਈ ਐਵੇਂ ਕਰੇ ਤੇ ਉਹਨੂੰ ਇਹੋ ਜਿਹੀਆਂ ਪ੍ਰੋਬਲਮਸ ਨਾ ਆਉਣ। ਅੱਛਾ, ਨੌਕਰੀ ਮਨਦੀਪ ਤੁਸੀਂ ਵੀ ਕੀਤੀ ਆ, ਤੁਸੀਂ ਵੀ ਆਪਣੇ ਚਲੋ ਜਦੋਂ ਪ੍ਰਾਈਵੇਟ ਜੌਬ ਦੇ ਵਿੱਚ ਹੁੰਦੇ ਆ ਬੌਸ ਤੋਂ ਬੜਾ ਕੁਝ ਝੱਲਣਾ ਪੈਂਦਾ, ਤੇ ਹੁਣ 120 EMPLOYE ਤੁਹਾਡੇ ਨਾਲ, ਫਿਰ ਬੌਸਗਿਰੀ ਕਿੱਦਾਂ ਦੀ ਆ? ਬੌਸਗਿਰੀ ਨਹੀਂ, ਮੈਂ ਤੇ ਦੇਖੋ ਮੈਂ ਪਹਿਲਾਂ ਇੱਕ NGO ਚਲਾਉਂਦੀ ਸੀ 3 ਇਅਰਸ ਪਹਿਲਾਂ, ਤੇ 3 ਸਾਲ ਪਹਿਲਾਂ ਮੈਂ ਬੰਦ ਕਰਤੀ ਆਪਣੀ NGO, ਕਿਉਂਕਿ ਮੇਰੀ ਜਿਹੜੀ ਬਿਜ਼ਨਸ ਇਮੇਜ ਆ ਉਹ ਹਾਈਡ ਹੋ ਰਹੀ ਸੀ। ਕਿਸੇ ਨੂੰ ਲੱਗ ਹੀ ਨਹੀਂ ਰਿਹਾ ਸੀ ਕਿ ਮੈਂ ਇੱਕ ਕਾਰੋਬਾਰੀ ਆ, ਤੇ ਹਰ ਇੱਕ ਨੂੰ ਲੱਗ ਰਿਹਾ ਸੀ ਕਿ NGO ਹੀ ਆ, ਹਨਾ, ਤੇ ਉਹ ਦਿਖ ਨਹੀਂ ਰਿਹਾ ਸੀ ਮੇਰੀ ਪੜ੍ਹਾਈ, ਮੇਰੀ ਹਰ ਚੀਜ਼। ਸੋ ਹੀ ਕਿ ਬੌਸਗਿਰੀ ਨਹੀਂ ਆ, ਮੈਂ ਜੋ ਵੀ ਆਪਣੀ NGO ਤੋਂ ਸਿੱਖਿਆ ਉਹ ਮੈਂ ਆਪਣੀ ਕੰਪਨੀ 'ਚ ਅਪਲਾਈ ਕੀਤਾ। ਮੈਂ ਇਹ ਸਿੱਖਿਆ ਕਿ ਚੈਰਿਟੀ ਬਿਗਿਨਸ ਫਰਮ ਹੋਮ, ਠੀਕ ਹੈ। ਸੋ ਕੋਵਿਡ ਟਾਈਮਸ 'ਚ ਵੀ ਮੈਂ ਬਾਹਰ ਨਹੀਂ ਡੋਨੇਟ ਕੀਤਾ, ਬਾਹਰ ਉਹਨੇ ਕੈਂਪੇਨ ਕੀਤੇ ਜਿੰਨੇ ਮੈਂ ਨਾਰਮਲ ਕਰਦੀ ਸੀ। ਫੂਡ ਸ਼ੇਅਰਿੰਗ ਕੈਂਪੇਨ ਕਰ ਲਿਆ, ਸ਼ੂ ਗਿਵਿੰਗ ਕੈਂਪੇਨ ਕਰ ਲਿਆ, ਛੋਟੇ ਛੋਟੇ ਜੋ ਵੀ ਸਾਡੇ ਕੋਲ ਹੁੰਦਾ। ਪਰ ਕੋਵਿਡ ਦੇ ਵਿੱਚ ਮੈਂ ਤਕਰੀਬਨ 1.5 ਕਰੋੜ ਦਾ ਲੋਨ ਲਿਆ ਤੇ ਮੈਂ ਆਪਣੀ ਕੰਪਨੀ 'ਚ ਕਿਸੇ ਨੂੰ ਵੀ ਨਹੀਂ ਕੱਢਿਆ, ਠੀਕ ਹੈ, ਜਿਹੜਾ ਕਿ ਇੱਕ ਬਹੁਤ ਹੀ ਵੱਡਾ ਸਟੈਪ ਸੀ, ਜਿਹਦੇ ਕਰਕੇ ਮੇਰੇ ਨਾਲ ਕਈ ਲੋਕ ਨਾਰਾਜ਼ ਵੀ ਹੋ ਗਏ, ਕਿਉਂਕਿ ਕੰਪਨੀ ਇੱਕ ਵਾਰੀ ਪੂਰੀ ਡਗਮਗ ਆ ਗਈ, ਠੀਕ ਹੈ। ਸੋ ਬੌਸਗਿਰੀ ਨਹੀਂ ਆ ਇੱਥੇ। ਜੇ ਕੋਈ EMPLOYE ਮੇਰੀ ਕੰਪਨੀ 'ਚ ਸਮਝਦਾ ਵੀ ਆ ਕਿ ਮੈਂ ਉਹਦੀ ਬੌਸ ਆ, ਤੇ ਉਹ ਓਬਵੀਅਸਲੀ ਕਿ ਮੈਂ ਇਹੀ ਚਾਹਾਂਗੀ ਕਿ ਮੈਂ ਇਹਨਾਂ ਨੂੰ ਵੱਧ ਤੋਂ ਵੱਧ ਗਰੋ ਕਰਾਂ, ਉਹਨਾਂ ਨੂੰ ਸਿਖਾਵਾਂ। ਇੱਥੇ ਬਹੁਤ ਸਾਰੇ ਬੱਚੇ ਜਿਨ੍ਹਾਂ ਨੇ 6000 ਤੋਂ ਸ਼ੁਰੂ ਕੀਤਾ ਤੇ ਅੱਜ 60000 ਲੈ ਰਹੇ ਨੇ। ਉਹਨਾਂ ਨੇ ਆਪਣੇ ਵਿਆਹ ਆਪੇ ਕੀਤੇ ਨੇ, ਆਪਣੇ ਘਰ ਆਪੇ ਬਣਾਏ ਨੇ, ਕਾਰਾਂ ਲਈਆਂ ਨੇ, ਆਪਣੇ ਮੋਟਰਸਾਈਕਲ ਲਏ ਨੇ, ਠੀਕ ਹੈ। ਸੋ ਮੇਰਾ ਜਿਹੜਾ ਬ੍ਰਦਰ ਆ ਉਹ ਮੇਰੇ ਤੋਂ 10 ਇਅਰਸ ਛੋਟਾ ਹੈ, ਤਾਂ ਮੈਂ ਉਹਨੂੰ ਵੇਖ ਕੇ ਸਾਰੀ ਕੰਪਨੀ ਚਲਾ ਰਹੀ ਹਾਂ ਕਿ ਮੈਂ ਜੋ ਤਬਦੀਲੀ ਉਹਦੇ ਜੀਵਨ 'ਚ ਲੈ ਕੇ ਆਣੀ, ਉਹੀ ਸਾਰੇ EMPLOYEES ਤੇ ਲੈ ਕੇ ਆਣੀ। 5 ਸਾਲ ਤੋਂ ਉੱਪਰ ਜਿਹੜੇ EMPLOYEES ਨੇ ਮੇਰੀ ਕੰਪਨੀ 'ਚ ਕੰਮ ਕਰ ਲਿਆ, ਉਹਨਾਂ ਲਈ ਮੈਂ 10 ਲੱਖ ਦੀ ਇੰਸ਼ੋਰੈਂਸ ਲੈ ਕੇ ਰੱਖੀ ਹੁੰਦੀ ਹੈ, ਪੂਰੇ ਪਰਿਵਾਰ ਲਈ। ਕਿਸੇ ਕੰਪਨੀ ਨੇ ਦੱਸੋ ਦਾਦਾ ਦਾਦੀ ਦੀ ਇੰਸ਼ੋਰੈਂਸ ਕਰਾਈ ਹੋਵੇ ਤੇ ਮੈਨੂੰ ਦੱਸੋ, ਕਿਸੇ ਪਰਿਵਾਰ ਨੇ ਭਰਾ ਭੈਣ ਦੀ ਕਰਾਈ ਹੋਵੇ ਤੇ ਦੱਸੋ, ਠੀਕ ਹੈ। ਸੋ ਭਾਵੇਂ ਕਿ ਅਸੀਂ ਬਹੁਤ ਟਫ ਤਰੀਕੇ ਨਾਲ ਕੰਪਨੀ ਚਲਾ ਰਹੇ ਹਾਂ, ਪਰ ਇਹ ਕੰਪਨੀ ਜਿਹੜੇ ਲੋਕ ਮੇਰੇ ਨਾਲ ਕੰਮ ਕਰਨਗੇ ਇੱਥੇ, ਜਿਹੜੀ ਮੇਰੀ ਟੀਮ ਹੋਏਗੀ, ਸਭ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਉਹ ਧਿਆਨ ਰੱਖੇਗੀ। ਕਿਉਂਕਿ ਜੇ ਮੇਰੇ EMPLOYE ਦੀ ਮਦਰ ਹਸਪਤਾਲ 'ਚ ਬਿਮਾਰ ਆ ਤੇ ਮੈਂ ਬਾਹਰ ਡੋਨੇਟ ਕਰਕੇ ਕੀ ਕਰਨਾ, ਠੀਕ ਹੈ। ਜੇ ਮੇਰੀ EMPLOYE ਦੀ ਮਦਰ ਮੋਟਰਸਾਈਕਲ ਤੋਂ ਡਿੱਗੀ, ਪਿੱਛੇ ਜੇ ਕੇਸ ਹੋਇਆ, ਠੀਕ ਆ, ਉਸੇ ਵੇਲੇ ਉਹਨਾਂ ਨੂੰ ਹਸਪੀਟਲ ਨਹੀਂ ਲੈ ਕੇ ਜਾ ਸਕੀ, ਤੇ ਫਿਰ ਕੀ ਫਾਇਦਾ ਕਿਸੇ ਦੇ 5-5 ਸਾਲ ਮੇਰੀ ਕੰਪਨੀ 'ਚ ਜਿਹੜਾ ਉਹ ਲਾਉਣ ਦਾ। ਸੋ ਮੇਰਾ ਤੇ ਇਹੀ ਹੈ ਕਿ ਮੈਂ ਜਿਹੜਾ ਆਪਣੇ ਇੱਥੇ ਇੱਕ ਕਮਿਊਨਿਟੀ ਬਣਾ ਰਹੀ ਹਾਂ, ਕੰਪਨੀ ਨਹੀਂ ਬਣਾ ਰਹੀ। ਜੇ ਮੈਂ ਕੰਪਨੀ ਬਣਾਉਣੀ ਹੁੰਦੀ ਤੇ ਮੋਹਾਲੀ ਬਣਾਉਂਦੀ ਮੈਂ ਵਧੀਆ, ਠੀਕ ਹੈ, ਤੇ ਮੈਨੂੰ ਆਉਂਦੀਆਂ ਕੰਪਨੀਆਂ ਬਣਾਉਣੀਆਂ ਵੀ, ਕੰਪਨੀ ਬਣਾਉਣੀ ਆਉਂਦੀ ਸੀ ਮੈਨੂੰ। ਸੋ ਕਈ ਲੋਕ ਸਮਝਦੇ ਕਿ ਮੈਨੂੰ ਸ਼ਾਇਦ ਬਿਜ਼ਨਸ ਨਹੀਂ ਕਰਨਾ ਆਉਂਦਾ, ਇਹ ਬਹੁਤ ਹੀ ਇਮੋਸ਼ਨਲ ਆ, ਠੀਕ ਹੈ। ਮੇਰੇ ਨਾਲ ਜਿਹੜੇ ਰਹੇ ਆ ਉਹਨਾਂ ਨੂੰ ਵੀ ਇਹੀ ਲੱਗਦਾ ਸੀ ਕਿ ਏਦਾਂ ਥੋੜੀ ਬਿਜ਼ਨਸ ਹੁੰਦਾ ਵਾ, ਤੂੰ ਤੇ ਕੌਣ ਇੰਨਾ ਲੋਨ ਲੈ ਕੇ ਤੇ EMPLOYE ਨੂੰ ਦੇ ਦਿੰਦਾ, ਤੇ ਆਪਣੀ ਕੰਪਨੀ 'ਚ ਤੁਸੀਂ ਪੈਨ ਵੀ ਨਹੀਂ ਖਰੀਦਿਆ ਉਸ ਪੈਸੇ ਦਾ, ਠੀਕ ਹੈ। ਸੋ ਮੈਂ ਉਹਨਾਂ ਨੂੰ ਵੀ ਇਹੀ ਦੱਸਣਾ ਚਾਹੁੰਦੀ ਕਿ ਮੈਨੂੰ ਬਿਜ਼ਨਸ ਕਰਨਾ ਆਉਂਦਾ ਹੈ, ਮੈਂ ਵੀ ਉਹੀ ਕਿਤਾਬਾਂ ਪੜ੍ਹੀਆਂ ਨੇ, ਆਈ ਨੋ ਹਾਊ ਟੂ ਡੂ ਬਿਜ਼ਨਸ, ਪਰ ਇਹ ਮੈਂ ਬਿਜ਼ਨਸ ਨਹੀਂ ਖੋਲਿਆ, ਇਹ ਮੇਰੀ ਇੱਕ ਕਮਿਊਨਿਟੀ ਆ ਜਿੱਥੇ ਕਿ ਮੈਂ
ਜਿੰਨਾ ਮੇਰੇ ਕੋਲ ਹੋ ਸਕੇਗਾ, ਜਿਹੜੇ ਲੋਕ ਇੱਥੇ ਕੰਮ ਕਰ ਰਹੇ ਨੇ ਉਹਨਾਂ ਦੇ ਪਰਿਵਾਰਾਂ ਲਈ, ਉਹਨਾਂ ਲਈ ਜੋ ਮੈਂ ਬੈਸਟ ਕਰ ਸਕਾਂਗੀ ਉਹ ਮੈਂ ਕਰਾਂਗੀ। ਤੇ ਅਜੇ ਤੇ ਕੰਪਨੀ ਬਹੁਤ ਹੀ ਸਟਰਗਲ ਫੇਸ ਚੋਂ ਨਿਕਲ ਰਹੀ ਹੈ ਤੇ ਨਿਕਲੀ ਆ ਕੋਵਿਡ ਤੋਂ ਬਾਅਦ, ਬਟ ਆਉਣ ਵਾਲੇ ਸਮੇਂ 'ਚ ਜਦੋਂ ਵੀ ਕੰਪਨੀ ਹੋਰ ਸਟੇਬਲ ਹੋ ਜਾਏਗੀ, ਜਿੰਨੀ ਵੀ ਅਮੀਰ ਹੁੰਦੀ ਜਾਏਗੀ, ਤੁਸੀਂ ਦੇਖੋਗੇ ਕਿ ਇਸ ਕੰਪਨੀ 'ਚ ਕੰਮ ਕਰਨ ਵਾਲੇ ਲੋਕ ਜਿਹੜੇ ਆ ਉਹ ਅਮੀਰ ਹੁੰਦੇ ਜਾਣਗੇ, ਉਹਨਾਂ ਦੇ ਬੱਚੇ ਵਧੀਆ ਸਕੂਲਾਂ 'ਚ ਪੜ੍ਹਨਗੇ, ਉਹਨਾਂ ਦੇ ਪੇਰੈਂਟਸ ਦੀ ਹੈਲਥ ਦੀ ਸਾਨੂੰ ਟੈਨਸ਼ਨ ਨਹੀਂ ਹੋਏਗੀ। ਸੋ ਉਹ ਚੀਜ਼ ਮੈਂ ਪਹਿਲਾਂ ਕਰਨਾ ਚਾਹੁੰਦੀ। ਦੇਖੋ ਸਰਕਾਰ ਵੀ ਤੇ ਇਹੀ ਕਰਦੀ ਨਾ, ਬਿਲਕੁਲ। ਪੰਜਾਬ 'ਚ ਜੇ ਸੀਐਮ ਹੋਏਗਾ ਤੇ ਭਗਵੰਤ ਮਾਨ ਜੀ ਤੇ ਇਹੀ ਚਾਹਣਗੇ ਕਿ ਪੰਜਾਬ ਦੇ ਪਰਿਵਾਰਾਂ ਲਈ ਤੇ ਉਹਨਾਂ ਦੇ ਅੱਗੋਂ ਪਰਿਵਾਰਾਂ ਲਈ, ਉਹਨਾਂ ਦੀ ਸਿਹਤ ਲਈ, ਉਹਨਾਂ ਦੀ ਐਜੂਕੇਸ਼ਨ ਲਈ ਅਸੀਂ ਕੀ ਕਰ ਸਕਦੇ। ਸੋ ਹੀ ਕਿ ਜੇ ਸੀਐਮ ਇਹ ਸੋਚੇ ਕਿ ਪੰਜਾਬ 'ਚ ਮੈਂ ਕੋਈ ਪੈਸਾ ਨਹੀਂ ਲਾਣਾ ਤੇ ਅਸੀਂ ਕੇਰਲਾ 'ਚ ਫਲੱਡ ਆ ਕੇ ਤੇ ਸਾਰਾ ਉੱਥੇ ਭੇਜ ਦੇਣਾ ਵਾ ਕਿ ਅਸੀਂ ਤੇ ਓਕੇ ਆ, ਠੀਕ ਹੈ, ਪਰ ਉਹਨੂੰ ਪਤਾ ਹੈ ਕਿ ਇੱਥੇ ਬਹੁਤ ਸਾਰੇ ਲੋਕ ਆ ਜਿਨ੍ਹਾਂ ਦੀ ਕਿਡਨੀ ਟ੍ਰਾਂਸਪਲਾਂਟ ਹੋਣੇ ਨੇ, ਬਹੁਤ ਸਾਰੇ ਲੋਕ ਆ ਜਿਨ੍ਹਾਂ ਨੂੰ ਖੂਨ ਦੀ ਲੋੜ ਆ, ਸਾਡੇ ਵੀ ਤੇ ਹੜ੍ਹ ਆ ਸਕਦੇ, ਸਾਨੂੰ ਐਮਰਜੈਂਸੀ ਲਈ ਪੈਸੇ ਰੱਖਣੇ। ਸੋ ਉਹੀ ਹੈ ਕਿ ਚੈਰਿਟੀ ਬਿਗਿਨਸ ਫਰਮ ਹੋਮ ਵਾਲੀ ਚੀਜ਼ ਸਾਨੂੰ ਸ਼ੁਰੂ ਕਰਨੀ ਚਾਹੀਦੀ ਕਿ ਪਹਿਲਾਂ ਆਸੇ-ਪਾਸੇ ਤੇ ਦੇਖ ਲਈਏ ਕਿ ਸਾਰਾ ਕੁਝ ਠੀਕ ਹੈ। ਪਰ ਇਹ ਚੀਜ਼ਾਂ ਪ੍ਰਾਈਵੇਟ, ਤੁਸੀਂ ਵੀ ਜੌਬ ਕੀਤੀ ਹੈ, ਪ੍ਰਾਈਵੇਟ ਨੌਕਰੀ ਮੈਂ ਵੀ ਕੀਤੀ ਹੈ, ਪ੍ਰਾਈਵੇਟ ਅਦਾਰਿਆਂ ਦੇ ਵਿੱਚ ਇਹ ਚੀਜ਼ਾਂ ਆਪਾਂ ਇਹ ਵੀ ਨਹੀਂ ਕਹਿੰਦੇ ਬਹੁਤ ਘੱਟ ਹੁੰਦੀਆਂ ਹੀ ਨਹੀਂ, ਮੈਨੂੰ ਲੱਗਦਾ ਨਹੀਂ ਹੁੰਦੀਆਂ, ਬਹੁਤ ਘੱਟ ਹੁੰਦੀਆਂ ਨੇ। ਪਰ ਉਹੀ ਮੈਂ ਕਹਿ ਰਹੀ ਕਿ ਅਸੀਂ ਆਪਣੇ ਤਰ੍ਹਾਂ ਦੀ ਕੰਪਨੀ ਬਣਾ ਰਹੇ। ਮੇਰੇ ਆਪਣੇ EMPLOYEES ਨੂੰ ਵੀ ਇਹੀ ਕਹਿੰਨੀ, ਭਾਵੇਂ ਮੇਰੇ HR ਵਾਲੇ ਆ, ਭਾਵੇਂ ਮੇਰੇ ਮਾਰਕੀਟਿੰਗ ਵਾਲੇ ਤੇ ਭਾਵੇਂ ਮੇਰੇ ਸੇਲਸ ਵਾਲੇ, ਕਿ ਤੁਸੀਂ ਕਿਸੇ ਕੰਪਨੀ ਨੂੰ ਫੋਲੋ ਨਾ ਕਰੋ। ਮੈਨੂੰ ਤੇ ਕਈ ਵਾਰੀ ਹਾਸਾ ਆਉਂਦਾ ਇਸ ਗੱਲ ਤੇ ਕਿ ਮੈਂ ਇੱਕ ਅਜਿਹੀ IT ਕੰਪਨੀ ਚਲਾ ਰਹੀ ਹਾਂ ਜਿੱਥੇ ਇੱਕ CEO ਨੇ ਆਪ ਨਹੀਂ ਕਦੀ IT ਕੰਪਨੀ ਦੇਖੀ, ਠੀਕ ਹੈ, ਮੈਂ ਕਦੀ IT ਕੰਪਨੀ 'ਚ ਜਾ ਕੇ ਨਹੀਂ ਦੇਖਿਆ, ਮੈਂ BTech ਖੁਦ ਨਹੀਂ ਕੀਤੀ, ਮੈਂ ਤੇ MBA ਕੀਤੀ ਹੈ, ਠੀਕ ਹੈ, ਮੇਰਾ ਬ੍ਰਦਰ ਥਾਪਰ ਤੋਂ ਪੜ੍ਹਿਆ BTech, ਉਹ ਵੀ ਕਿਸੇ IT ਕੰਪਨੀ 'ਚ ਨਹੀਂ ਕਦੀ ਗਿਆ ਹਜੇ। ਮੇਰੇ ਉੱਪਰ ਵਾਲੇ ਜਿਹੜੇ ਸਾਰੇ ਡਾਇਰੈਕਟਰਸ ਆਫ ਮਾਈ ਕੰਪਨੀ, 5 EMPLOYEES ਆ ਜਿਹੜੇ ਕਿ ਸਾਡੇ ਕੰਪਨੀ ਦੀ ਇਕੁਇਟੀ ਆ, ਉਹਨਾਂ 'ਚੋਂ 3 ਡਾਇਰੈਕਟਰ ਸਾਡੀ ਕੰਪਨੀ ਦੇ, ਠੀਕ ਹੈ, ਉਹਨਾਂ 'ਚ ਕੋਈ ਵੀ IT ਕੰਪਨੀ ਕਦੀ ਦੇਖੀ ਨਹੀਂ ਉਹਨਾਂ ਨੇ, ਠੀਕ ਹੈ, ਕਦੀ ਉੱਥੇ ਇੰਟਰਨਸ਼ਿਪ ਨਹੀਂ ਕੀਤੀ। ਸੋ ਕੰਮ ਉਹੀ ਆ, ਬਣਾਉਣੀਆਂ ਵੈਬਸਾਈਟਾਂ ਹੀ ਨੇ, ਡਿਜੀਟਲ ਮਾਰਕੀਟਿੰਗ ਕਰਨੀ ਆ, ਗ੍ਰਾਫਿਕ ਡਿਜ਼ਾਈਨਿੰਗ ਕਰਨੀ, ਵੀਡੀਓ ਐਡੀਟਿੰਗ ਕਰਨੀ ਤੇ ਸੌਫਟਵੇਅਰਸ ਬਣਾਉਣੇ ਆ, ਪਰ ਕੰਪਨੀ ਆਪਣੀ ਟਾਈਪ ਦੀ ਆ, ਖੁਦ ਦੇ ਟਾਈਪ ਦੀ, ਕਿ ਉਹ ਟਾਂਗਰੇ ਤੋਂ ਕਿੱਦਾਂ ਚੱਲਦੀ ਆ, ਉਹੀ ਸਾਡਾ ਸੀਕ੍ਰੇਟ ਆ, ਠੀਕ ਆ। ਸਾਡੀਆਂ ਖੁਦ ਦੀਆਂ ਪਾਲਿਸੀਜ਼ ਆ ਕਿ ਅਸੀਂ EMPLOYEES ਨੂੰ ਕਿੱਦਾਂ ਰੱਖਣਾ, ਅਸੀਂ ਉਹਨਾਂ ਦੀ 10 ਲੱਖ ਦੀ ਇੰਸ਼ੋਰੈਂਸ ਕਰਾਣੀ ਕਿ 2 ਦੀ, ਇਹ ਅਸੀਂ ਆਪਣੇ ਹੱਥ 'ਚ ਰੱਖਿਆ, ਠੀਕ ਹੈ ਨਾ। ਸੋ ਉਹੀ ਹੈ ਕਿ ਇਹਨੂੰ ਤਾਂ ਹੀ ਉਹਦੇ ਯੂਨੀਕ ਬਿਜ਼ਨਸ ਮਾਡਲ ਕਹਿ ਰਹੇ ਨੇ। ਫਿਰ ਇਹਨੂੰ ਬਿਜ਼ਨਸ ਮਾਡਲ ਕਿਉਂ ਕਹਿ ਰਹੇ ਨੇ? ਕਿ ਇਸੇ ਲਈ ਕਹਿ ਰਹੇ ਨੇ ਕਿਉਂਕਿ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਇਹ ਡਿਫਰੈਂਟ ਨੇ, ਠੀਕ ਹੈ। ਇਹ ਜਦੋਂ ਕੋਈ ਹੋਰ 10 ਸਾਲ ਬਾਅਦ, 5 ਸਾਲ ਬਾਅਦ ਇਸੇ ਮਾਡਲ ਨੂੰ ਆਪਣੇ ਪਿੰਡ ਵਿੱਚ ਰੈਪਲੀਕੇਟ ਕਰੇਗਾ ਤੇ ਉਹ ਦੇਖੇਗਾ ਕਿ ਇਹ ਬਿਲਕੁਲ ਟਾਂਗਰੇ ਵਾਂਗੂ ਸਕਸੈਸਫੁਲ ਹੋ ਗਿਆ, ਕਿਉਂਕਿ ਟਾਂਗਰੇ ਵਾਲਿਆਂ ਨੇ ਆਪਣੀ ਜਿਹੜੀ ਚੀਜ਼ ਆ ਉਹ ਸ਼ੇਅਰ ਕਰ ਲਈ ਕਿ ਤੁਸੀਂ ਇਦਾਂ ਕਰੋ, ਠੀਕ ਹੈ ਨਾ। ਇੱਥੇ ਨਹੀਂ ਉਹ ਚੱਲਣਾ ਕਿ ਤੁਸੀਂ ਬੱਚੇ ਨੂੰ 5 ਸਾਲ ਗ੍ਰਾਫਿਕ ਡਿਜ਼ਾਈਨਿੰਗ ਸਿਖਾ ਕੇ ਉਹਨੂੰ ਕੋਰਸ ਕਰਵਾ ਕੇ ਤੇ 5 ਸਾਲ ਤੋਂ ਆਪਣਾ ਘਰੋਂ ਤੁਰ ਕੇ ਆ ਰਿਹਾ ਵਾ ਤੇ ਮੁੜ ਕੇ ਕੋਵਿਡ ਆ ਗਿਆ ਤੇ ਤੁਸੀਂ ਉਹਨੂੰ ਕਿਹਾ ਮੈਂ ਨਹੀਂ ਤੈਨੂੰ ਰੱਖਣਾ, ਇੱਥੇ ਨਹੀਂ ਉਹ ਚੱਲਣਾ, ਠੀਕ ਹੈ। ਇੱਥੇ ਸੌਫਟਵੇਅਰ ਇੰਜੀਨੀਅਰ ਤੁਸੀਂ ਬਣਾ ਲਿਆ, ਉਹਨੂੰ ਰਿਐਕਟ ਦੀ ਸਿਖਾਤੀ ਲੈਂਗੁਏਜ, ਉਹਨੂੰ ਇੰਨੀ ਮਿਹਨਤ ਕਰਾਈ, ਜਾਵਾ ਸਿਖਾਈ, ਉਹਦੇ ਘਰੋਂ ਅੱਗੇ ਪਿੱਛੋਂ ਕੋਈ ਪਤਾ ਹੀ ਨਹੀਂ ਕਿ ਰਿਐਕਟ ਕੀ ਹੁੰਦਾ। ਲੋਕੀ ਤੇ ਵੈਸੇ ਉਹਨੂੰ ਤਾਨੇ ਮਾਰ ਦਿੰਦੇ ਕਿ ਇਹ ਕਰਦਾ ਕੀ ਤੋਤੇ। ਸਾਡੇ ਅੱਧੇ ਤਾਂ ਮਤਲਬ ਕਿ 90% ਪਿੰਡ ਨੂੰ ਪਤਾ ਹੀ ਨਹੀਂ ਕਿ ਅਸੀਂ ਤੇ ਕਰਦੇ ਕੀ ਆ, ਹਨਾ। ਉਹਨੂੰ ਇਹੋ ਜਿਹਾ ਸਕਿੱਲ ਸਿਖਾ ਕੇ ਤੇ ਬਾਅਦ ਚੋਂ ਤੁਸੀਂ ਉਹਨੂੰ ਕਹੋਗੇ ਨਹੀਂ ਹਨਾ, ਬੜਾ ਟਫ ਟਾਈਮ ਆ ਗਿਆ ਤੇ ਹੁਣ ਤੁਸੀਂ ਜਾਓ। ਮੈਂ ਪਰਫਾਰਮਿੰਗ EMPLOYEES ਦੀ ਗੱਲ ਕਰ ਰਹੀ ਹਾਂ, ਜਿਹੜੇ ਨਹੀਂ ਕੰਮ ਕਰਦੇ ਜਾਂ ਜਿਹੜੇ ਨਹੀਂ ਮਿਹਨਤ ਕਰਦੇ ਉਹ ਤੇ ਅਸੀਂ ਵੀ ਨਹੀਂ ਰੱਖਣਾ ਚਾਹੁੰਦੇ, ਠੀਕ ਹੈ। ਪਰ ਜਿਹੜੇ ਪਰਫਾਰਮਿੰਗ EMPLOYEES ਆ ਉਹ ਤੁਸੀਂ ਫਿਰ ਇਸ ਤਰ੍ਹਾਂ ਨਹੀਂ ਕਰ ਸਕਦੇ। ਪਰ ਇੱਕ ਵੱਡੀ ਕੰਪਨੀ, ਜਿਹੜਾ ਮਰਜ਼ੀ ਨਾਮੀ ਕੰਪਨੀ, ਜੇ ਉਹਨੂੰ ਨਹੀਂ ਲੋੜ ਤੇ ਉਹ ਕੱਢ ਸਕਦੀ, ਬਿਲਕੁਲ, ਜੇ ਉਹਨੂੰ ਨਹੀਂ ਲੋੜ ਤੇ ਉਹ ਭੇਜ ਸਕਦੀ ਹੈ, ਠੀਕ ਹੈ। ਸੋ ਅਸੀਂ, ਹੋ ਸਕਦਾ ਸਾਡੇ ਤੇ ਵੀ ਉਹ ਸਿਚੁਏਸ਼ਨ ਆ ਜੇ, ਮੈਨੂੰ ਨਹੀਂ ਪਤਾ, ਪਰ ਅਸੀਂ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਹਾਂ ਕਿ ਅਸੀਂ ਵੈਲਿਊਜ਼ ਤੇ ਚੱਲੀਏ। ਅਸੀਂ ਐਕਸਟਰਾ ਕਾਸਟ ਪੇ ਕਰ ਰਹੇ ਹਾਂ, ਫालतू ਦੇ ਲੋਨਸ ਲੈ ਰਹੇ ਹਾਂ, ਕੰਪਨੀ ਤੇ ਬਰਡਨ ਪਾ ਰਹੇ ਹਾਂ, ਟੈਨਸ਼ਨ ਲੈ ਰਹੇ ਹਾਂ, ਠੀਕ ਹੈ, ਹਰ ਚੀਜ਼ ਕਰ ਰਹੇ ਹਾਂ ਕਿਉਂਕਿ ਅਸੀਂ ਇਸ ਕੰਪਨੀ ਨੂੰ ਹਿਊਮਨ ਵੈਲਿਊਜ਼ ਤੇ ਚਲਾਉਣਾ ਚਾਹੁੰਦੇ ਹਾਂ। ਤੇ ਮੈਨੂੰ ਨਹੀਂ ਲੱਗਦਾ ਕਿ ਇਸ ਕੰਪਨੀ 'ਚ ਜਲਦੀ ਕੋਈ ਇਨਵੈਸਟ ਵੀ ਕਰੇਗਾ ਜਦੋਂ ਤੱਕ ਕਿ ਉਹਦਾ ਦਿਮਾਗ ਸਾਡੇ ਵਾਂਗੂ ਨਹੀਂ ਚੱਲੇਗਾ ਕਿ ਇਹ ਅਸੀਂ ਬੰਦਿਆਂ ਲਈ ਕੰਪਨੀ ਖੋਲੀ ਆ, ਸੌਫਟਵੇਅਰ ਬਣਾਉਣ ਲਈ ਨਹੀਂ ਖੋਲੀ। ਸੌਫਟਵੇਅਰ ਤੇ ਇੱਕ ਸੈਕਿੰਡ ਚੀਜ਼ ਹੈ ਕਿ ਜਿਹੜੇ ਉਹਨਾਂ ਨੇ ਕੰਮ ਕਰਨਾ ਤੇ ਸਰਵਿਸ ਆਪਾਂ ਦੇਣੀ, ਪਰ ਐਕਚੁਅਲ 'ਚ ਟਾਂਗਰੇ ਵਿੱਚ ਕੰਪਨੀ ਕਿਉਂ? ਇਹ ਕੰਪਨੀ ਅੰਮ੍ਰਿਤਸਰ ਖੋਲ ਸਕਦੀ ਸੀ, ਮੋਹਾਲੀ ਖੋਲ ਸਕਦੀ ਸੀ, ਕਿਹੜਾ ਅੱਛਾ ਸ਼ਹਿਰ ਹੈ ਜਿਹੜਾ ਮੈਂ ਨਹੀਂ ਦੇਖਿਆ ਤੇ ਮੇਰਾ ਮਨ ਨਾ ਕਹਿੰਦਾ ਹੋਵੇ ਕਿ ਮੈਨੂੰ ਕਿ ਤੁਸੀਂ ਇੱਥੇ ਆ ਜਾਓ, ਰਾਈਟ। ਸੋ
ਟਾਂਗਰੇ ਵਿੱਚ ਕਿਉਂ? ਕਿਉਂਕਿ ਇਹ ਇੱਥੋਂ ਦੇ ਆਲੇ ਦੁਆਲੇ ਲਈ ਇੱਥੋਂ ਦੇ ਈਕੋਸਿਸਟਮ ਲਈ ਇਹ ਕੰਪਨੀ ਖੁੱਲੀ ਆ ਕਿ ਜਦੋਂ ਦੁੱਧ ਲਿਆਉਣਾ ਹੋਵੇ 500 ਲੀਟਰ ਮਹੀਨੇ ਦਾ ਤੇ ਉਹ ਪਿੰਡ ਦੇ ਘਰਾਂ 'ਚੋਂ ਆਵੇ। ਠੀਕ ਹੈ ਨਾ, ਜਦੋਂ ਪੀਜੀ ਦੇਣੇ ਹੋਣ ਤੇ ਉਹ ਪਿੰਡ ਦੇ ਲੋਕਾਂ ਦੇ ਘਰਾਂ 'ਚ ਪੀਜੀ ਬਣਨ, ਜਦੋਂ ਟਿਫਨ ਬਣਾਉਣੇ ਹੋਣ ਤੇ ਪਿੰਡ ਦੀਆਂ ਲੇਡੀਜ਼ ਟਿਫਨ ਬਣਾਉਣ, ਤੇ ਜਦੋਂ ਸੇਲ ਵਧਾਣੀ ਹੋਵੇ ਕਿ ਰੋਜ਼ ਇੱਥੇ 200 ਬੰਦੇ ਆ ਰਹੇ ਨੇ, ਠੀਕ ਹੈ, ਤਾਂ ਪੂਰੇ ਮਹੀਨੇ 'ਚ 6000 ਹੋ ਗਿਆ ਇੱਕ ਹਿਸਾਬ ਦਾ, ਠੀਕ ਹੈ, ਤੇ ਉਹ 6000 ਲੋਕ ਦੇ ਵਿੱਚੋਂ ਜੇ 3000 ਨੇ ਵੀ ਸ਼ਾਪਿੰਗ ਕਰਨੀ ਹੋਵੇ ਜਾਂ ਆਪਣੀ ਖੁਦ ਦੀ ਕੋਈ ਚੀਜ਼ ਖਰੀਦਣੀ ਹੋਵੇ ਤੇ ਇੱਥੇ ਲੋਕਲ ਦੁਕਾਨਾਂ ਤੋਂ ਖਰੀਦਣ। ਇਸ ਕਰਕੇ ਟਾਂਗਰੇ ਨੂੰ ਚੁਣਿਆ ਗਿਆ ਵਾ, ਮੇਰੀ ਕੋਈ ਮਜਬੂਰੀ ਨਹੀਂ ਟਾਂਗਰੇ ਨੂੰ ਚੁਣਨਾ। ਅੱਛਾ, ਇੱਕ ਚੀਜ਼ ਹੋਰ ਦੱਸੋ, ਤੁਸੀਂ ਖੁਦ ਹੀ ਕਿਹਾ ਕਿ ਪਿੰਡ ਵਾਲਿਆਂ ਤਾਂ ਹਜੇ ਵੀ ਨਹੀਂ ਪਤਾ ਵੀ ਅਸੀਂ ਕਰਦੇ ਕੀ ਆ, ਬਹੁਤ ਤਾਂ ਸ਼ਾਇਦ ਇਹੀ ਕਹਿੰਦੇ ਨੇ ਕਿ ਪਤਾ ਨਹੀਂ ਕੰਪਿਊਟਰ ਤੇ ਬੈਠ ਕੇ ਉਂਗਲਾਂ ਮਾਰਨਾ, ਮੱਥਾ ਮਰੀ ਜਾਂਦਾ, ਇਹ ਕਹਿੰਦੇ ਆ। ਪਰ ਉਹ ਇਹ ਜ਼ਰੂਰ ਕਹਿੰਦੇ, ਮੇਰੇ ਮੰਮੀ ਕਹਿੰਦੇ ਹੁੰਦੇ ਕਿ ਜੋ ਤੁਸੀਂ ਕਰਦੇ ਬੜਾ ਵਧੀਆ ਜੇ। ਅੱਛਾ, ਹੀ ਕਹਿੰਦੇ ਆ। ਹਾਂ, ਇਹੀ ਕਹਿੰਦੇ ਕਿ ਤੁਸੀਂ ਕਰਦੇ ਕੀ ਜੇ, ਪਰ ਜੋ ਤੁਸੀਂ ਕਰਦੇ ਬੜਾ ਵਧੀਆ, ਕਿ ਸਾਡੇ ਪਿੰਡ ਦਾ ਜਿਹੜਾ ਉਹ ਨਾਮ ਆ। ਬਾਕੀ ਮੈਨੂੰ ਬਹੁਤ ਉਮੀਦ ਆ ਕਿ ਮੇਰੇ ਹੀ ਪਿੰਡ ਦੇ ਬੱਚੇ ਜਿਹੜੇ ਆ ਉਹ ਅੱਗੋਂ ਮਿਹਨਤ ਕਰਨਗੇ, ਕੰਪਿਊਟਰ ਫੀਲਡ 'ਚ ਆਉਣਗੇ, ਬੀਟੈਕ ਕਰਨਗੇ, BCA MCA ਕਰਨਗੇ, ਤੇ ਉਹ ਵੀ ਆਪਣਾ ਡ੍ਰੀਮ ਰੱਖਣਗੇ ਕਿ ਅਸੀਂ ਸਾਡੀ ਕੰਪਨੀ ਸਿੰਬਾ ਕੁਆਰਟਸ ਦੇ ਵਿੱਚ ਜਿਹੜੀ ਟਾਂਗਰੇ 'ਚ ਖੁੱਲੀ ਹੈ ਇਹਦੇ ਵਿੱਚ ਅਸੀਂ ਕੰਮ ਕਰੀਏ। ਸੋ ਬਦਲਾਵ ਜਿਹੜਾ ਹੌਲੀ ਹੌਲੀ ਆਉਂਦਾ ਹੈ ਤੇ ਮੈਂ ਸਬਰ ਰੱਖਣ ਲਈ ਰੈਡੀ ਹਾਂ। ਠੀਕ ਹੈ ਨਾ, 25 ਸਾਲ ਬਾਅਦ ਇੱਥੇ ਕੀ ਹੋਏਗਾ ਉਹ ਦੇਖਣ ਲਈ ਮੈਂ ਰੈਡੀ ਹਾਂ। ਮੈਨੂੰ ਕੋਈ ਕਾਹਲੀ ਨਹੀਂ ਆ। ਕਾਹਲੀ ਹੁੰਦੀ ਤੇ 100 EMPLOYEES ਨਾ ਹੁੰਦੇ, 1000 EMPLOYEES ਹੁੰਦੇ ਮੇਰੀ ਕੰਪਨੀ ਦੇ। ਕਾਹਲੀ ਹੁੰਦੀ ਤੇ ਮੈਂ ਕਈ ਤਰ੍ਹਾਂ ਦੇ ਲੋਨ ਲੈ ਲੈਂਦੀ, ਕਈ ਤਰ੍ਹਾਂ ਦੇ ਇਨਵੈਸਟਰ ਆਉਂਦੇ ਤੇ ਕੰਪਨੀ ਨੂੰ ਕਈ ਤਰੀਕਿਆਂ ਨਾਲ ਚਲਾ ਸਕਦੀ ਸੀ। ਪਰ ਅੱਜ ਵੀ ਮੈਨੂੰ ਕੋਈ ਕਾਹਲੀ ਨਹੀਂ ਆ। ਜਿੱਥੇ ਅਸੀਂ ਪਹੁੰਚੇ ਆ ਇੱਥੇ ਟਿਕਣਾ, ਜਿਹੜਾ ਕਹਿੰਦੇ ਨਾ ਟਿਕਣਾ ਕਮਾਲ ਹੈ। ਤਾਂ ਮੈਂ ਉਹ 'ਚ ਬਿਲੀਵ ਕਰਦੀ ਕਿ ਜਿੱਥੇ ਮੈਂ, ਜੇ ਅੱਜ ਮੇਰੇ ਕੋਲ 120 ਬੰਦੇ ਆ ਤੇ 110 ਹੋ ਗਏ, 100 ਹੋ ਗਏ, ਠੀਕ ਆ, ਜਾਂ ਫਿਰ 140 ਹੋ ਗਏ, ਇੱਥੇ ਕੀ ਮੈਂ ਰਵਾਂ। ਠੀਕ ਹੈ, ਮੈਂ ਇੰਨੇ ਵੱਡੇ ਪੁਲਾਂਘਾਂ ਨਹੀਂ ਪੁੱਟਣਾ ਚਾਹੁੰਦੀ ਕਿ ਮੈਂ ਬੱਚਿਆਂ ਦਾ ਨੁਕਸਾਨ ਕਰਦਾ। ਠੀਕ ਹੈ, ਮੇਰੀ ਤਰੱਕੀ ਦੀ ਗੱਲ ਵੱਖਰੀ ਆ, ਪੈਸੇ ਦੀ ਗੱਲ ਵੱਖਰੀ ਆ, ਕਿ ਜਿਨ੍ਹਾਂ ਨੂੰ 120 ਨੂੰ ਜੌਬ ਦਿੱਤੀ ਆ ਉਹਨਾਂ ਦਾ ਨੁਕਸਾਨ ਨਾ ਮੇਰੇ ਹੱਥੋਂ ਹੋ ਜੇ। ਸੋ ਉਧਰ ਮੇਰਾ ਜ਼ਿਆਦਾ ਧਿਆਨ। ਅੱਛਾ, ਹੁਣ ਤੱਕ ਜ਼ਿੰਦਗੀ ਦੇ ਵਿੱਚ ਕੀ ਮੰਨਦੇ ਹੋ ਸਭ ਤੋਂ ਵੱਡੀ ਖੁਸ਼ੀ ਕਿਹੜੀ ਆਈ ਸੀ ਤੁਹਾਡੀ ਜ਼ਿੰਦਗੀ ਦੇ ਵਿੱਚ? ਮੈਂ ਤੇ ਰੋਜ਼ ਹੀ ਖੁਸ਼ ਰਹਿੰਦੀ ਆ। ਠੀਕ ਹੈ, ਮੇਰੇ ਮੰਮੀ ਪਾਪਾ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ, ਤੇ ਸੋ ਮੈਂ ਤੇ ਰੋਜ਼ ਹੀ ਖੁਸ਼ ਆ। ਠੀਕ ਹੈ, ਮੈਨੂੰ ਵੈਸੇ ਤੇ ਪੋਲੀਟੀਕਲ ਆਨਸਰ ਹੋ ਜਾਏਗਾ, ਠੀਕ ਹੈ, ਬਟ ਸਟਿਲ ਕਿ ਜਦੋਂ ਮਨੀਸ਼ ਸਿਸੋਦੀਆ ਸਾਡੇ ਆਫਿਸ 'ਚ ਆਏ ਖੁਦ, ਕਿਉਂਕਿ ਮੈਨੂੰ ਉਹ ਨਹੀਂ ਜਾਣਦੇ ਸੀ ਤੇ ਮੈਨੂੰ ਬਹੁਤ ਅੱਛਾ ਲੱਗਾ, ਮੈਨੂੰ ਬਹੁਤ ਵਧੀਆ ਲੱਗਾ ਕਿ ਕਿਸੇ ਅਹੁਦੇਦਾਰ ਬੰਦੇ ਨੇ ਸਾਨੂੰ ਵੀ ਸਰਪ੍ਰਾਈਜ਼ ਦਿੱਤਾ। ਉਹਨੇ ਫਿਰ ਪੜ੍ਹਿਆ ਸੀ ਕਿਤੇ ਤੁਹਾਡੇ ਬਾਰੇ ਜਾਂ ਕਿਤੇ ਸੁਣਿਆ ਸੀ? ਉਹਨਾਂ ਨੇ ਪੜ੍ਹਿਆ ਸੀ ਤੇ ਉਹਨਾਂ ਨੇ ਜਿਹੜਾ ਵਾ ਉਹ ਸਾਨੂੰ 30 ਮਿੰਟ ਪਹਿਲਾਂ ਪਤਾ ਲੱਗਾ ਕਿ ਉਹਨਾਂ ਨੇ ਆਉਣਾ। ਠੀਕ ਹੈ, ਸੋ ਸਾਨੂੰ ਬਹੁਤ ਹੀ ਅੱਛਾ, ਮੈਂ ਤੇ ਬਿਲਕੁਲ ਹੀ ਮਤਲਬ ਕਿਤੇ ਵੀ ਨਹੀਂ, ਮੈਂ ਤੇ ਸੁੱਤੀ ਪਈ ਸੀ ਘਰ ਉਦੋਂ। ਮੈਨੂੰ ਲੱਗੇ ਮੈਨੂੰ ਤੇ ਆਈ ਵਾਸ ਨਾਟ ਫੀਲਿੰਗ ਵੈਲ, ਤੇ ਮੈਂ ਘਰ ਹੀ ਤੇ ਮੈਂ ਤੇ ਰਿਲੈਕਸ ਹੋ ਕੇ ਆਫਿਸ ਆਈ। ਮੰਮੀ ਨੂੰ ਮੈਂ ਪੂਰਾ ਤੇਜ਼ ਤਰਾਰ ਕਰਤਾ ਕਿ ਤੁਹਾਨੂੰ ਤਿਆਰੀ ਕਰਨੀ ਪੈਣੀ। ਸੋ ਮੈਨੂੰ ਬਹੁਤ ਅੱਛਾ ਲੱਗਾ। ਮੈਂ TEDx ਸਪੀਕਰ ਹਾਂ। 2016 ਦੇ ਵਿੱਚ ਮੇਰੀ ਫਰਸਟ TED ਟਾਕ ਹੋਈ ਸੀ। ਸੋ ਮੈਂ ਅਕਸਰ ਲੋਕਾਂ ਨੂੰ ਕਹਿੰਦੀ ਹੁੰਦੀ ਕਿ ਜ਼ਿਆਦਾ ਮੋਟੀਵੇਟ ਹੋਣਾ ਤੇ TED ਟਾਕ ਸੁਣਿਆ ਕਰੋ ਰੋਜ਼ 1-2। ਠੀਕ ਹੈ, ਸੋ TED ਪਲੇਟਫਾਰਮ ਤੇ ਜਾਣਾ, IITs IIMs 'ਚ ਜਾਣਾ, ਮੈਨੂੰ ਬਹੁਤ ਅੱਛਾ ਲੱਗਦਾ ਕਿ ਮੈਨੂੰ ਅੱਛੀਆਂ ਸਟੇਜਿਸ ਜਿਹੜੀਆਂ ਬੁਲਾਉਂਦੀਆਂ ਨੇ, ਖਾਸ ਕਰਕੇ ਇੰਡੀਆ ਦੇ ਟੌਪ ਕਾਲਜਿਸ, ਟੌਪ ਯੂਨੀਵਰਸਿਟੀਜ਼, ਮੈਂ ਉਹਨੂੰ ਹੀ ਆਪਣੀ ਸਕਸੈਸ ਮੰਨਦੀ। ਮੇਰੇ ਕੋਲ ਕਰੋੜਾਂ ਰੁਪਏ ਬੈਂਕ 'ਚ ਪਏ ਹੋਣ ਤੇ ਮੈਂ ਉਹਨੂੰ ਸਕਸੈਸ ਨਹੀਂ ਮੰਨਾਂਗੀ, ਪਰ ਜੇ ਮੈਨੂੰ ਕੋਈ IIM IIT ਵਾਲਾ ਇੰਸਟੀਟਿਊਟ, ਜਾਂ ਮੈਨੂੰ ਜਿੱਦਾਂ ਮੈਂ TED ਟਾਕ 'ਚ 2 ਵਾਰੀ ਗਈ ਹਾਂ, ਠੀਕ ਆ, ਇੱਦਾਂ ਮੈਨੂੰ ਕੋਈ ਬੁਲਾਏ ਤੇ ਮੈਨੂੰ ਬਹੁਤ ਜ਼ਿਆਦਾ ਅੱਛਾ ਲੱਗਦਾ। ਮੈਨੂੰ ਲੱਗਦਾ ਕਿ ਮੇਰੀ ਜਿਹੜੀ ਸਟੋਰੀ ਆ ਜਦੋਂ 1000 ਬੱਚਿਆਂ ਨੂੰ ਹੋਰ ਪਤਾ ਲੱਗੇਗੀ ਤੇ ਉਹਨਾਂ ਦੀ ਜ਼ਿੰਦਗੀ 'ਚ ਜਿਹੜਾ ਉਹ ਸੱਚਮੁੱਚ ਬਦਲਾਵ ਆਏਗਾ। ਮੈਨੂੰ ਬੜਾ ਯਕੀਨ 'ਚ ਮੈਂ ਬੜਾ ਬਿਲੀਵ ਕਰਦੀ ਕਿ ਯਕੀਨ ਆ ਮੈਨੂੰ ਕਿ ਇੱਦਾਂ ਹੋ ਸਕਦਾ। ਸੋ ਜਦੋਂ ਮੈਂ ਆਪਣੀ ਸਟੋਰੀ ਸ਼ੇਅਰ ਕਰਦੀ ਕਿਸੇ ਨਾਲ ਤੇ ਮੈਨੂੰ ਪਤਾ ਹੈ ਕਿ ਉਹ ਆਪਣੀ ਜ਼ਿੰਦਗੀ ਜ਼ਰੂਰ ਉਹ 'ਚੋਂ ਕੁਛ ਨਾ ਕੁਛ ਪਿਕ ਕਰ ਸਕਦਾ, ਕਿਉਂਕਿ ਅੱਜ ਕੱਲ੍ਹ ਰੀਅਲ ਸਟੋਰੀਜ਼ ਬੜੀਆਂ ਘੱਟ ਰਹਿ ਗਈਆਂ ਤੇ ਮੈਂ ਹਮੇਸ਼ਾ ਰਿਐਲਿਟੀ ਪੇਸ਼ ਕਰਦੀ, ਭਾਵੇਂ ਮੇਰਾ ਸੋਸ਼ਲ ਮੀਡੀਆ ਹੋਵੇ, ਭਾਵੇਂ ਇੰਟਰਵਿਊ ਹੋਵੇ, ਕੁਛ ਵੀ ਜੋ ਸੱਚਮੁੱਚ ਹੀ ਮੇਰੀ ਜ਼ਿੰਦਗੀ 'ਚ ਹੋਇਆ ਹੋਏਗਾ, ਜੋ ਬਿਲਕੁਲ ਮੇਰੀ ਜ਼ਿੰਦਗੀ ਦੀਆਂ ਸੱਚੀਆਂ ਘਟਨਾਵਾਂ ਨੇ, ਉਹੀ ਮੈਂ ਹਮੇਸ਼ਾ ਸਭ ਦੇ ਅੱਗੇ ਰੱਖਦੀ ਹਾਂ। ਤੇ ਜਦੋਂ ਮੈਂ ਖੁਦ ਨੂੰ ਦੇਖਿਆ ਕਿ 10-12 ਸਾਲ ਪਹਿਲਾਂ ਅਸੀਂ ਬੱਸਾਂ ਤੇ ਜਾ ਰਹੇ ਸੀ, ਹੁਣ ਵੀ ਮੇਰਾ ਜੀ ਕਰਦਾ ਹੁਣ, ਠੀਕ ਹੈ, ਅੱਜ ਕੱਲ੍ਹ ਤੇ ਉਹ ਹੁਣ ਅਸੀਂ ਸਾਰੀਆਂ ਸੁਵਿਧਾਵਾਂ ਨੇ, ਸਾਡੇ ਕੋਲ ਡਰਾਈਵਰਸ ਨੇ, ਗੱਡੀਆਂ ਨੇ, ਹਰ ਚੀਜ਼, ਠੀਕ ਹੈ। ਸੋ ਜੇ ਮੇਰੀ ਜ਼ਿੰਦਗੀ 'ਚ ਇੰਨਾ ਬਦਲਾਵ ਆ ਸਕਦਾ ਹੈ ਤੇ ਫਿਰ ਹਰ ਇੱਕ ਦੇ ਕਿਉਂ ਨਹੀਂ। ਮੈਂ ਤੇ ਖੁਦ ਪਿੰਡ 'ਚੋਂ ਹਾਂ, ਠੀਕ ਹੈ, ਮੇਰੇ ਘਰਦਿਆਂ ਨੂੰ ਹੋਰ ਕਈ ਤਰ੍ਹਾਂ ਦੀਆਂ ਟੈਨਸ਼ਨਾਂ ਸੀ, ਕਈਆਂ ਨੂੰ ਨਹੀਂ ਹੁੰਦੀਆਂ, ਕਈਆਂ ਨੂੰ ਈਜ਼ੀ ਪੜ੍ਹਾ ਸਕਦੇ ਉਹਨਾਂ ਦੇ ਘਰ ਦੇ, ਠੀਕ ਹੈ। ਸਿਰਫ ਜੋ ਮੈਂ ਕਰ ਸਕਦੀ ਫਿਰ ਹਰ ਕੋਈ ਜਿਹੜਾ ਉਹ ਕਰ ਸਕਦਾ। ਬਸ ਉਹੀ ਹੈ ਕਿ ਮੈਂ ਚਾਹੁੰਦੀ ਕਿ ਮੇਰੇ ਆਲੇ ਦੁਆਲੇ ਜੋ
ਬਹੁਤ ਸਾਰੀਆਂ ਮਨਦੀਪ ਕੌਰ ਟਾਂਗਰਾ ਤੇ ਉਸ ਤੋਂ ਬਿਹਤਰ ਲੋਕ ਜਿਹੜੇ ਆ ਉਹ ਅੱਗੇ ਅੱਗੇ ਆਣ। ਸਾਡਾ ਮੈਂ ਅੱਜ ਹੀ ਮੈਂ ਆਰਟੀਕਲ ਸੋਚ ਰਹੀ ਕਿ ਜਿਸ 'ਚ ਮੈਂ ਲਿਖਾਂ ਕਿ ਤੁਹਾਡਾ ਜੀ ਕਰਦਾ ਕਿ ਪੰਜਾਬ ਦੀ ਵੀ ਤੁਹਾਡੇ ਕੋਲ ਪੀਆਰ ਹੋਵੇ, ਠੀਕ ਹੈ ਨਾ। ਸੋ ਅਸੀਂ ਉਹ ਵਾਲੇ ਬੱਚੇ ਬਣਨਾ ਕਿ ਜਿੰਨਾ ਕੋ ਪੰਜਾਬ ਦੀ ਪੀਆਰ ਹੋਵੇ, ਉਹਦੇ 'ਚ ਮਾਣ ਮਹਿਸੂਸ ਕਰਨ ਕਿ ਅਸੀਂ ਪੰਜਾਬੀ ਆ, ਪੰਜਾਬ 'ਚ ਰਹਿਣ ਵਾਲੇ ਪੰਜਾਬੀ ਆ ਅਸੀਂ। ਪਰ ਮੈਨੂੰ ਲੱਗਦਾ ਨਹੀਂ ਅੱਜ ਕੱਲ ਕੋਈ ਨੌਜਵਾਨ ਨਹੀਂ ਕਰੂ ਪੰਜਾਬ ਛੱਡ ਕੇ। ਉਹ ਤਾਂ ਐ ਕਹਿੰਦੇ ਵੀ 12ਵੀਂ ਕਦੋਂ ਹੋਈ। ਅੱਜ ਕੱਲ ਦੇ ਮਨਦੀਪ ਜੀ ਤੁਸੀਂ ਚੌਥੇ ਜਵਾਕ ਨੂੰ ਪੁੱਛ ਲਓ, 5ਵੀਂ ਨੂੰ ਪੁੱਛ ਲਓ ਕਰਨਾ ਕੀ ਆ, ਕਹੋਗੇ ਜੀ +2 ਕਰਨੀ ਆ, ਕੈਨੇਡਾ ਜਾਣਾ, ਅਮਰੀਕਾ ਜਾਣਾ, ਟਰੱਕ ਚਲਾਉਣੇ ਬਸ। ਹਾਂ, ਉਹਦਾ ਵੀ ਨਾ ਫਿਰ ਤੇ ਆਪਣੀ ਇੰਟਰਵਿਊ ਤੇ ਬਥੇਰੀ ਲੰਬੀ ਹੋਣੀ। ਉਹਦਾ ਜਵਾਬ ਇਹ ਆ ਕਿ ਜਿੱਥੇ ਮਰਜ਼ੀ ਜਾਓ, ਠੀਕ ਹੈ, ਪਰ ਉਹ ਕਰੋ ਜੋ ਤੁਹਾਡਾ ਦਿਲ ਕਹਿੰਦਾ। ਜੇ ਤੁਹਾਡਾ ਦਿਲ ਕਹਿੰਦਾ ਕਿ ਮੰਮੀ ਪਾਪਾ ਨੂੰ ਛੱਡ ਕੇ ਤੇ ਮੈਂ ਆਸਟ੍ਰੇਲੀਆ ਚਲ ਜਾ ਤੇ ਉੱਥੇ ਹੀ ਪੱਕਾ ਵਸ ਜਾ, ਤੇ ਫਿਰ ਤੁਸੀਂ ਬਿਲਕੁਲ ਠੀਕ ਕਰ ਰਹੇ ਹੋ। ਪਰ ਜੇ ਦਿਲ ਕਹਿੰਦਾ ਕਿ ਯਾਰ ਪਿੱਛੇ ਮੰਮੀ ਬਿਮਾਰ ਆ ਤੇ ਮੈਂ ਗੁਆਂਢੀ ਨੂੰ ਕਹਾਂ ਕਿ ਯਾਰ ਤੂੰ ਧਿਆਨ ਰੱਖੀ ਜਾਂ ਆ ਕਰਦਾ ਉਹ ਕਰਦਾ ਤੇ ਉਹ ਵਲਵਲਿਆਂ 'ਚ ਬੈਠਾ ਰਵਾਂ, ਤੇ ਫਿਰ ਨਹੀਂ ਠੀਕ। ਸੋ ਜਿੰਨੇ ਬਾਹਰ ਜਾਣਾ ਜਾਓ। ਮੈਂ ਤੇ ਖੁਦ ਕਹਿੰਦੀ ਆ ਕਿ ਜਿਹਦਾ ਮਨ ਹੀ ਨਹੀਂ ਇੱਥੇ, ਉਹਨੂੰ ਇੱਥੇ ਕਰਨਾ ਵੀ ਕੀ, ਠੀਕ ਹੈ। ਜਾਂ ਜਿਹਦੀ ਮਜਬੂਰੀ ਆ ਜਾਂ ਜਿਹਨੂੰ ਲੱਗਦਾ ਕਿ ਮੈਨੂੰ ਜਾਣਾ ਚਾਹੀਦਾ, ਤੇ ਉਹ ਵਾਕਈ ਹੀ ਜਾਵੇ। ਜ਼ਿੰਦਗੀ 'ਚ ਕਸ਼ਮਕਸ਼ ਤੇ ਵਿੱਚ ਵਿਚਾਲਾ ਨਹੀਂ ਚਾਹੀਦਾ, ਜਾਂ ਕਾਲਾ ਤੇ ਜਾਂ ਚਿੱਟਾ, ਠੀਕ ਹੈ ਨਾ। ਸੋ ਇਸ ਕਰਕੇ ਤੁਸੀਂ ਆਪਣਾ ਬਲੈਕ ਐਂਡ ਵਾਈਟ ਜ਼ਿੰਦਗੀ ਜੀਓ ਕਿ ਇੱਕ ਰਸਤਾ ਚੁਣ ਲਓ। ਉਹ ਭਾਵੇਂ ਫਿਰ ਕੈਨੇਡਾ ਦਾ ਹੋਵੇ, ਭਾਵੇਂ ਨਿਊਜ਼ੀਲੈਂਡ ਦਾ ਹੋਵੇ, ਤੇ ਭਾਵੇਂ ਟਾਂਗਰੇ ਦਾ ਹੋਵੇ, ਠੀਕ ਹੈ। ਜੋ ਸੋਚ ਲਿਆ ਨਾ ਉਹ ਕਰੋ। ਐਸੇ ਇਨਸਾਨ ਬਣੋ ਜ਼ਿੰਦਗੀ 'ਚ ਕਿ ਜੋ ਤੁਹਾਡਾ ਦਿਲ ਕਹਿੰਦਾ ਨਾ ਉਹ ਕਰੋ, ਜੋ ਮਨ ਕਹਿੰਦਾ ਉਹ ਨਹੀਂ। ਕਿਉਂਕਿ ਮਨ ਤੇ ਹਮੇਸ਼ਾ ਉਲਟ ਕਹਿੰਦਾ। ਮਨ ਤੇ ਕਹਿੰਦਾ ਕਿ ਨਹੀਂ ਉੱਠਣਾ ਸਵੇਰੇ, ਮਨ ਤੇ ਕਹਿੰਦਾ ਕਿ ਅੱਜ ਆਪਾਂ ਲੇਟ ਜਾਣਾ ਵਾ, ਠੀਕ ਆ। ਮਨ ਤੇ ਕਹਿੰਦਾ ਕਿ ਅੱਜ ਰਹਿਣ ਦੋ, ਅੱਜ ਮੀਂਹ ਪੈ ਗਿਆ। ਮਨ ਤੇ ਕਹਿੰਦਾ ਕਿ ਯਾਰ ਜਾਓ ਕੈਨੇਡਾ, ਜਾਓ ਕੈਨੇਡਾ, ਠੀਕ ਹੈ ਨਾ। ਪਰ ਦਿਲ ਕੀ ਕਹਿੰਦਾ ਵਾ, ਕੀ ਤੁਸੀਂ ਉਹ ਕਰ ਪਾ ਰਹੇ ਹੋ ਜੋ ਤੁਹਾਡਾ ਦਿਲ ਕਹਿੰਦਾ? ਮਨ ਤੁਹਾਨੂੰ ਹਮੇਸ਼ਾ ਆਪੋਜ਼ਿਟ ਕਹਿੰਦਾ, ਬਿਲਕੁਲ ਪੁੱਠਾ ਕਹੇਗਾ। ਮਨ ਕਹੇਗਾ ਕਿ ਕੈਨੇਡਾ ਹੀ ਜਾਣਾ, ਜੋ ਮਰਜ਼ੀ ਹੋ ਜਾਏ, ਮੈਂ ਸਾਰਾ ਕੁਝ ਵੇਚ ਵਟ ਕੇ ਕੈਨੇਡਾ ਜਾਣਾ, ਠੀਕ ਹੈ। ਆਪਣੇ ਦਿਲ ਨੂੰ ਪੁੱਛੋ ਇਕੱਲੇ ਬਹਿ ਕੇ ਕਿ ਦਿਲ ਇਹ ਕਹਿੰਦਾ ਕਿ ਜੋ ਵੀ ਘਰਦਿਆਂ ਨੇ ਸਾਰੀ ਉਮਰ 'ਚ ਬਣਾਇਆ ਇਹਨੂੰ ਵੇਚ ਵਟ ਕੇ ਤੇ ਮੈਂ ਕੈਨੇਡਾ ਚਲ ਜਾ, ਠੀਕ ਹੈ। ਸੋ ਮੇਰੀ ਇੰਟਰਵਿਊ ਤੋਂ ਕਈ ਜਾਣੇ ਨੈਗੇਟਿਵ ਵੀ ਹੋ ਜਾਂਦੇ। ਮੈਂ ਤੇ ਪਰ ਕੁਝ ਕਰ ਨਹੀਂ ਸਕਦੀ ਕਿ ਸਰਕਾਰ ਨੂੰ ਦੋਸ਼ ਲਾਣੇ ਬਹੁਤ ਸੌਖੇ ਆ, ਠੀਕ ਹੈ ਨਾ। ਪਰ ਉਹ ਵੀ ਉਦਾਹਰਨਾਂ ਵੇਖੋ ਪੰਜਾਬ 'ਚ। ਮੈਂ ਆਪਣੀ ਗੱਲ ਨਹੀਂ ਕਰਦੀ ਕਿ ਜਿਨ੍ਹਾਂ ਨੇ ਪੰਜਾਬ 'ਚ ਰਹਿ ਕੇ ਮਿੱਟੀ ਨਾਲ ਮਿੱਟੀ ਹੋ ਕੇ ਕੁਝ ਕਰਕੇ ਦਿਖਾਇਆ ਹੈ। ਬਿਲਕੁਲ। ਤੇ ਜਦੋਂ ਮਿਲਖਾ ਸਿੰਘ ਦੀ ਐਗਜ਼ਾਮਪਲ ਲਾ ਲਓ, ਇੰਨੀ ਪੇਨ ਚੋਂ ਲੰਘ ਕੇ, ਪੈਰਾਂ 'ਚ ਕਿੱਲ ਖੁਬਾ ਕੇ, ਫਿਰ ਵੀ ਭੱਜ ਕੇ, ਤੇ ਫਿਰ ਲੋਕ ਕਹਿ ਦਿੰਦੇ ਕਿ ਉਹਨਾਂ ਦੀ ਕਿਸਮਤ ਸੀ। ਡਾਕਟਰ ਮਨਮੋਹਨ ਸਿੰਘ ਦੀ ਲੋਕ ਕਹਿ ਦਿੰਦੇ ਕਿਸਮਤ ਹੈ, ਠੀਕ ਹੈ। ਹਰ ਇੱਕ ਦੀ ਕਿਸਮਤ ਹੈ, ਮੇਰੀ ਵੀ ਲੋਕ ਕਹਿਣਗੇ ਕਿ ਇਹਦੀ ਵੀ ਕਿਸਮਤ ਹੈ, ਠੀਕ ਹੈ। ਪਰ ਕਿਸਮਤ ਨਹੀਂ, ਵਾਕਈ ਬੜਾ ਜ਼ੋਰ ਲੱਗਦਾ ਜੇ। ਵਾਕਈ ਬੜੇ ਬੜੇ ਸਰਾਣੇ ਭਿਓਏ ਹੁੰਦੇ ਜੇ ਰੋ ਰੋ ਕੇ, ਤੇ ਵਾਕਈ ਬਹੁਤ ਕੁਝ ਜ਼ਿੰਦਗੀ 'ਚ ਚੱਲ ਕੇ ਹੀ ਤੁਸੀਂ ਸਫਲਤਾ ਤੱਕ ਪਹੁੰਚਦੇ ਹੋ। ਉਹ ਭਾਵੇਂ ਕੋਈ ਸਿੰਗਰ ਆ, ਭਾਵੇਂ ਕੋਈ ਰਾਈਟਰ ਆ, ਭਾਵੇਂ ਕੋਈ ਵੀ, ਭਾਵੇਂ ਗੋਲ ਗੱਪਿਆਂ ਵਾਲਾ ਹੀ ਆ, ਠੀਕ ਹੈ ਨਾ। ਉਹ ਵੀ ਕਲੀਨ ਕਲੀਅਰ ਆਪਣੀ ਮਿਹਨਤ ਵਾਲਾ ਕੰਮ ਕਰ ਰਿਹਾ ਤੇ ਲੋਕ ਉਹਨੂੰ ਪਸੰਦ ਕਰ ਰਹੇ ਨੇ। ਕੋਈ ਮਾਰਕੀਟਿੰਗ ਦੇ ਸਿਰ ਤੇ ਸਾਰੀ ਉਮਰ ਨਹੀਂ ਜੇ ਕੱਢ ਸਕਦਾ, ਤਾਂ ਹੀ ਉਹ ਸਰਕਾਰਾਂ ਬਦਲ ਜਾਂਦੀਆਂ, ਬਿਲਕੁਲ, ਠੀਕ ਹੈ ਨਾ। ਸੋ ਮਾਰਕੀਟਿੰਗ ਦੇ ਸਿਰ ਤੇ ਸਾਰੀ ਉਮਰ ਦੀ ਸਕਸੈਸ ਨਹੀਂ ਹੋ ਸਕਦੀ। ਲੋਕਾਂ ਲਈ ਮੈਂ ਕੀ ਕਰ ਰਹੀ, ਆਪਣੇ ਲਈ ਕੀ ਕਰ ਰਹੀ, ਮੈਂ ਕਿੰਨਾ ਐਫਰਟ ਪਾ ਰਹੀ ਹਾਂ, ਠੀਕ ਹੈ। ਉਹਨੇ ਟਿਕਣਾ ਹੀ ਟਿਕਣਾ, ਉਹ 'ਚ ਬੁਲੰਦੀ ਪਰ ਟਿਕਣਾ ਕਮਾਲ ਹੈ, ਕਰਨ ਦੀ ਲੋੜ ਹੀ ਨਹੀਂ ਆ। ਜੋ ਤੁਸੀਂ ਕਰ ਹੀ ਮਿਹਨਤ ਰਹੇ ਹੋ, ਤੇ ਫਿਰ ਤੁਹਾਨੂੰ ਵਿਸ਼ਵਾਸ ਕਰਨਾ ਚਾਹੀਦਾ ਕਿ ਰੱਬ ਹੁੰਦਾ ਤੇ ਤੁਸੀਂ ਟਿਕ ਜਾਣਾ, ਉਹਨੇ ਤੁਹਾਨੂੰ ਟਿਕਾ ਕੇ ਰੱਖਣਾ ਹੈ। ਸੋ ਨਾਸਤਕ ਨਹੀਂ ਬਣਨਾ ਚਾਹੀਦਾ। ਸੋ ਨਾਸਤਕ ਜਿੰਨਾ ਤੁਸੀਂ ਬਣੋਗੇ, ਉਹ ਜਿਹੜੇ ਜ਼ਿਆਦਾ ਸਾਇੰਟਿਫਿਕ ਹੋ ਜਾਂਦਾ, ਜਿਨ੍ਹਾਂ ਦਾ ਮਾਈਂਡ, ਜਿਹਨੂੰ ਲੱਗਦਾ ਕਿ ਹਾਂ ਰੱਬ ਤੇ ਮੈਨੂੰ ਦੇਖ ਹੀ ਨਹੀਂ ਰਿਹਾ, ਆਹ ਵਾਲੀ ਗਲਤੀ 'ਚ ਤੇ ਰੱਬ ਨੇ ਦੇਖਿਆ ਨਹੀਂ, ਮੈਂ ਮੰਮੀ ਨੂੰ ਝੂਠ ਮਾਰਤਾ, ਠੀਕ ਹੈ। ਸੋ ਉਹ ਆ ਕਿ ਜਿੰਨਾ ਤੁਸੀਂ ਨਾਸਤਕ ਹੋਈ ਜਾਓਗੇ, ਉਹਨਾਂ ਤੁਹਾਡਾ ਗ੍ਰਾਫ ਜਿਹੜਾ ਉਹ ਥੱਲੇ ਆਈ ਜਾਏਗਾ। ਤੇ ਜੇ ਉੱਪਰ ਗਿਆ ਵੀ ਹੋਏਗਾ ਤੇ ਬੁਲੰਦੀ 'ਤੇ ਟਿਕਣਾ ਬਹੁਤ ਟਫ ਆ, ਠੀਕ ਹੈ ਨਾ। ਆਪ ਜਾ ਸਕਦੇ, ਪਰ ਥੱਲੇ ਤੁਹਾਨੂੰ ਆਉਣਾ ਹੀ ਪੈਣਾ। ਪਰ ਜੇ ਆਪ ਹੀ ਰਹਿਣਾ ਵਾ, ਠੀਕ ਹੈ, ਤੇ ਫਿਰ ਤੁਹਾਨੂੰ ਜਿਹੜਾ ਵਾ ਉਹ ਮੰਨਣਾ ਪਏਗਾ ਕਿ देयर इज अ यूनिवर्स, ਰੱਬ ਹੁੰਦਾ ਵਾ, ਵਿਸ਼ਵਾਸ ਵੀ ਕੋਈ ਚੀਜ਼ ਹੁੰਦੀ ਆ, ਬੰਦੇ ਦੇ ਅੰਦਰੋਂ ਜੋ ਆਵਾਜ਼ ਹੁੰਦੀ ਉਹ ਵੀ ਕੋਈ ਚੀਜ਼ ਆ, ਠੀਕ ਹੈ। ਸੋ ਜ਼ਿਆਦਾ ਸਾਇੰਟਿਫਿਕ ਹੋ ਕੇ ਜਿਹੜਾ ਸਾਡੇ ਜਿਹੜੇ ਬੱਚੇ ਆ ਉਹ ਬਾਹਰ ਜਾ ਜਾ ਕੇ ਸਾਇੰਟਿਫਿਕ ਹੋਈ ਜਾ ਰਹੇ ਨੇ, ਸੋਚ ਸਾਇੰਟਿਫਿਕ ਹੋ ਗਈ। ਉਹਨੂੰ ਲੱਗਦਾ ਕਿ ਮੰਮੀ ਪਾਪਾ ਨੂੰ ਨਹੀਂ ਵੀ ਹਾਲ ਪੁੱਛਿਆ ਤੇ ਇਟ ਇਜ਼ ਓਕੇ, ਵਿਚ ਇਜ਼ ਨਾਟ ਓਕੇ। ਉਹਨੂੰ ਲੱਗਦਾ ਕਿ ਆਪਣੇ ਪਾਰਟਨਰ ਨੂੰ ਛੱਡ ਵੀ ਦਿੱਤਾ ਤੇ ਇਟ ਇਜ਼ ਓਕੇ, ਇਟ ਇਜ਼ ਨਾਟ ਓਕੇ। ਮੇਰੇ ਗਵਾਂਢੀ ਦੇ ਘਰ ਡੈਥ ਹੋ ਗਈ ਤੇ ਮੈਂ ਨਹੀਂ ਗਿਆ ਤੇ ਇਟ ਇਜ਼ ਓਕੇ, ਪਰ ਸਾਡੇ ਕਲਚਰ ਦੇ ਹਿਸਾਬ ਨਾਲ ਇਟ ਇਜ਼ ਨਾਟ ਓਕੇ। ਸੋ ਯੂ ਸ਼ੁੱਡ ਨੋ ਯਰ ਕਲਚਰ। ਲੋਕਾਂ ਕੋਲ ਆਪਣਾ ਕਲਚਰ ਲੈ ਕੇ ਜਾਓ, ਬਾਹਰੋਂ ਕਲਚਰ ਲਿਆ ਕੇ ਇੱਥੇ ਹੋਰ ਜਿਹੜਾ ਉਹ ਖਰਾਬ ਕਰਨਾ, ਉਹਦੇ ਨਾਲ ਮਤਲਬ ਕਿ ਕੁਝ ਵੀ ਨਹੀਂ ਹੋ ਰਿਹਾ, ਤਾਂ ਹੀ ਤਾਂ ਅਸੀਂ ਇੰਪਰੂਵ ਨਹੀਂ ਕਰ ਪਾ ਰਹੇ। ਬਿਲਕੁਲ। ਓਪਰਚੁਨਿਟੀ ਤਾਂ ਸ਼ਾਇਦ ਤੁਹਾਡੇ ਕੋਲ ਵੀ ਅਮਰੀਕਾ ਦੀ ਹੈ। ਹਾਂ, ਮੇਰੇ ਕੋਲ ਸੀ, ਪਰ ਉਹ ਕਿ ਮੈਂ ਕਦੀ ਅਵੇਲ ਨਹੀਂ ਕੀਤੀ, ਠੀਕ ਹੈ। ਅਮਰੀਕਾ ਦੀ ਸੀ। ਟਾਂਗਰੇ ਚੰਗਾ ਲੱਗਿਆ?
ਹਾਂ ਮੈਂ ਤੇ ਟਾਂਗਰਾ ਹੀ ਸੋਚਿਆ। ਸੋ ਹੁਣ ਮੈਂ ਪੱਕਾ ਡਿਸਾਈਡ ਕਰ ਲਿਆ ਕਿ ਮੈਂ ਇੱਥੋਂ ਹੀ ਆਪਰੇਟ ਕਰਾਂਗੀ। ਅੱਛਾ ਇੱਕ ਚੀਜ਼ ਹੋਰ ਆ, ਸ਼ਾਇਦ ਸਾਨੂੰ ਇੱਕ ਚੀਜ਼ ਹੋਰ ਵੀ ਮਨਦੀਪ ਜੀ ਚੱਲ ਕੇ ਰੱਖ ਕੇ ਚੱਲਣਾ ਪੈਂਦਾ ਕਿ ਔਖੇ ਸਮੇਂ ਦੇ ਵਿੱਚ ਸਾਡਾ ਸਾਥ ਵੀ ਬਹੁਤ ਲੋਕ ਛੱਡਣਗੇ ਜੇ ਅਸੀਂ ਚੱਲਦੇ ਆ ਇੱਕ ਜਜ਼ਬਾ ਲੈ ਕੇ ਕਿ ਯਾਰ ਉਹ ਚੀਜ਼ ਅਸੀਂ ਕਰਨੀ ਆ। ਸ਼ਾਇਦ ਔਖੇ ਵੇਲੇ ਦੇ ਵਿੱਚ ਸਾਥ ਵੀ ਬਹੁਤ ਲੋਕ ਛੱਡਦੇ ਆ। ਛੱਡਦੇ ਬੜੇ ਲੋਕ ਛੱਡ ਜਾਂਦੇ ਆ। ਹੋਇਆ ਤੁਹਾਡੇ ਨਾਲ ਵੀ? ਮੇਰੇ ਨਾਲ ਤੇ ਕਾਫੀ ਜ਼ਿਆਦਾ ਹੀ ਹੋਇਆ। ਮਤਲਬ ਮੈਨੂੰ ਤੇ ਜਿਹੜੇ ਮੇਰੇ ਫੇਵਰੇਟ EMPLOYEE ਸੀ, ਠੀਕ ਹੈ, ਸੋ ਜਾਂ ਮੇਰੇ ਦੋਸਤ ਮਿੱਤਰ ਕਈ ਜਾਣੇ ਸ਼ੁਰੂ ਤੋਂ ਜਿੰਨੇ ਜਿਹੜੇ ਮੇਰੇ ਸਾਥ ਸੀ, ਉਹ ਜਿਹੜਾ ਵਾ ਉਹ ਨਹੀਂ ਰਹੇ ਨਾਲ। ਅੱਛਾ, ਛੱਡ ਕੇ ਚਲੇ ਗਏ? ਛੱਡ ਕੇ ਚਲ ਗਏ। ਉਹਨਾਂ ਨੂੰ ਲੱਗਾ ਕਿ ਨਹੀਂ, ਉਹਨਾਂ ਕਈਆਂ ਨੂੰ ਤੇ ਅੱਜ ਵੀ ਲੱਗਦਾ ਕਿ ਮੈਂ ਸਹੀ ਨਹੀਂ ਕਰ ਰਹੀ। ਅੱਛਾ, ਹਾਂ। ਕਾਰਨ ਕੀ ਦਿੰਦੇ ਆ ਕਿ ਕਾਰਨ ਦੱਸਦੇ ਨਹੀਂ ਕੁਝ ਵੀ? ਕਾਰਨ ਪਤਾ ਨਹੀਂ, ਜਿਹੜਾ ਇੱਕ ਵਾਰੀ ਦੂਸਰੇ ਕੰਟਰੀ 'ਚ ਚਲ ਜਾਂਦਾ ਜਾਂ ਵੱਡੇ ਸ਼ਹਿਰਾਂ 'ਚ ਰਹਿ ਲੈਂਦਾ, ਉਹਨੂੰ ਫਿਰ ਪਿੰਡ ਨਹੀਂ ਚੰਗੇ ਲੱਗਦੇ ਜਾਂ ਆਪਦੇ ਆਪ ਨੂੰ ਸਿਆਣਾ ਵੱਧ ਸਮਝ। ਬਾਕੀ ਹਰ ਕੋਈ ਆਪਣੀ ਜਗ੍ਹਾ ਠੀਕ ਆ, ਇਹ ਮੇਰੀ ਸੋਚ ਹੈ। ਬਿਲਕੁਲ। ਹੁਣ ਕੋਈ ਪਿੰਡ 'ਚ ਰਿਹਾ ਹੀ ਨਹੀਂ ਤੇ ਉਹਨੂੰ ਉਹ ਕਿੱਦਾਂ ਕਹੇਗਾ ਕਿ ਤੁਸੀਂ ਠੀਕ ਹੋ? ਮੈਂ ਇੰਨੀਆਂ ਪ੍ਰੋਬਲਮਸ ਕਿਉਂ ਸੋਲਵ ਕਰ ਪਾ ਰਹੀ ਹਾਂ ਜਾਂ ਅੱਛੀ ਕੰਪਨੀ ਪਿੰਡ 'ਚ ਕਿਉਂ ਬਣਾ ਪਾ ਰਹੀ? ਕਿਉਂਕਿ ਪਿੰਡ ਦੀ ਪਲੀ ਆ, ਪਿੰਡ 'ਚ ਰਹੀ ਆ, ਪਿੰਡ ਦੀਆਂ ਪ੍ਰੋਬਲਮ ਸਮਝਦੀ ਆ ਤੇ ਇੱਥੇ ਬੈਠ ਕੇ ਪਿੰਡਾਂ ਦੇ ਹੱਲ ਕਰ ਸਕਦੀ ਆ। ਸੋ ਹੀ ਆ ਕਿ ਅਸੀਂ ਕਿਸੇ ਨੂੰ ਗਲਤ ਠੀਕ ਨਹੀਂ ਕਹਿ ਸਕਦੇ। ਬਾਕੀ ਜ਼ਿੰਦਗੀ 'ਚ ਹਰ ਇੱਕ ਦਾ ਸਾਥ ਇੱਕ ਪਾਰਟਿਕੂਲਰ ਟਾਈਮ ਲਈ ਲਿਖਿਆ ਹੁੰਦਾ। ਬਿਲਕੁਲ। ਇਹ 'ਚ ਕਦੀ ਵੀ ਕੁੜੱਤਣ ਨਹੀਂ ਆਣੀ ਚਾਹੀਦੀ ਕਿ ਤੁਸੀਂ ਮੈਨੂੰ ਛੱਡ ਗਏ ਤੇ ਤੁਸੀਂ ਮੇਰੇ ਨਾਲ ਨਹੀਂ ਚੱਲੇ। ਠੀਕ ਹੈ ਨਾ, ਮੈਂ ਸ਼ੁਰੂ 'ਚ ਵੀ ਦੱਸਿਆ ਕਿ ਇੱਥੇ ਕਿਸੇ ਨੇ ਵੀ ਨਾਲ ਨਹੀਂ ਚੱਲਣਾ, ਐਕਸਪੈਕਟੇਸ਼ਨ ਨਹੀਂ ਹੋਣੀ ਚਾਹੀਦੀ। ਸੋ ਜਦੋਂ ਕੋਈ ਤੁਹਾਨੂੰ ਛੱਡ ਜੇ ਤੇ ਜਾਂ ਤੁਹਾਨੂੰ ਲੱਗੇ ਕਿ ਹਾਂ ਬਈ ਤੇ ਸ਼ੁਰੂ ਤੋਂ ਮੇਰੇ ਨਾਲ ਸੀ ਤੇ ਹੁਣ ਨਹੀਂ ਆ ਜਾਂ ਮੈਨੂੰ ਗਲਤ ਕਹਿ ਰਿਹਾ, ਤੇ ਜਦ ਉਸ ਤੁਸੀਂ ਸਮਝ ਲਓ ਕਿ ਉਹਦਾ ਸਾਥ ਉਨਾ ਹੀ ਸੀ ਤੁਹਾਡੀ ਜ਼ਿੰਦਗੀ 'ਚ। ਠੀਕ ਹੈ ਨਾ, ਉਹ ਹੁਣ ਕਿਸੇ ਹੋਰ ਦਾ ਸਾਥ ਦੇਏਗਾ ਜਾਂ ਦੇਏਗੀ, ਠੀਕ ਹੈ, ਤੇ ਤੁਸੀਂ ਕਿਸੇ ਹੋਰ ਦਾ ਸਾਥ ਦੇਣਾ ਤੇ ਜਾਣਾ। ਠੀਕ ਹੈ, ਸੋ ਇੰਨਾ ਮਾਈਂਡ ਨੂੰ ਸਟ੍ਰੈਸ ਕਰਕੇ ਤੇ ਫਿਰ ਤੁਸੀਂ ਕੰਮ ਨਹੀਂ ਕਰ ਸਕਦੇ। ਕੰਮ ਕਰਨਾ ਬਹੁਤ ਜ਼ਰੂਰੀ। ਵਰਕ ਇਜ਼ ਵਰਸ਼ਿਪ। ਕਿਉਂਕਿ ਤੁਸੀਂ 100 ਬੰਦਿਆਂ ਨੂੰ ਕੰਮ ਤੇ ਲਾ ਕੇ ਤੇ ਮੁੜ ਕੇ ਆਪਣਾ ਮੂਡ ਖਰਾਬ ਕਰ ਲਿਆ ਕਿ ਯਾਰ ਮੇਰਾ ਤੇ 3 ਦਿਨ ਮੂਡ ਖਰਾਬ ਆ ਤੇ ਮੈਂ ਕੰਮ ਨਹੀਂ ਕਰ ਸਕਦਾ। ਤੁਹਾਨੂੰ ਇਹ ਦਿਖਣਾ ਚਾਹੀਦਾ ਕਿ 100 ਬੰਦੇ 100 ਪਰਿਵਾਰ ਚੱਲਣ ਦੇ ਜਿਹੜੇ ਤੁਸੀਂ ਪਹਿਲਾਂ ਸ਼ੁਰੂ ਕੀਤਾ, ਜਾਂ ਤੇ ਫਿਰ ਸ਼ੁਰੂ ਨਾ ਕਰੋ ਇਹੋ ਜਿਹਾ ਕੰਮ। ਠੀਕ ਹੈ, ਸੋ ਅਸੀਂ we have to play that role ਕਿ ਮੈਂ ਕੰਪਨੀ ਖੋਲੀ ਆ ਤੇ ਮੈਂ ਕੰਪਨੀ ਦਾ ਓਨਰ ਆ ਤੇ ਇਹ 100 ਬੰਦਿਆਂ ਲਈ ਮੈਂ ਜ਼ਿੰਮੇਵਾਰ ਆ। ਇਹ 'ਚ ਭਾਵੇਂ ਹੁਣ ਘਰ ਜੋ ਮਰਜ਼ੀ ਹੋ ਜੇ, ਕਿਸੇ ਦੀ ਡੈਥ ਹੋ ਜੇ, ਕੋਈ ਛੱਡ ਜੇ, ਕੋਈ ਵੱਡੀ ਚੀਜ਼ ਹੋ ਗਈ, ਉਹਦਾ ਅਸਰ ਹੈ ਜਿਹੜਾ ਉਹ ਕੰਪਨੀ ਤੇ ਨਾ ਆਉਣਾ ਚਾਹੀਦਾ ਤੇ ਨਾ ਉਹ ਬਹਾਨਾ ਬਣਨਾ ਚਾਹੀਦਾ। ਅੱਛਾ, ਫਿਰ ਵੱਡੇ ਸ਼ਹਿਰਾਂ ਨੇ ਵੱਡੀਆਂ ਕੰਪਨੀਆਂ ਤਾਂ ਹੋ ਸਕਦਾ ਕਿ ਕਿਤੇ ਨਾ ਕਿਤੇ ਜਿਵੇਂ ਤੁਸੀਂ ਆਖ ਰਹੇ ਹੋ ਕਿ ਉਹਨਾਂ ਨੂੰ ਲੱਗਦਾ ਕਿ ਪਿੰਡ ਦੇ ਵਿੱਚੋਂ ਕੰਪਨੀ ਜਿਹੜੀ ਨਹੀਂ ਚੱਲ ਸਕਦੀ, ਉਹ ਤਾਂ ਇਹ ਵੀ ਹੋ ਸਕਦਾ ਮਨਦੀਪ ਨੂੰ ਕਹਿੰਦੇ ਨੇ ਯਾਰ ਤਾਂ ਐਵੇਂ ਪਿੰਡ ਦੇ ਵਿੱਚੋਂ ਪਾਗਲ ਵੀ ਕਹਿੰਦੇ ਹੋਣਗੇ ਸਾਡੇ, ਹੁੰਦਾ ਹਨਾ? ਉਹ ਇਹ ਜਿੰਨੇ ਵੀ ਜਿਨ੍ਹਾਂ ਨੂੰ ਫਤੂਰ ਹੁੰਦਾ ਸਾਰਿਆਂ ਨੂੰ ਹੀ ਕਹਿੰਦੇ, ਉਹ ਕਹਿੰਦੇ ਕਿ ਨਹੀਂ ਇਹਨੂੰ ਨਹੀਂ ਪਤਾ ਹੈਗਾ, ਇਹ ਗਲਤ ਕਰ ਰਹੀ, ਇਹਨੂੰ ਵਕਤ ਤੇ ਪਤਾ ਲੱਗ ਜਾਏਗਾ। ਠੀਕ ਹੈ, ਸੋ ਅਸੀਂ ਵੀ ਦੂਜੇ ਪਾਸੇ ਪਿੰਡ ਵਾਲੇ ਜਿਹੜੇ ਸਾਰੇ ਪਿੰਡੂ ਇੰਜੀਨੀਅਰ ਉਹ ਵੀ ਲੱਗੇ ਹੋਏ ਕਿ ਕੋਈ ਨਹੀਂ ਪਤਾ ਤੁਹਾਨੂੰ ਦੱਸਾਂਗੇ, ਆ ਕਰਕੇ ਦਿਖਾਵਾਂਗੇ। ਹਾਂ, ਤੇ ਬਾਕੀ ਕਿ ਮੈਂ ਸ਼ਹਿਰ 'ਚ ਵੀ ਜਿੱਦਾਂ ਮੇਰੀ ਜੌਬਸ ਦੇ ਵਿੱਚ ਹਨਾ ਮੈਂ ਕੰਮ ਕੀਤਾ। ਮੇਰੀ ਜਿਹੜੀ ਸੈਕਿੰਡ ਜੌਬ ਹੀ ਜੁਐਲਰੀ ਕੰਪਨੀ ਵਾਲੀ, ਉਹ 'ਚ ਮੈਂ ਮੁੰਬਈ ਹਰ 2 ਮੰਥਸ ਬਾਅਦ ਜਾਂਦੀ ਸੀ। ਠੀਕ ਹੈ, ਸੋ ਮੈਨੂੰ ਕਾਫੀ ਐਕਸਪੋਜ਼ਰ ਜਿਹੜਾ ਹੈਗਾ, ਪਰ ਰੂਰਲ ਦਾ ਬਹੁਤ ਫਰਕ ਆ। ਠੀਕ ਹੈ ਨਾ, ਜਿੱਥੇ ਸੰਸਕਾਰ ਆ ਗਏ ਉੱਥੇ ਫਿਰ ਫਾਊਂਡੇਸ਼ਨ ਹੋਰ ਸਟਰੋਂਗ ਹੋ ਜਾਂਦੀ। ਸੋ ਰੂਰਲ 'ਚ ਪਿੰਡਾਂ 'ਚ ਬੱਚੇ ਹੋਰ ਸਿੰਪਲ ਨੇ, ਵੱਧ ਤੋਂ ਵੱਧ ਗੁਰਦੁਆਰੇ ਚਲ ਜਾਣਗੇ। ਠੀਕ ਹੈ, ਜ਼ੋਮੈਟੋ ਇੱਥੇ ਆਂਦਾ ਨਹੀਂ। ਠੀਕ ਹੈ, ਸੋ ਬਹੁਤ ਫਰਕ, ਕਲਚਰ ਦਾ ਬੜਾ ਡਿਫਰੈਂਸ ਹੈਗਾ। ਸੋ ਉਹਦੇ ਨਾਲ ਇਹ ਹੈ ਕਿ ਸਗੋਂ ਕਈ ਵਾਰੀ ਸ਼ਹਿਰ ਦੇ ਬੱਚੇ ਦੇ ਆਰ ਮੋਰ ਹੈਪੀ ਕਿ ਇੱਥੇ ਕਲੀਨ এনवायरमेंट ਆ, ਇੱਥੇ ਲੋਕ ਹੋਰ ਸਿੰਪਲ ਆ, ਛਲ ਕਪਟ ਨਹੀਂ ਹੈਗਾ, ਇੱਕ ਦੂਜੇ ਨੂੰ ਕੰਪੀਟੀਸ਼ਨ ਨਹੀਂ ਹੈਗਾ, ਕੋਲੈਬੋਰੇਸ਼ਨ ਕਰਦੇ ਨੇ। ਸੋ ਇੱਕ ਵਧੀਆ ਚੀਜ਼ ਜਿਹੜੀ ਆ ਬਣ ਰਹੀ ਹੈ। ਮੈਨੂੰ ਲੱਗਦਾ ਕਿ ਹੁਣ ਮੈਂ ਕਈ ਚੈਨਲ ਵਾਲਿਆਂ ਨੂੰ ਵੀ ਸੁਣਦੀ ਹਾਂ। ਠੀਕ ਹੈ, ਕੱਲ ਪਰਸੋਂ ਵੀ ਕੋਈ ਚੈਨਲ ਵਾਲੇ ਆਏ ਸੀ ਤੇ ਉਹ ਕਹਿੰਦੇ ਕਿ ਅਸੀਂ ਆਪਣੇ ਪਿੰਡ 'ਚ ਹੀ ਆਫਿਸ ਖੋਲਿਆ, ਹਜੇ ਛੋਟਾ ਸਾਡਾ ਆਫਿਸ। ਠੀਕ ਹੈ, ਸੋ ਉਹੀ ਹੈ ਕਿ ਜਿੱਦਣ ਪੰਜਾਬ ਦੇ ਯੂਥ ਨੂੰ ਇਹ ਸਮਝ ਆ ਗਈ। ਇੱਥੇ ਸਾਡੇ ਲਾਗੇ ਛਿਜਲਵੱਡੀ ਪਿੰਡ ਹੈਗਾ, ਉੱਥੇ ਇੱਕ ਲੜਕੇ ਨੇ ਸਟੋਰ ਖੋਲਿਆ ਹੋਇਆ ਆਪਣਾ, ਗਰੋਸਰੀ ਸਟੋਰ। ਠੀਕ ਹੈ, ਉੱਦਾਂ ਲੱਗਦਾ ਜਿੱਦਾਂ ਆਪਾਂ ਫੋਰਨ ਕੰਟਰੀ 'ਚ ਆ ਗਏ। ਠੀਕ ਹੈ, ਜਿੱਦਣ ਪੰਜਾਬ ਦੇ ਯੂਥ ਨੇ ਇਹ ਚੀਜ਼ ਅਪਲਾਈ ਕਰਦੀ ਕਿ ਮਾਡਰਨ ਚੀਜ਼ਾਂ ਜਾਂ ਵੱਖ-ਵੱਖ ਬਿਜ਼ਨਸ ਅਸੀਂ ਉਹਦੀ ਲੋਕੇਸ਼ਨ ਜਿਹੜੀ ਉਹ ਪਿੰਡ ਵੀ ਰੱਖ ਸਕਦੇ ਆ, ਉਦਣ ਜਿਹੜੀ ਆ ਉਹ ਆਪਣੇ ਆਪ ਬਦਲਾਵ ਆ ਜਾਏਗਾ। ਹਰ ਵੱਡੀ ਤੋਂ ਵੱਡੀ ਕੰਪਨੀ ਜਿਹੜੀ ਆ ਉਹ ਪੰਜਾਬ ਦੇ ਪਿੰਡਾਂ 'ਚ ਆਪਣਾ ਜਿਹੜੀ ਬਿਲਡਿੰਗ ਬਣਾਉਣਾ ਚਾਹੇਗੀ, ਪਿੰਡਾਂ 'ਚ ਆਪਣਾ ਆਫਿਸ ਬਣਾਉਣਾ ਚਾਹੇਗੀ। ਸੋ ਆਪਾਂ ਜਦੋਂ ਸਟਾਰਟਿੰਗ 'ਚ ਹੀ ਗੱਲ ਕਰ ਰਹੇ ਸੀ ਕਿ ਲੋਕ ਬਹੁਤ ਸ਼ੈਤਾਨ ਆ। ਠੀਕ ਹੈ ਨਾ, ਪਿੰਡਾਂ 'ਚ ਜਾਇਦਾਦ ਬਣਾ ਕੇ, ਪਿੰਡਾਂ 'ਚ 500 1000 ਕਿੱਲੇ ਬਣਾ ਕੇ ਤੇ ਆਪ ਉਹ ਸ਼ਹਿਰ 'ਚ ਇੰਜੋਏ ਕਰਕੇ ਤੇ ਲੋਕਾਂ ਨੂੰ ਅਟਰੈਕਟ ਕਰਦੇ ਕਿ ਆਹ ਦੁਨੀਆ ਤੁਸੀਂ ਦੇਖੋ,
ਪਰ ਇਹ ਨਹੀਂ ਪਤਾ ਕਿ ਜਿਹੜੇ ਅਮੀਰੀ ਆ ਉਹ ਪਿੰਡਾਂ ਕਰਕੇ ਹੀ ਆ ਉਹਨਾਂ ਦੀ ਅਮੀਰੀ, ਠੀਕ ਹੈ। ਤਾਂ ਆਪਾਂ ਤੇ ਪਹਿਲਾਂ ਹੀ ਪਿੰਡ 'ਚ ਬੈਠੇ ਆ, ਸੋ ਆਪਾਂ ਆਪੇ ਹੀ ਉਹਨੂੰ ਪਹਿਲਾਂ ਹੀ ਉਹ ਉਸ ਅਮੀਰੀ ਨੂੰ ਪਹਿਚਾਣੀਏ, ਆਪਣੀਆਂ ਜਗ੍ਹਾ ਨੂੰ, ਠੀਕ ਹੈ, ਆਪਣੀ ਉੱਥੇ ਆਪਾਂ ਕੀ ਖੋਲ ਸਕਦੇ ਆ, ਕੀ ਕਰ ਸਕਦੇ ਤੇ ਉੱਥੇ ਹੀ ਰਹੀਏ ਤੇ ਉੱਥੇ ਬਹਿ ਕੇ ਸਾਰਾ ਕੁਝ ਜਿਹੜਾ ਉਹ ਬਣਾਈਏ। ਲੋਕ ਪੜ੍ਹਾਈ ਦੀ ਬੜੀ ਗੱਲ ਕਰਦੇ ਕਿ ਨਹੀਂ ਪੜ੍ਹਨ ਲਈ ਚੰਡੀਗੜ੍ਹ ਜਾਣਾ ਹੈ, ਪੜ੍ਹਨ ਲਈ ਕੈਨੇਡਾ ਜਾਣਾ, ਉਹ ਬੜਾ ਜ਼ਰੂਰੀ ਆ। ਦੁਨੀਆ ਦੀਆਂ ਬੇਸ਼ੁਮਾਰ ਕਿਤਾਬਾਂ ਆਨਲਾਈਨ ਵੀ ਅਵੇਲੇਬਲ ਆ, ਵੱਖ-ਵੱਖ ਲਾਇਬ੍ਰੇਰੀ 'ਚ ਅਵੇਲੇਬਲ ਆ, ਠੀਕ ਆ। ਤੇ ਜਦੋਂ ABC ਆ ਜਾਏ ਨਾ, ਜਿਹਨੇ ਪੜ੍ਹਨਾ ਉਹਨੇ ਘਰ ਬੈਠ ਕੇ ਵੀ ਪੜ੍ਹ ਲੈਣਾ, ਉਹਨੇ ਕਿਸੇ ਵੀ ਸਕੂਲ ਦੇ ਵਿੱਚ ਪੜ੍ਹ ਕੇ 100 'ਚੋਂ 100 ਮੈਚ ਨੰਬਰ ਲੈ ਲੈਣੇ। ਜਿਹਨੇ ਪੜ੍ਹਨਾ ਉਹਨੇ ਘਰ ਬਹਿ ਕੇ ਵੀ ਪੜ੍ਹ ਲੈਣਾ, ਠੀਕ ਹੈ। ਐਕਸਪੋਜ਼ਰ ਦੀ ਬਹੁਤ ਗੱਲ ਕਰਦੇ ਆ ਕਿ ਨਹੀਂ ਉੱਥੇ ਜਾ ਕੇ ਐਕਸਪੋਜ਼ਰ ਜ਼ਿਆਦਾ ਹੋ ਜਾਏਗਾ, ਪਰ ਜਿੰਨਾ ਐਕਸਪੋਜ਼ਰ ਤੁਹਾਨੂੰ ਇੱਕ ਕਿਤਾਬ ਪੜ੍ਹ ਕੇ ਤੇ ਲੋਕਾਂ ਨੂੰ ਮਿਲ ਕੇ ਐਕਸਪੋਜ਼ਰ ਆਉਂਦਾ, ਉਸ ਤੋਂ ਵੱਡਾ ਐਕਸਪੋਜ਼ਰ ਕੋਈ ਨਹੀਂ ਹੁੰਦਾ। ਸਭ ਤੋਂ ਵੱਡਾ ਐਕਸਪੋਜ਼ਰ ਹੁੰਦਾ ਕਿ ਕੀ ਤੁਹਾਨੂੰ ਆਪਣੇ ਸੰਸਕਾਰਾਂ ਦਾ ਐਕਸਪੋਜ਼ਰ ਹੈ, ਜੋ ਤੁਹਾਨੂੰ ਤੁਹਾਡੇ ਪੇਰੈਂਟਸ ਨੇ ਸਿਖਾਇਆ, ਜੋ ਤੁਸੀਂ ਆਪਣੇ ਪਿੰਡ ਤੋਂ ਸਿੱਖਿਆ, ਉਹਦਾ ਐਕਸਪੋਜ਼ਰ ਤੁਹਾਨੂੰ ਹੈ। ਤੁਸੀਂ ਉਹਦੀਆਂ ਗੱਲਾਂ ਕਰੋ ਵੱਡੀਆਂ ਸਟੇਜਿਸ ਤੇ, ਦੇਖਿਓ ਲੋਕ ਖੜੇ ਹੋ ਕੇ ਤਾੜੀਆਂ ਮਾਰਨਗੇ ਕਿ ਕੀ ਸੰਸਕਾਰ ਨੇ। ਘੁੰਮ ਫਿਰ ਕੇ ਸਾਰੀ ਦੁਨੀਆ ਘੁੰਮ ਕੇ, ਜਿੱਦਣ ਹਾਰਵਰਡ ਯੂਨੀਵਰਸਿਟੀ ਪੜ੍ਹਨ ਜਾਣਾ ਉਦਣ ਵੀ ਉੱਥੇ ਸਾਧ ਗੁਰੂ ਨੇ ਆਣਾ, ਉਦਣ ਵੀ ਉਸਦੇ ਜਿਹੜੇ ਜਿੰਨੇ ਫੇਮਸ ਲੋਕਾਂ ਨੂੰ ਲੋਕੀ ਸੁਣਦੇ ਉਹਨਾਂ ਨੇ ਆਣਾ ਤੇ ਦੱਸਣਾ ਫੇਰ ਆਹੀ ਉਹਨਾਂ ਨੇ ਕਿ ਓਨੈਸਟ ਰਹੋ, ਠੀਕ ਆ। ਤੇ ਅੱਜ ਹੀ ਮੈਂ ਸਵੇਰੇ ਦੇਖਦੀ ਪਈ ਸੀ ਕਿ ਸਵੇਰੇ ਉੱਠ ਕੇ ਨਿੰਮ ਦੇ ਪੱਤੇ ਖਾਓ, ਠੀਕ ਹੈ। ਤੇ ਜੇ ਉੱਥੇ ਜਾ ਕੇ ਵੀ ਇਹੀ ਸੁਣਨਾ ਤੇ ਫਿਰ ਤੁਹਾਨੂੰ ਉਹ ਤੇ ਤੁਹਾਡੀ ਦਾਦੀ ਵੀ ਦੱਸ ਰਹੀ ਨਾ ਕਿ ਘਰੇ ਬੈ ਕੇ ਨਿੰਮ ਦੇ ਪੱਤੇ ਜਿਹੜੇ ਖਾਓ। ਸੋ ਘੁੰਮ ਕੇ ਕਹਿੰਦੇ ਨਾ ਹਿਸਟਰੀ ਰਿਪੀਟਸ, ਹੋਣਾ ਫੇਰ ਉਹੀ ਆ। ਅਸਲ ਵਿਜੇਤਾ ਉਹੀ ਆ, ਅਸਲ ਸਕਸੈਸ ਉਹੀ ਕਿ ਤੁਸੀਂ ਇੱਕ ਚੰਗੇ ਇਨਸਾਨ ਹੋ। ਇਸ ਤੋਂ ਵੱਡੀ ਸਕਸੈਸ ਕੋਈ ਹੈ ਹੀ ਨਹੀਂ। ਜਿਸ ਦਿਨ ਇਹ ਸਮਝ ਲੱਗ ਗਈ ਤੇ ਚੰਗੇ ਤੁਸੀਂ ਘਰੇ ਰਹਿ ਕੇ ਹੋ ਸਕਦੇ ਜੇ ਤੁਹਾਨੂੰ ਇੰਨਾ ਤਾਮ-ਝਾਮ ਕਰਨ ਦੀ ਜ਼ਿੰਦਗੀ 'ਚ ਲੋੜ ਨਹੀਂ ਆ। ਤੇ ਜੇ ਤੁਸੀਂ ਆਪਣੇ ਪ੍ਰੋਫੈਸ਼ਨ 'ਚ ਮੁਕੰਮਲ ਹੋਵੋਗੇ, ਦੁਨੀਆ ਹੁਣ ਬਾਉਂਡਰੀਲੈਸ ਹੋ ਗਈ ਆ, ਹਰ ਜਗ੍ਹਾ ਇੰਟਰਨੈਟ ਆ, ਤੇ ਤੁਸੀਂ ਜਿੰਨੇ ਮਰਜ਼ੀ ਪੈਸੇ ਜਿਹੜੇ ਆ ਉਹ ਘਰੋਂ ਵੀ ਕਮਾ ਸਕਦੇ ਜੇ। ਵਰਕ ਫਰੋਮ ਹੋਮ ਵੀ ਤੁਸੀਂ ਘਰੋਂ ਇੱਥੇ ਬਹਿ ਕੇ ਇੰਜੀਨੀਅਰਿੰਗ 'ਚ ਆਪਣੀ ਕੋਡਿੰਗ ਕਰ ਸਕਦੇ ਜੇ। ਜ਼ਰੂਰੀ ਨਹੀਂ ਕਿ ਤੁਸੀਂ ਚੰਡੀਗੜ੍ਹ ਦੇ ਘਰ ਦੇ ਵਿੱਚ PG 'ਚ ਬਹਿ ਕੇ ਹੀ ਕੋਡਿੰਗ ਕਰਨੀ ਤੇ ਉੱਥੇ ਬੈਟਰ ਹੋ ਜਾਣੀ ਆ, ਠੀਕ ਹੈ। ਹਰ ਚੀਜ਼ ਤੇ ਨਾਲੇ ਆਪਣਾ ਬੇਸ ਪੰਜਾਬ ਬਣਾਓ ਨਾ। ਮੈਂ ਕਿਹਾ ਕਿ ਵੇਚ ਵੱਟ ਕੇ ਨਾ ਚਲ ਜਾਓ, ਛੱਡ ਕੇ ਨਾ ਜਾਓ। ਇੱਕ ਕੋਠੀ ਇੱਥੇ ਬਣਾਓ, ਇੱਕ ਉੱਥੇ ਬਣਾਓ, ਇੱਥੇ ਕਈ ਕਾਰੋਬਾਰ ਖੋਲੋ, ਇੱਥੇ ਘੱਟ ਪੈਸੇ ਲੱਗਣੇ ਆ, ਉੱਥੇ ਵੀ ਖੋਲੋ, ਠੀਕ ਆ। ਹਰ ਜਿਹੜਾ ਵਾ ਦੂਜੇ ਤੀਜੇ ਮਹੀਨੇ ਪੰਜਾਬ ਵੀ ਆਓ, ਉੱਥੇ ਵੀ ਜਾਓ, ਉੱਥੋਂ ਜੋ ਸਿੱਖਿਆ ਇੱਥੇ ਸਿਖਾਓ, ਜੋ ਇੱਥੋਂ ਸਿੱਖਿਆ ਉੱਥੇ ਸਿਖਾਓ ਕਿ ਸਾਡੇ ਵੀ ਇੱਥੇ ਬੜਾ ਕੁਝ ਹੈ ਸਿੱਖਣ ਵਾਸਤੇ, ਠੀਕ ਹੈ ਨਾ। ਉਹ ਸਾਰਾ ਯੋਗਾ ਜਿਹੜਾ ਵਾ ਸਾਰਾ ਅਮਰੀਕਾ ਯੋਗਾ ਕਰ ਰਿਹਾ ਤੇ ਯੋਗਾ ਗਿਆ ਇੰਡੀਆ ਤੋਂ, ਠੀਕ ਹੈ ਨਾ। ਸਾਰਾ ਅਮਰੀਕਾ ਜਿਹੜਾ ਵਾ ਉਹ ਸਾਡਾ ਗੁਰੂ ਗ੍ਰੰਥ ਸਾਹਿਬ ਜੀ, ਠੀਕ ਆ, ਹਰ ਚੀਜ਼ ਉਹ ਹਿੰਦੀ 'ਚ ਵੀ ਆ, ਉਹਦੀ ਇੰਗਲਿਸ਼ ਟ੍ਰਾਂਸਲੇਸ਼ਨ ਹੋ ਰਹੀ ਹੈ, ਉੱਥੋਂ ਇੰਗਲਿਸ਼ 'ਚ ਟ੍ਰਾਂਸਲੇਟ ਕਰਕੇ ਇੱਥੇ ਮਤਲਬ ਕਿ ਕਰਵਾ ਰਹੇ ਨੇ, ਫਿਰ ਉਹਨੂੰ ਸਮਝ ਰਹੇ ਨੇ, ਠੀਕ ਹੈ। ਤੇ ਫਿਰ ਇੱਥੇ ਹੀ ਸਿੱਖ ਲਓ ਨਾ। ਬਿਲਕੁਲ। ਉੱਥੇ ਜਾ ਕੇ ਵੀ ਸੋ ਹੋਏ ਕਿ ਘੁੰਮ ਫਿਰ ਕੇ ਲੋਕ ਆਪਣੇ ਕਲਚਰ ਨਾਲ ਜੁੜੇ ਆ ਤੇ ਅਸੀਂ ਆਪਣੇ ਕਲਚਰ ਨਾਲ ਨਹੀਂ ਜੁੜ ਰਹੇ, ਠੀਕ ਹੈ ਨਾ। ਲੋਕ ਆਪਣੇ ਕਲਚਰ ਨਾਲ ਜੁੜੇ ਆ, ਉਹ ਆਪਣਾ US ਛੱਡ ਕੇ ਇੱਥੇ ਆ ਰਹੇ, ਠੀਕ ਹੈ, ਉਹ ਦੂਜੇ ਕੰਟਰੀ ਦੇ ਛੱਡ ਕੇ ਇੱਥੇ ਆ ਰਹੇ ਨੇ। ਸੋ ਇਹ ਕਿ ਅਸੀਂ ਆਪਣੇ ਆਪ ਨੂੰ ਕਿਉਂ ਇੰਨਾ ਕੁਝ ਹੁੰਦੇ ਵੀ ਗਰੀਬ ਸਮਝਿਆ ਹੋਇਆ ਵਾ ਕਿ ਸਾਡੇ ਕੋਲ ਕੁਝ ਨਹੀਂ ਆ। ਤੁਸੀਂ ਵੀ ਇੰਨੇ ਪਿੰਡ ਵੇਖੇ, ਮੈਂ ਵੀ ਇੰਨੇ ਪਿੰਡ ਵੇਖੇ ਨੇ, ਠੀਕ ਹੈ। ਦੱਸੋ ਕਿ ਪਿੰਡ ਨਹੀਂ ਸੋਹਣੇ ਬਹੁਤ ਆ। ਉਹੀ ਚੀਜ਼ ਆ ਨਾ, ਅੱਜ ਕੱਲ ਜਿਵੇਂ ਹੁਣ ਅਸੀਂ ਕੱਚੇ ਘਰ ਭਾਵੇਂ ਢਾਤੇ ਆ, ਪਰ ਜੇ ਅਸੀਂ ਅੱਜ ਕੱਲ ਫੋਟੋ ਸ਼ੂਟ ਕੋਈ ਕਰਵਾਉਣਾ ਸਾਨੂੰ ਕੱਚਾ ਘਰ ਚਾਹੀਦਾ, ਉੱਥੇ ਅਸੀਂ ਪੈਸੇ ਦੇ ਕੇ ਕਰਵਾਉਣੇ ਆ। ਗੱਲ ਤਾਂ ਉਹੀ ਹੈ ਨਾ, ਮੁੜ ਕੋੜ ਜਾਣੇ ਤਾਂ ਅਸੀਂ ਉੱਥੇ ਹੀ ਆ। ਅੱਛਾ, ਮੈਂ ਸੁਨੇਹਾ ਜ਼ਰੂਰ ਲੈਣਾ ਚਾਹੂੰ ਸਾਡੇ ਸਰੋਤਿਆਂ ਲਈ, ਹਾਲਾਂਕਿ ਆਪਣੀ ਪੂਰੀ ਮੁਲਾਕਾਤ ਦੇ ਵਿੱਚ ਸੁਨੇਹੇ ਹੀ ਗਏ ਆ ਪੂਰੇ, ਪਰ ਫਿਰ ਵੀ ਇੱਕ ਸੁਨੇਹਾ ਜਿਹੜਾ ਜ਼ਰੂਰ ਸਾਡੇ ਸਰੋਤਿਆਂ ਦੇ ਲਈ ਦਿਓ। ਸੋ ਸੁਨੇਹਾ ਮੇਰਾ ਇਹੀ ਆ ਕਿ ਇੱਕ ਵਾਰ ਜ਼ਰੂਰ ਸੋਚੋ ਕਿ ਤੁਸੀਂ ਫੋਰਨ ਕੰਟਰੀ ਤੇ ਪੰਜਾਬ ਦਾ ਜਿਹੜਾ ਬ੍ਰਿਜ ਬਣੋ, ਠੀਕ ਹੈ। ਤੁਸੀਂ ਐਸੇ ਇਨਸਾਨ ਨਾ ਬਣੋ ਕਿ ਜੋ ਸਾਰਾ ਕੁਝ ਇੱਥੋਂ ਲੈ ਕੇ ਤੇ ਪੱਕਾ ਹੀ ਉੱਥੇ ਸੈਟਲ ਹੋ ਗਿਆ। ਮੈਂ ਕਾਫੀ ਵਾਰ ਇਹ ਸੇਮ ਹੀ ਸੁਨੇਹਾ ਦਿੱਤਾ ਕਿ ਸਾਨੂੰ ਜਿਹੜਾ ਬ੍ਰਿਜ ਬਣਨ ਦੀ ਲੋੜ ਆ, ਜੋ ਅਸੀਂ ਬਾਹਰੋਂ ਸਿੱਖਦੇ ਆ ਉਹ ਅਸੀਂ ਇੱਥੇ ਲੈ ਕੇ ਆਈਏ, ਜੋ ਇੱਥੋਂ ਸਿੱਖਦੇ ਆ ਉਹ ਅਸੀਂ ਬਾਹਰ ਲੈ ਕੇ ਜਾਈਏ, ਠੀਕ ਹੈ। ਸੋ ਇਹਨਾਂ ਯੂਥ ਜਦੋਂ ਬਾਹਰ ਜਾਈ ਜਾ ਰਿਹਾ, ਖਾਸ ਕਰਕੇ ਚੰਗੇ ਘਰਾਂ ਦਾ ਯੂਥ ਵੀ ਮੈਂ ਕਹਾਂਗੀ ਕਿ ਜਿਨ੍ਹਾਂ ਨੂੰ ਪੈਸੇ ਦੀ ਕਮੀ ਨਹੀਂ, ਇੱਕ ਤੇ ਹੁੰਦਾ ਕਿ ਜਿਹਨਾਂ ਦੀ ਮਜਬੂਰੀ ਹੈ ਤੇ ਪੈਸਾ ਕਮਾਉਣਾ ਚਾਹੁੰਦੇ ਨੇ, ਠੀਕ ਹੈ, ਪੰਜਾਬ 'ਚ ਨੌਕਰੀ ਨਹੀਂ ਤੇ ਉਹ ਕੁਝ ਸਾਲ ਲਾਉਣਾ ਚਾਹੁੰਦੇ ਨੇ। ਉਹਨਾਂ 'ਚ ਵੀ ਬੜੇ ਬਿਹਤਰੀਨ ਬੱਚੇ ਮੈਂ ਦੇਖੇ ਕਿ ਜਿਨ੍ਹਾਂ ਨੇ ਕੁਝ ਸਾਲ ਬਾਹਰ ਲਾ ਕੇ ਫਿਰ ਇੱਥੇ ਆ ਕੇ ਆਪਣੇ ਬਿਜ਼ਨਸ ਖੜੇ ਕੀਤੇ, ਇੱਥੇ ਆ ਕੇ ਆਪਣੀ ਜ਼ਮੀਨ ਬਣਾ ਲਈ, ਜਾਇਦਾਦ ਬਣਾ ਲਈ ਤੇ ਫਿਰ ਸੋਚਿਆ, ਠੀਕ ਹੈ। ਸੋ ਜਾਣ ਲੱਗਿਆਂ ਦੇਖੋ ਅਸੀਂ ਇੱਕ ਵਾਰੀ ਨਹੀਂ ਸੋਚਦੇ, ਠੀਕ ਹੈ। ਸੋ ਇਸ ਕਰਕੇ ਇਹੋ ਜਿਹੇ ਬਣੋ ਕਿ ਉੱਥੇ ਜਾ ਕੇ ਵੀ ਇੰਨੀ ਤਰੱਕੀ ਕਰੋ ਕਿ ਆਉਣ ਲੱਗਿਆ ਵੀ ਇੱਕ ਵਾਰ ਨਾ ਤੁਸੀਂ ਸੋਚੋ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਇਸੇ ਮਿੱਟੀ ਤੋਂ ਉੱਠੇ ਆ ਤੇ ਇੱਥੇ ਹੀ ਵਾਪਸ ਆਉਣਾ ਹੈ। ਆਪਣਾ ਜਿਹੜਾ ਬੇਸ ਆ, ਆਪਣੀ ਜਿਹੜੀ ਬੇਸ ਲੋਕੇਸ਼ਨ ਆ, ਉਹ ਪੰਜਾਬ ਨੂੰ ਕਹੋ
ਪੰਜਾਬ ਨੂੰ ਸੋਚੋ ਤੇ ਪੰਜਾਬ ਨੂੰ ਰੱਖੋ। ਭਾਵੇਂ ਤੁਸੀਂ ਸਾਲ ਦੇ ਵਿੱਚ 11 ਮਹੀਨੇ ਅਮਰੀਕਾ ਰਹੋ, ਪਰ ਜਿਹੜੀ ਸਾਡੀ ਬੇਸ ਲੋਕੇਸ਼ਨ ਆ ਉਹ ਸਾਡੇ ਪੂਰੇ ਪਰਿਵਾਰ ਨੂੰ ਪਤਾ ਹੋਣੀ ਚਾਹੀਦੀ ਕਿ ਇਹ ਸਾਡੀ ਬੇਸ ਲੋਕੇਸ਼ਨ ਜਿਹੜੀ ਆ, ਇਹ ਅਸੀਂ ਘੁੰਮ ਕੇ ਇੱਥੇ ਜਿਹੜਾ ਵਾ ਉਹ ਆਣਾ ਹੀ ਆਣਾ ਵਾ। ਸੋ ਆਈ ਥਿੰਕ ਇਹ ਬਹੁਤ ਜ਼ਰੂਰੀ ਹੈ। ਜੀ ਜੀ ਮਨਦੀਪ ਜੀ, ਮਾਫੀ ਵੀ ਚਾਹੁੰਦੇ ਆ, ਅਸੀਂ ਮਿੰਟ 30 ਕੁ ਲਏ ਸੀ, ਪਰ ਸਮਾਂ ਸ਼ਾਇਦ ਆਪਾਂ ਗੱਲਾਂ ਬਾਤਾਂ ਦੇ ਵਿੱਚ ਜ਼ਿਆਦਾ ਹੋ ਗਿਆ। ਤੁਹਾਡਾ ਸਮਾਂ ਜਿਹੜਾ ਕੀਮਤੀ ਹੈ, ਪਰ ਤੁਸੀਂ ਸਮੇਂ ਦੇ ਵਿੱਚੋਂ ਕੀਮਤੀ ਸਾਨੂੰ ਸਮਾਂ ਦਿੱਤਾ, ਉਹਦੇ ਲਈ ਤੁਹਾਡੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸੋ ਮੇਰੇ ਨਾਲ ਮਨਦੀਪ ਕੌਰ ਟਾਂਗਰਾ ਹੋ ਰਹੀ ਸੀ। ਅੱਜ ਦੀ ਮੁਲਾਕਾਤ ਦੇ ਵਿੱਚ ਸਿੱਖਣ ਨੂੰ ਬੜਾ ਕੁਝ ਮਿਲਿਆ। ਜੋ ਮੈਂ ਕੁੱਲ ਮਿਲਾ ਕੇ ਸਿੱਖਿਆ ਆ ਉਹ ਇਹੀ ਆ ਕਿ ਇਹ ਨਹੀਂ ਜ਼ਰੂਰੀ ਕਿ ਯਾਰ ਤੁਹਾਡੀ ਕਦਰ ਜਿਹੜੀ ਆ ਉਹ ਮਹਿਲਾਂ 'ਚ ਹੀ ਪੈਣੀ ਆ, ਜਾਂ ਤੁਸੀਂ ਕੁਝ ਕਰਨਾ ਤਾਂ ਮਹਿਲ ਹੀ ਹੋਣੇ ਜ਼ਰੂਰੀ ਆ। ਕਦਰ ਜੇਕਰ ਤੁਹਾਡੇ ਵਿੱਚ ਕੁਝ ਨਾ ਕੁਝ ਕਰਨ ਦਾ ਜਜ਼ਬਾ ਆ, ਜਨੂਨ ਆ, ਤਾਂ ਉਹ ਦਿਨ ਜ਼ਰੂਰ ਦੂਰ ਨਹੀਂ ਜਦੋਂ ਤੁਹਾਡੀ ਕੁੱਲੀ ਦੇ ਵਿੱਚ ਵੀ ਮੇਲੇ ਲੱਗਿਆ ਕਰਨਗੇ। ਜਿਸ ਤਰ੍ਹਾਂ ਦੇ ਨਾਲ ਪੰਜਾਬ ਦੀ ਧੀ ਨੇ ਜਿਹੜਾ ਕਰਕੇ ਦਿਖਾਇਆ ਕਿ ਅੱਜ ਟਾਂਗਰੇ ਦੇ ਵਿੱਚ ਕਹਿੰਦੇ ਕਹਾਉਂਦੇ ਲੋਕ ਆਉਂਦੇ ਆ, ਤਾਂ ਉਹ ਇਹ ਦੇਖਣ ਦੇ ਲਈ ਆਉਂਦੇ ਆ ਕਿ ਆਖਿਰ ਟਾਂਗਰੇ ਦੇ ਵਿੱਚ ਇਹੋ ਜਿਹੀ ਕਿਹੜੀ ਬੂਟੀ ਜਿਹੜੀ ਆ ਭਾਈ ਇਹ ਪੰਜਾਬ ਦੀ ਧੀ ਅਗਾਈ ਬੈਠੀ ਆ। ਸੋ ਇਸ ਤਰ੍ਹਾਂ ਦੀਆਂ ਮੁਲਾਕਾਤਾਂ ਲੈ ਕੇ ਸਮੇਂ-ਸਮੇਂ ਤੇ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਇਜਾਜ਼ਤ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।